ਤੁਸੀਂ? हेलो जी साਰਿਆਂ ਨੂੰ गुड ईवनिंग। एम ऑडिबल? प्लीज़ एक बारी कमेंट करो ऑडिबल हाँ मैं। हेलो हेलो गुड ईवनिंग जी साਰਿਆਂ ਨੂੰ गुड ईवनिंग। एक बारी प्लीज़ अफर्मेटिव दो। एम आई ऑडिबल? गुड ईवनिंग असीम, गुड ईवनिंग अर्जुन। गुड ईवनिंग करम, राहुल जी। हाँ जी हाँ, मैं ऑडिबल हाँ सर, प्लीज़ एक बारी कमेंट करो ऑडिबल हाँ मैं। यस ऑडिबल, ओके जी, ओके रजनी, ओके अंकुर। नहीं रुपिंदर जी, दोनों भी ऑप्शनस है। PDF खोलोगे मिल गई प्रीवियस। चलो कोई गल नहीं, ਤੁਸੀਂ ਹੋਰ ਸਾਰਾ ਕੁਝ ਛੱਡੋ। ਲਾਸਟ ਕਲਾਸ ਪਹਿਲਾਂ ਦੀ ਕਲਾਸ 'ਚ ਕੋਈ ਵੀ ਹੈ ਕੁਝ ਵੀ ਛੱਡੋ। ਆਪਾਂ ਹੁਣ ਦੀ ਕਲਾਸ 'ਚ ਫੋਕਸ ਕਰਦੇ ਹਾਂ, ਠੀਕ ਹੈ। ਦੇਖੋ ਪਟਵਾਰੀ ਦਾ ਐਗਜ਼ਾਮ ਨੇੜੇ ਆ ਗਿਆ, ਠੀਕ ਹੈ। ਨੈਬ ਸੀਲਰ ਦਾ ਵੀ ਕਮਿੰਗ ਹੈ ਵਿਦਿਨ ਫਿਊ ਮੇਬੀ ਵਿਦਿਨ ਅ ਮੰਥ ਯੂ ਕੈਨ ਸੇ, ਠੀਕ ਹੈ। ਤਾਂ ਆਪਾਂ ਥੋੜ੍ਹਾ ਜਿਹਾ ਬਰਸ਼ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਕੌਨਸੈਪਟ ਨੂੰ। ਦੇਖੋ ਇਸ ਟਾਈਮ ਦੇ ਵਿੱਚ ਆਪਾਂ ਨਵੀਆਂ ਚੀਜ਼ਾਂ ਨਹੀਂ ਸਿੱਖ ਸਕਦੇ, ਠੀਕ ਹੈ। ਇੰਨੇ ਬਰੀਫ ਟਾਈਮ ਦੇ ਵਿੱਚ ਆਪਣਾ ਜਿਹੜਾ ਫੋਕਸ ਹੋਏਗਾ ਵੀ ਆਪਣੇ ਕੌਨਸੈਪਟਸ ਨੂੰ ਬਰਸ਼ ਅਪ ਕਰਨ ਦਾ ਅਤੇ ਉਹ ਚੀਜ਼ਾਂ ਪੜ੍ਹਨ ਦਾ ਜਿਹੜੇ ਕਿ ਮੋਸਟ ਲਾਈਕਲੀ ਨੇ ਇਹਨਾਂ ਐਗਜ਼ਾਮਸ ਦੇ ਵਿੱਚ ਆਉਣ ਦੀਆਂ। ਅਤੇ ਘੱਟ ਟਾਈਮ ਦੇ ਵਿੱਚ ਆਪਾਂ ਮੈਕਸੀਮਮ ਚੀਜ਼ਾਂ ਕਿਵੇਂ ਕਵਰ ਕਰ ਸਕਦੇ ਹਾਂ, ਆਪਣਾ ਹੀ ਫੋਕਸ ਰਹੇਗਾ, ਠੀਕ ਹੈ ਜੀ। ਚਲੋ ਜੀ ਗੁੱਡ ਈਵਨਿੰਗ ਸਾਰਿਆਂ ਨੂੰ, ਮੇਰਾ ਨਾਮ ਹੈ ਸ਼ੁਭਮ, ਠੀਕ ਹੈ। ਆਪਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੋਏਗਾ ਉਹ ਆਪਾਂ ਪੋਲਿਟੀ ਤੋਂ ਸਟਾਰਟ ਕਰਾਂਗੇ, ਠੀਕ ਹੈ ਜੀ। ਟੂਡੇ ਫਸਟ ਟਾਈਮ ਆਈ ਐਮ ਅਟੈਂਡਿੰਗ ਕਲਾਸ। ਕੋਈ ਗੱਲ ਨਹੀਂ ਰਜਨੀ, ਗੁੱਡ ਈਵਨਿੰਗ ਸਾਰਿਆਂ ਨੂੰ, ਗੁੱਡ ਈਵਨਿੰਗ। ਸਰ ਰੀਜ਼ਨਿੰਗ ਕਲਾਸ ਹੈ? ਨਹੀਂ, ਇਹ ਰੀਜ਼ਨਿੰਗ ਦਾ ਨਹੀਂ ਹਾਲੇ ਕੋਈ ਕਨਫਰਮੇਸ਼ਨ ਹੈਗੀ। ਇਹ GS ਦੀ ਕਲਾਸ ਲੱਗ ਰਹੀ ਜਨਰਲ ਸਟੱਡੀਜ਼ ਦੀ, ਅਤੇ ਜਨਰਲ ਸਟੱਡੀਜ਼ ਦੇ ਵਿੱਚ ਆਪਾਂ ਪੋਲਿਟੀ ਪੜ੍ਹਾਂਗੇ ਅੱਜ ਆਪਾਂ, ਠੀਕ ਹੈ। सो एवरीबडी बी विद मी, ठीक है। कुछ भी चीज़ ना समझ आए प्लीज़ डू कमेंट, फील फ्री टू आस्क, नो इशूज़। किसी की भी फर्स्ट क्लास है, कोई प्रॉब्लम नहीं है। आप बिल्कुल बेसिक्स तो करांगे, ठीक है। मैं ਤੁਹਾਨੂੰ पूरा सब्जैक्ट नहीं पढ़ा रहा हाले, क्योंकि अपना एग्जाम नेड़े आ। तो मैं सिर्फ ਜਿਹੜੇ इंपॉर्टेंट कॉन्सैप्ट्स ने ਜਿਹੜੇ कि एग्जाम ਦੇ ਵਿੱਚ मोस्ट प्रोबेबल ने कि हाँ ये आ सकते हैं, ਆਪਾਂ सिर्फ वही चीज़ां डिस्कस करांगे, ठीक है। चलो गुड ईवनिंग सारिਆਂ ਨੂੰ, ओके बड़ी। देखो पॉलिटी ਦੇ ਵਿੱਚ ਵੀ ਜਿਹੜੇ ਕੌਂਸਟੀਟਿਊਸ਼ਨਲ ਫੀਚਰਸ ਨੇ ਉਹ ਮੋਸਟ ਇੰਪੋਰਟੈਂਟ ਬਣ ਜਾਂਦੇ ਨੇਗੇ ਹਰ ਇੱਕ ਐਗਜ਼ਾਮ ਦੇ ਵਿੱਚ। ਕੁਛ ਨਾ ਕੁਛ ਜਿਹੜੇ ਕੌਂਸਟੀਟਿਊਸ਼ਨ ਆਰਟੀਕਲਸ ਨੇ, ਪਾਰਟਸ ਨੇ, ਚੈਪਟਰਸ ਨੇ, ਸੈਕਸ਼ਨਸ ਨੇ, ਸ਼ਡਿਊਲਸ ਨੇ, ਉਹ ਕਾਫੀ ਇੰਪੋਰਟੈਂਟ ਬਣ ਜਾਂਦੇ ਨੇ, ਠੀਕ ਹੈ। ਤਾਂ ਆਪਣਾ ਮੇਨ ਫੋਕਸ ਫਿਲਹਾਲ ਇਸ ਲੈਕਚਰ ਦੇ ਵਿੱਚ ਵੀ ਉਹਨਾਂ ਚੀਜ਼ਾਂ 'ਤੇ ਹੀ ਰਹੇਗਾ, ਠੀਕ ਹੈ। ਹਾਂਜੀ ਦੇਖੋ ਪਹਿਲਾਂ ਤਾਂ ਕੌਂਸਟੀਟਿਊਸ਼ਨ ਦਾ ਬੈਕਗਰਾਊਂਡ ਕੀ ਹੈਗਾ। ਹੁਣ ਕੌਂਸਟੀਟਿਊਸ਼ਨ ਹੈ ਕੀ ਹੈ? ਬੇਸਿਕਲੀ ਇੱਕ ਬੁੱਕ ਹੈਗੀ, ਠੀਕ ਹੈ। ਜਿਵੇਂ ਆਪਣੇ ਕੋਲ ਨੋਰਮਲ ਬੁੱਕਸ ਹੁੰਦੀਆਂ ਨੇ ਉਸੇ ਤਰ੍ਹਾਂ ਇੱਕ ਬੁੱਕ ਫਾਰਮ ਦੇ ਵਿੱਚ ਆਪਣੇ ਕੋਲ ਕੌਂਸਟੀਟਿਊਸ਼ਨ ਹੈਗਾ, ਠੀਕ ਹੈ। ਉਸ ਦੇ ਵਿੱਚ ਜਿਵੇਂ ਇੱਕ ਨੋਰਮਲ ਬੁੱਕ ਦੇ ਵਿੱਚ ਚੈਪਟਰਸ ਹੁੰਦੇ ਨੇ, ਪਾਰਟਸ ਹੁੰਦੇ ਨੇ, ਉਸੇ ਤਰ੍ਹਾਂ ਕੌਂਸਟੀਟਿਊਸ਼ਨ ਜਿਹੜਾ ਆਪਣਾ ਕੌਂਸਟੀਟਿਊਸ਼ਨ ਸੰਵਿਧਾਨ ਹੈ ਉਸ ਦੇ ਵਿੱਚ ਵੀ ਕੁਛ ਪਾਰਟਸ ਨੇਗੇ, 25 ਪਾਰਟਸ ਨੇਗੇ, ਠੀਕ ਹੈ। ਉਹ ਅੱਗੇ 25 ਪਾਰਟਸ ਨੇ ਜਿਹੜੇ ਉਹ ਡਿਫਰੈਂਟ ਚੈਪਟਰਸ ਦੇ ਵਿੱਚ ਡਿਵਾਈਡਡ ਨੇ, ਠੀਕ ਹੈ। ਇਸ ਜਿਵੇਂ ਨੋਰਮਲ ਬੁੱਕ ਦੇ ਵਿੱਚ ਹੁੰਦਾ ਹੈਗਾ, ਠੀਕ ਹੈ। ਇੱਕ ਬਰੀਫ ਜਿਹਾ ਬੈਕਗਰਾਊਂਡ ਹੈ ਵੀ ਕੌਂਸਟੀਟਿਊਸ਼ਨ ਬਣਿਆ ਕਿਵੇਂ, ਠੀਕ ਹੈ। ਉਹਨੂੰ ਕਿਹਨੇ ਲਿਖਿਆ ਅਤੇ ਕਿੰਨਾ ਟਾਈਮ ਲੱਗਿਆ ਉਹਨੂੰ ਬਣਨ 'ਤੇ, ਠੀਕ ਹੈ। ਕੌਂਸਟੀਟਿਊਸ਼ਨ ਨੂੰ ਬਣਨ, ਦੇਖੋ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਡੈਮੋਕ੍ਰੇਟਿਕ ਕੰਟਰੀ ਹੈ। ਤਾਂ ਡੈਮੋਕ੍ਰੇਟਿਕ ਕੰਟਰੀ ਹੋਣ ਦੇ ਨਾਲ 100 ਕਰੋੜ ਤੋਂ ਜ਼ਿਆਦਾ ਆਬਾਦੀ ਹੋਣ ਦੇ ਨਾਲ ਹੋਰ ਇੰਨੀਆਂ ਡਾਇਵਰਸਿਟੀਜ਼ ਨੇਗੀਆਂ, ਵਿਭਿੰਨਤਾਵਾਂ ਨੇਗੀਆਂ, ਵੱਖ ਧਰਮਾਂ ਦੇ, ਜਾਤਾਂ ਦੇ, ਸੰਪਰਦਾਇ ਦੇ ਲੋਕ ਹੈਗੇ ਨੇ। ਤਾਂ ਇੰਨੇ ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨਸ ਨੇਗੀਆਂ, ਇੰਨੇ ਲੋਕਾਂ ਦੀ ਜਿਹੜੇ ਲੋੜਾਂ ਨੇਗੀਆਂ, ਰਿਕੁਆਇਰਮੈਂਟਸ ਨੇਗੀਆਂ, ਉਮੀਦਾਂ ਨੇਗੀਆਂ, ਬਹੁਤ ਵੱਖਰੀਆਂ ਨੇਗੀਆਂ। ਤਾਂ ਇਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸੰਵਿਧਾਨ ਕੀ ਹੈ, ਦੇਖੋ ਇੱਕ ਸੈੱਟ ਆਫ ਰੂਲਸ ਹੈਗਾ, ਠੀਕ ਹੈ ਨਾ। ਮੰਨ ਲਓ ਆਪਾਂ 5-10 ਬੰਦੇ ਹਾਂ ਆਪਾਂ, ਠੀਕ ਹੈ। ਆਪਾਂ ਨੇ 10 ਬੰਦਿਆਂ ਨੇ ਕੋਈ ਟ੍ਰਿਪ ਪਲਾਨ ਕੀਤਾ, ਤਾਂ ਟ੍ਰਿਪ ਪਲਾਨ ਕਰਦੇ ਹੋਏ ਹੋ ਸਕਦਾ ਆਪਾਂ ਨੂੰ ਕੋਈ ਬੰਦਾ ਕਹਿ ਰਿਹਾ ਮੈਂ ਇੱਧਰ ਜਾਣਾ, ਕੋਈ ਕਹਿੰਦਾ ਮੈਂ ਸ਼ਿਮਲਾ ਜਾਣਾ, ਕੋਈ ਕਹਿੰਦਾ ਮੈਂ ਗੋਆ ਜਾਣਾ। ਤਾਂ ਡਿਫਰੈਂਟ ਆਪਣੇ ਸੁਝਾਅ ਹੋ ਸਕਦੇ ਨੇ, ਠੀਕ ਹੈ। ਬਟ ਆਪਾਂ ਨੂੰ ਇੱਕ ਕਾਮਨ ਮਿਨੀਮਮ 'ਤੇ ਫਿਰ ਪਹੁੰਚਣਾ ਪਏਗਾ ਕਿ ਚਲੋ ਆਪਾਂ ਐਂ ਕਰਦੇ ਹਾਂ, ਟਰੈਕਿੰਗ ਵੀ ਕਰਾਂਗੇ ਤਾਂ ਆਪਾਂ ਇਹ ਹਿਲ ਸਟੇਸ਼ਨ 'ਤੇ ਚੱਲਾਂਗੇ। ਤਾਂ ਆਪਾਂ 10 ਬੰਦੇ ਜਾਂ 5 ਬੰਦੇ ਇੱਕ ਛੋਟੀ ਜਿਹੀ ਇੱਕ ਮਿਨੀਮਮ ਆਪਣਾ ਬੇਸ ਬਣਾ ਲਾਂਗੇ ਕਿ ਇਹ ਚੀਜ਼ਾਂ ਤਾਂ ਆਪਾਂ ਕਰਾਂਗੇ, ਠੀਕ ਹੈ। ਫਿਰ ਆਪਾਂ ਸਟੇਸ਼ਨ ਡਿਸਾਈਡ ਕਰ ਸਕਦੇ ਹਾਂ।
ਉਸੇ ਤਰ੍ਹਾਂ ਆਪਾਂ ਕੁਛ ਰੂਲਸ ਬਣਾ ਲਾਂਗੇ ਵੀ ਹਾਂ ਆਪਾਂ ਇਹ ਚੀਜ਼ਾਂ ਕਰਾਂਗੇ। ਅਤੇ ਜਿਹੜਾ ਸੰਵਿਧਾਨ ਹੈ ਉਹ ਵੀ ਇੱਕ ਰੂਲਸ ਨੇਗੇ। ਆਪਾਂ ਲੋਕਾਂ ਨੇ ਆਪਣੇ ਦੇਸ਼ ਨੇ ਜਾਂ ਆਪਣੇ ਜਿਹੜੇ ਲੀਡਰਸ ਨੇ ਉਹਨਾਂ ਨੇ ਕੀ ਸੋਚਿਆ ਕਿ ਆਪਾਂ ਐਡੇ ਵੱਡੇ ਦੇਸ਼ ਨੂੰ ਚਲਾਉਣ ਵਾਸਤੇ, ਜਿੱਥੇ ਕਿ ਇੰਨੀਆਂ ਡਾਇਵਰਸਿਟੀਜ਼ ਨੇਗੀਆਂ, ਉਹਨਾਂ ਨੂੰ ਚਲਾਉਣ ਵਾਸਤੇ ਕੁਛ ਬੇਸਿਕ ਮਿਨੀਮਮ ਜਿਹੜੇ ਰੂਲਸ ਨੇਗੇ ਉਹ ਰਿਕਗਨਾਈਜ਼ ਕਰ ਲਏ ਕਿ ਹਾਂ ਆਪਾਂ ਇਹ ਰੂਲਸ ਮੰਨ ਕੇ ਆਪਾਂ ਦੇਸ਼ ਨੂੰ ਚਲਾਵਾਂਗੇ। ਠੀਕ ਹੈ, ਤਾਂ ਸੈੱਟ ਆਫ ਰੂਲਸ ਹੈ ਜਿਹੜਾ ਸੰਵਿਧਾਨ ਹੈਗਾ। ਠੀਕ ਹੈ, ਇਹੀ ਬੈਕਗਰਾਊਂਡ ਆਪਾਂ ਨੇ ਕਿੱਥੋਂ ਲਿਆ, ਲੋੜਾਂ ਦਾ ਆਪਾਂ ਨੇ ਕਿੱਥੋਂ ਬੈਕਗਰਾਊਂਡ ਲਿਆ ਕਿ ਕਿਹੜੇ ਲੋਕਾਂ ਨੂੰ ਕਿਸ ਚੀਜ਼ ਦੀਆਂ ਲੋੜਾਂ ਨੇਗੀਆਂ। ਕਿਉਂਕਿ ਆਪਣੀ ਦੇਖੋ ਸੋਸਾਇਟੀ ਜਿਹੜੀ ਸੱਭਿਅਤਾ ਹੈਗੀ, ਸਿੰਧੂ ਘਾਟੀ ਸੱਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ ਤੋਂ 2000-3000 ਸਾਲ ਪੁਰਾਣੀ, 4000 ਸਾਲ ਪੁਰਾਣੀ ਆਪਣੀ ਸੱਭਿਅਤਾ ਹੈਗੀ। ਠੀਕ ਹੈ ਨਾ, ਤਾਂ ਆਪਣੇ 'ਚ ਬਹੁਤ ਸਾਰੀਆਂ ਡਾਇਵਰਸਿਟੀਜ਼ ਆ ਚੁੱਕੀਆਂ ਸੀਗੀਆਂ ਹੁਣ ਤੱਕ, ਜਦੋਂ ਤੱਕ ਕੌਂਸਟੀਟਿਊਸ਼ਨ ਬਣਨਾ ਸੀਗਾ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਸੰਵਿਧਾਨ ਬਣਾਉਂਦੇ ਹੋਏ ਸਾਰਾ ਕੁਛ ਇੰਕਲੂਡ ਕੀਤਾ। ਠੀਕ ਹੈ, ਚਲੋ ਆਪਾਂ ਉਹੀ ਚੀਜ਼ਾਂ ਪੜ੍ਹਾਂਗੇ। ਬੈਕਗਰਾਊਂਡ ਤੋਂ ਬਾਅਦ ਇਹਦੀ ਡਰਾਫਟਿੰਗ ਕਿਵੇਂ ਹੋਈ, ਉਹੀ ਡਰਾਫਟਿੰਗ ਮਤਲਬ ਕਿੱਦਾਂ ਬਣਿਆ ਗਿਆ ਹੌਲੀ ਹੌਲੀ। ਠੀਕ ਹੈ, ਸਟਰਕਚਰ ਦੀ ਗੱਲ ਕਰੀਏ ਆਪਾਂ, ਸਟਰਕਚਰ ਦੀ ਗੱਲ ਕਰੀਏ, ਸਟਰਕਚਰ ਦੇ ਵਿੱਚ ਉਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਜਿਵੇਂ ਨੋਰਮਲ ਬੁੱਕਸ ਹੁੰਦੀ ਹੈ ਕੋਈ, ਉਹਦੇ ਵਿੱਚ ਡਿਫਰੈਂਟ ਪਾਰਟਸ ਹੁੰਦੇ ਨੇ, ਸ਼ੈਡਿਊਲਸ ਹੁੰਦੇ ਨੇ। ਸ਼ੈਡਿਊਲ ਮਤਲਬ ਸਿੰਪਲੀ ਇੱਕ ਅਟੈਚਮੈਂਟ, ਜਿਵੇਂ ਆਪਾਂ ਕੋਈ ਈਮੇਲ ਕਰਦੇ ਹਾਂ, ਈਮੇਲ ਦੇ ਨਾਲ ਆਪਾਂ ਕੋਈ PDF ਅਟੈਚ ਕਰ ਦਿੰਦੇ ਹਾਂ ਜਾਂ ਕੋਈ ਵਰਡ ਫਾਈਲ ਅਟੈਚ ਕਰਦੇ ਹਾਂ, ਦੈਟ ਇਜ਼ ਵਾਟ ਵੀ ਕਾਲ ਅਟੈਚਮੈਂਟ ਐਂਡ ਦੈਟ ਇਜ਼ ਵਾਟ ਵੀ ਕਾਲ ਹੇਅਰ ਐਜ਼ ਸ਼ੈਡਿਊਲ। ਠੀਕ ਹੈ, ਜਿਸ ਚੀਜ਼ ਨੂੰ ਆਪਾਂ ਅਟੈਚਮੈਂਟ ਕਹਿੰਦੇ ਈਮੇਲ ਦੇ ਵਿੱਚ, ਕੌਂਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ ਉਸ ਨੂੰ ਆਪਾਂ ਸ਼ੈਡਿਊਲਸ ਕਹਿੰਦੇ ਹਾਂ। ਠੀਕ ਹੈ, ਜੀਓ ਫਾਈਬਰ ਔਰ ਏਅਰਟੈਲ ਲਗਵਾਓ, ਕੋਈ ਗੱਲ ਨਹੀਂ, ਸਾਨੂੰ ਬਲੌਗ ਦਾ ਨਹੀਂ ਪਤਾ ਜੀ ਅੰਕੁਰ। ਬਿਲਕੁਲ ਠੀਕ ਹੈ ਜੀ, ਚਲੋ ਕੋਈ ਗੱਲ ਨਹੀਂ। ਵੀਡੀਓ ਸਟਰੀਮ ਤਾਂ ਪ੍ਰੋਪਰਲੀ ਹੋ ਰਹੀ ਹੋਏਗੀ ਨਾ, ਵੀਡੀਓ ਸਟਰੀਮ ਪ੍ਰੋਪਰਲੀ ਹੋ ਰਹੀ ਹੈ। ਏਅਰਟੈਲ ਹੈ ਫਿਰ ਵੀ ਰੇਂਜ ਨਹੀਂ। ਹਾਊ ਮੈਨੀ ਵਰਡ ਇਨ ਦ ਕੌਂਸਟੀਟਿਊਸ਼ਨ, ਹਾਊ ਮੈਨੀ ਵਰਡ, ਕਿੰਨੇ ਸ਼ਬਦ ਨੇ ਕੌਂਸਟੀਟਿਊਸ਼ਨ ਦੇ ਵਿੱਚ? ਨਹੀਂ ਇਹ ਕੋਈ ਕੁਐਸਚਨ ਨਹੀਂ ਹੈਗਾ। ਨੌਲੇਜ ਸਟਰੈਂਥ, ਜੀਓ ਲੋ, ਮੇਰੀ ਵੀਡੀਓ ਤਾਂ ਸਟਰੀਮ ਹੋ ਰਹੀ ਹੈ ਪ੍ਰੋਪਰਲੀ। ਕਿਸ ਦੀ ਗੱਲ ਕਰ ਰਹੇ ਹੋ ਤੁਸੀਂ? ਜੀਓ ਲੈਣ ਦੀ? ਪੜ੍ਹ ਦਿਓ, ਡਿਸਟਰਬ ਨਾ ਕਰੋ। ਬਿਲਕੁਲ ਪਲੀਜ਼ ਫੋਕਸ ਕਰੋ। ਦੇਖੋ ਪਤਾ ਕੀ ਹੈ, ਇਹ ਜਿਹੜੇ ਲਾਈਵ ਸੈਸ਼ਨਸ ਨੇਗੇ, ਫ੍ਰੀ ਲਾਈਵ ਸੈਸ਼ਨਸ ਨੇਗੇ, ਉਹ ਤੁਹਾਨੂੰ ਪਟਵਾਰੀ ਦੇ ਐਗਜ਼ਾਮ ਤੱਕ ਜਾਂ ਨੈਬ ਤਹਿਸੀਲਦਾਰ ਦੇ ਐਗਜ਼ਾਮ ਤੱਕ ਮਿਲਣਗੇ। ਬਟ ਜੇ ਤੁਸੀਂ ਦੇਖੋ ਡੈਡੀਕੇਟਡ ਸਟੱਡੀ ਕਰਨੀ ਹੈਗੀ, ਠੀਕ ਹੈ ਨਾ, ਤਾਂ ਸਾਡੇ ਗਿਲਸ ਮੈਂਟੋਰ ਦੀ ਐਪਲੀਕੇਸ਼ਨ 'ਤੇ ਸਪੈਸ਼ਲ ਕੋਰਸਿਸ ਨੇਗੇ ਜੋ ਕਿ ਡੈਡੀਕੇਟਡ ਤਿਆਰੀ ਕਰਵਾਵਾਂਗੇ ਆਪਾਂ। ਠੀਕ ਹੈ ਨਾ, ਤਾਂ ਹੁਣ ਤੁਸੀਂ ਬਿਲਕੁਲ ਫ੍ਰੀ ਦੇਖ ਰਹੇ ਹੋ ਇਸ ਚੀਜ਼ਾਂ ਨੂੰ, ਤਾਂ ਪਲੀਜ਼ ਯੂਟੀਲਾਈਜ਼ ਕਰੋ। ਠੀਕ ਹੈ ਨਾ, ਵੈਲਿਊ ਕਰੋ ਇਸ ਚੀਜ਼ਾਂ ਦੀ। ਬਾਕੀ ਸਾਰਾ ਕੁਛ ਆਪਾਂ ਬਾਅਦ ਦੇ ਵਿੱਚ ਡਿਸਕਸ ਕਰ ਲਾਂਗੇ। ਜੀਓ ਫਾਈਬਰ ਵੀ ਲਵਾ ਲਾਂਗੇ। ਤੁਸੀਂ ਪਲੀਜ਼ ਇੱਕ ਵਾਰੀ ਕਲਾਸ 'ਤੇ ਧਿਆਨ ਦਿਓ। ਠੀਕ ਹੈ, ਹਾਂਜੀ ਸਹੀ ਚੱਲ ਰਹੀ ਹੈ ਵੀਡੀਓ, ਬਿਲਕੁਲ ਰੀਤ। ਠੀਕ ਹੈ ਜੀ, ਓਕੇ। ਡਰਾਫਟਿੰਗ ਸਟਰਕਚਰ ਦੀ ਗੱਲ ਕਰੀਏ, ਇਹ ਸਾਰਾ ਕੁਛ ਹੈਗਾ। ਠੀਕ ਹੈ ਨਾ, ਹੁਣ ਦੇਖੋ ਸੰਵਿਧਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੈੱਟ ਆਫ ਰੂਲਸ ਹੈਗਾ। ਠੀਕ ਹੈ ਨਾ, ਤਾਂ ਜਿਹੜਾ ਗਵਰਨਮੈਂਟ ਹੈ, ਸਰਕਾਰ ਨੂੰ ਚਲਾਉਣ ਵਾਸਤੇ ਕੁਛ ਰੂਲਸ ਨੇਗੇ, ਉਹ ਵੀ ਜਿਹੜਾ ਸੰਵਿਧਾਨ ਦੇ ਵਿੱਚ ਆ ਜਾਊਗਾ। ਸਿਸਟਮ ਆਫ ਗਵਰਨਮੈਂਟ, ਠੀਕ ਹੈ, ਸਿਸਟਮ ਆਫ ਗਵਰਨਮੈਂਟ। ਚਲੋ, ਸੇਲੀਐਂਟ ਫੀਚਰਸ ਕੀ ਹੋ ਸਕਦੇ ਨੇਗੇ? ਠੀਕ ਹੈ, ਮਤਲਬ ਤੁਸੀਂ ਕਹੋ ਵੀ ਆਪਾਂ ਨੂੰ ਇਕੁਐਲਿਟੀ ਮਿਲੀ ਹੋਈ ਹੈ ਸੰਵਿਧਾਨ ਦੇ ਵਿੱਚ, ਲਿਬਰਟੀ ਮਿਲੀ ਹੋਈ ਹੈਗੀ। ਠੀਕ ਹੈ, ਸੈਕੂਲਰਿਜ਼ਮ ਮਿਲੀ ਹੋਈ ਹੈ। ਸੈਕੂਲਰਿਜ਼ਮ ਮਤਲਬ ਕੀ ਹੈ? ਧਰਮ ਨਿਰਪੱਖਤਾ। ਮਤਲਬ ਕੋਈ ਇੱਕ ਧਰਮ ਨੂੰ ਸਾਡੇ ਦੇਸ਼ ਦੇ ਵਿੱਚ ਦੂਸਰੇ ਧਰਮਾਂ ਨਾਲੋਂ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ। ਠੀਕ ਹੈ ਨਾ, ਸਾਰੇ ਧਰਮਾਂ ਨੂੰ ਬਰਾਬਰ ਹੀ ਤਵੱਜੋ ਮਿਲਦੀ ਹੈ ਸਾਡੇ ਦੇਸ਼ ਦੇ ਵਿੱਚ। ਇਹਨੂੰ ਮਤਲਬ ਇਹ ਕੁਛ ਸੇਲੀਐਂਟ ਫੀਚਰਸ ਨੇਗੇ। ਇੱਕ ਹੋਰ ਸੇਲੀਐਂਟ ਫੀਚਰ ਕੀ ਹੈ? ਫੈਡਰਲਿਜ਼ਮ ਦਾ ਮਤਲਬ ਕੀ ਹੈਗਾ? ਮੰਨ ਲਓ ਜਿਵੇਂ ਸੈਂਟਰ ਸਰਕਾਰ ਹੈਗੀ ਹੈ, ਸਟੇਟ ਸਰਕਾਰ ਹੈਗੀ ਹੈ। ਠੀਕ ਹੈ ਨਾ, ਜਿਹੜੇ ਡਿਫਰੈਂਟ ਲੈਵਲ ਦੀਆਂ ਸਰਕਾਰਾਂ ਹੁੰਦੀਆਂ ਨੇ, ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਫੈਡਰਲਿਜ਼ਮ। ਠੀਕ ਹੈ ਨਾ, ਤਾਂ ਇਹ ਵੀ ਕੁਛ ਨਾ ਕੁਛ ਸੇਲੀਐਂਟ ਫੀਚਰਸ ਨੇ। ਮਤਲਬ ਕੀ ਹੈ? ਇੰਪੋਰਟੈਂਟ ਬਿੰਦੂ ਨੇ ਸਾਡੇ ਸੰਵਿਧਾਨ ਦੇ। ਠੀਕ ਹੈ, ਕੌਂਸਟੀਟਿਊਸ਼ਨ ਆਫ ਇੰਡੀਆ। ਚੇਂਜਿੰਗ ਦ ਕੌਂਸਟੀਟਿਊਸ਼ਨ। ਹੁਣ ਦੇਖੋ ਸਮਾਜ ਦੀਆਂ ਜਿਹੜੇ ਲੋੜਾਂ ਨੇਗੀਆਂ, ਸਮਾਜ ਦੀਆਂ ਰਿਕੁਆਇਰਮੈਂਟਸ ਨੇ, ਉਹ ਟਾਈਮ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ। ਠੀਕ ਹੈ ਨਾ, ਪਹਿਲਾਂ ਸਾਡੇ ਏਂਸ਼ੀਅੰਟ ਸਮੇਂ ਦੇ ਵਿੱਚ, ਏਂਸ਼ੀਅੰਟ ਭਾਰਤ ਦੇ ਵਿੱਚ ਸਤੀ ਪ੍ਰਥਾ ਹੁੰਦੀ ਸੀਗੀ, ਉਹ ਬੜੀ ਕਾਮਨ ਹੁੰਦੀ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਸਤੀ ਪ੍ਰਥਾ ਨੂੰ ਕੋਈ ਸਮਾਜਿਕ ਤੌਰ 'ਤੇ ਕੋਈ ਅਪਰੂਵਲ ਨਹੀਂ ਹੈ। ਠੀਕ ਹੈ ਨਾ, ਅਸੀਂ ਅਪਰੂਵਲ ਨਹੀਂ ਕਰ ਸਕਦੇ ਚੀਜ਼ ਨੂੰ। ਤਾਂ ਸਮਾਜ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਵਿਦ ਟਾਈਮ ਚੇਂਜ ਹੁੰਦੀਆਂ ਰਹਿੰਦੀਆਂ ਨੇ। ਠੀਕ ਹੈ ਨਾ, ਅਤੇ ਜਿਹੜਾ ਸੰਵਿਧਾਨ ਆਪਾਂ ਬਾਰ ਮੈਂ ਇਹੀ ਗੱਲ ਕਹਿ ਰਿਹਾ ਕਿ ਸਮਾਜ ਤੋਂ ਹੀ ਬਣਿਆ ਹੋਇਆ। ਠੀਕ ਹੈ ਨਾ, ਸਮਾਜ ਦੀਆਂ ਲੋੜਾਂ ਤੋਂ ਹੀ ਬਣਿਆ ਹੋਇਆ। ਤਾਂ ਜਦੋਂ ਰਿਕੁਆਇਰਮੈਂਟਸ ਹੀ ਬਦਲ ਗਈਆਂ ਤਾਂ ਸੰਵਿਧਾਨ ਨੂੰ ਬਦਲਣ ਦੀ ਵੀ ਲੋੜ ਪੈ ਸਕਦੀ ਹੈ। ਤਾਂ ਸਾਡੇ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਵੀ ਹੈਗੀ ਹੈ ਵੀ ਅਸੀਂ ਉਹਨੂੰ ਬਦਲ ਸਕਦੇ ਹਾਂ ਵਿਦ ਟਾਈਮ। ਠੀਕ ਹੈ, ਬੈਕਗਰਾਊਂਡ ਦੀ ਆਪਾਂ ਗੱਲ ਕਰੀਏ, ਦੇਖੋ ਇਹ ਸਾਰੇ ਆਪਣੇ ਸਬ ਪੁਆਇੰਟ ਸੀਗੇ, ਬੈਕਗਰਾਊਂਡ, ਡਰਾਫਟਿੰਗ, ਸਟਰਕਚਰ। ਠੀਕ ਹੈ, ਹੁਣ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ। ਪਹਿਲਾ ਬੈਕਗਰਾਊਂਡ ਹੈ। ਦੇਖੋ ਸੰਵਿਧਾਨ ਦੇ ਵਿੱਚ ਸਭ ਤੋਂ ਪਹਿਲਾਂ ਹੀ ਜਿਹੜੀ ਡੇਟ ਲਿਖੀ ਹੋਈ ਹੈਗੀ, ਅਸੀਂ ਇਹਨੂੰ 26 ਨਵੰਬਰ 1949 ਨੂੰ ਅਡੋਪਟ ਕੀਤਾ। ਠੀਕ ਹੈ, ਇਹ ਐਗਜ਼ੈਕਟ ਡੇਟ ਸੰਵਿਧਾਨ ਦੇ ਵਿੱਚ ਵੀ ਲਿਖੀ ਹੋਈ ਹੈਗੀ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਅਸੀਂ ਸੰਵਿਧਾਨ ਆਪਣਾ ਰਿਪਬਲਿਕ ਡੇ ਹੈ
ਉਹ ਕਦੋਂ ਸੈਲੀਬ੍ਰੇਟ ਕਰਦੇ ਆ, 26 ਜਨਵਰੀ ਨੂੰ ਸੈਲੀਬ੍ਰੇਟ ਕਰਦੇ ਆ, ਠੀਕ ਹੈ। ਤਾਂ ਜਿਹੜਾ ਐਕਚੁਅਲ 'ਚ ਇਟ ਕੇਮ ਇਨਟੂ ਫੋਰਸ ਜਦੋਂ ਇਹ ਲਾਗੂ ਹੋਇਆ ਸੀ ਉਹ 26 ਜਨਵਰੀ ਨੂੰ ਹੀ ਹੋਇਆ ਸੀਗਾ, 26 ਜਨਵਰੀ 1950 ਨੂੰ, ਠੀਕ ਹੈ। ਬਟ ਐਕਚੁਅਲ 'ਚ ਜਦੋਂ ਅਡੋਪਟ ਹੋਇਆ ਸੀਗਾ, ਜਦੋਂ ਕੰਪਲੀਟ ਬਣ ਕੇ ਤਿਆਰ ਹੋ ਗਿਆ ਸੀ, ਉਹ ਕੁਛ ਮਹੀਨੇ ਪਹਿਲਾਂ ਹੀ ਤਿਆਰ ਹੋ ਗਿਆ ਸੀ। 26 ਜਨਵਰੀ 1950 ਤੋਂ ਬਾਅਦ 'ਚ ਹੋਊਗੀ ਨਾ ਡੇਟ, ਦੇਖੋ ਜਿਹੜੀ 26 ਜਨਵਰੀ 1950 ਇਸ ਤੋਂ ਬਾਅਦ 'ਚ ਆਏਗੀ, ਬਟ ਉਦੋਂ 2-3 ਮਹੀਨੇ ਪਹਿਲਾਂ ਹੀ ਅਸੀਂ ਨੱਕੀ ਕਰ ਲਿਆ ਸੀ ਕਿ ਹਾਂ ਇਹ ਅਸੀਂ ਸੰਵਿਧਾਨ ਲਵਾਂਗੇ। ਉਹ 26 ਜਨਵਰੀ ਡੇਟ ਡਿਸਾਈਡ ਕਰਨ ਦਾ ਇੱਕ ਹੋਰ ਮਤਲਬ ਵਜ੍ਹਾ ਸੀਗੀ, ਇੱਕ ਹੋਰ ਉਹਦਾ ਰੀਜ਼ਨ ਸੀਗਾ, ਜਿਹੜਾ ਕਿ ਆਪਾਂ ਅੱਗੇ ਵਿਦ ਟਾਈਮ ਪੜ੍ਹਾਂਗੇ, ਕਿਉਂਕਿ ਉਹ 1930 ਦੇ ਵਿੱਚ 1929 ਦੇ ਵਿੱਚ ਕੋਈ ਘਟਨਾ ਹੋਈ ਸੀ, ਉਹਦੇ ਕਰਕੇ ਅਸੀਂ 26 ਜਨਵਰੀ ਡੇਟ ਨੂੰ ਲਿਆ ਗਿਆ, ਠੀਕ ਹੈ। ਬਟ ਜੋ ਡੇਟ ਸੰਵਿਧਾਨ ਦੇ ਵਿੱਚ ਲਿਖੀ ਹੋਈ ਹੈ ਉਹ 26 ਜਨਵਰੀ 1949 ਹੈਗੀ, ਕਿ ਅਸੀਂ ਇਸ ਡੇਟ ਨੂੰ ਜਿਹੜਾ ਸੰਵਿਧਾਨ ਹੈ ਉਹ ਅਸੀਂ ਅਡੋਪਟ ਕੀਤਾ, ਠੀਕ ਹੈ। ਐਂਡ ਇਟ ਕੇਮ ਇਨਟੂ ਫੋਰਸ ਅਗੇਨ, ਉਹੀ ਜਿਹੜੀ ਮੈਂ ਗੱਲ ਦੱਸ ਕੇ ਹਟਿਆ ਕਿ 26 ਜਨਵਰੀ 1950 ਨੂੰ, ਠੀਕ ਹੈ। ਪ੍ਰੋਕਲੇਮਿੰਗ ਇੰਡੀਆ ਟੂ ਬੀ ਅ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ। ਸੋਵਰਨ ਦਾ ਮਤਲਬ ਕੀ ਹੈ, ਉਹ ਦੇਸ਼ ਜਿਸ ਦੇ ਉੱਪਰ ਕਿਸੇ ਹੋਰ ਤਾਕਤ ਦਾ, ਹੋਰ ਪਾਵਰ ਦਾ ਕੋਈ ਅਧਿਕਾਰ ਨਾ ਹੋਵੇ। ਹੁਣ ਦੇਖੋ ਭਾਰਤ ਆਪਣੇ ਆਪ ਦੇ ਵਿੱਚ ਇੱਕ ਸੁਪਰੀਮ ਪਾਵਰ ਹੈਗੀ, ਇੱਕ ਵੱਡੀ ਪਾਵਰ ਹੈਗੀ, ਤਾਂ ਕੋਈ ਹੋਰ ਦੇਸ਼ ਜਾਂ ਕੋਈ ਹੋਰ ਸੰਸਥਾ, ਇੰਟਰਨੈਸ਼ਨਲ ਸੰਸਥਾ ਸਾਡੇ ਦੇ ਉੱਪਰ ਕੋਈ ਦਬਾਅ ਨਹੀਂ ਪਾ ਸਕਦੀ, ਲੀਗਲੀ ਦਬਾਅ ਨਹੀਂ ਪਾ ਸਕਦੀ, ਠੀਕ ਹੈ ਨਾ। ਮੋਰਲੀ ਤਾਂ ਠੀਕ ਹੈ, ਬੰਦਾ ਕੁਛ ਵੀ ਕਹਿ ਸਕਦਾ, ਯੂਨਾਈਟਡ ਨੇਸ਼ਨਸ ਕੁਛ ਵੀ ਕਹਿ ਸਕਦਾ, ਬਟ ਸਾਡੇ 'ਤੇ ਕੋਈ ਲੀਗਲੀ ਇਹਦਾ ਕੋਈ ਇਨਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਭਾਰਤ ਨੂੰ ਇਹੀ ਕਰਨਾ ਪਏਗਾ, ਉਹੀ ਕਰਨਾ ਪਏਗਾ। ਤਾਂ ਸਾਨੂੰ ਇੱਦਾਂ ਕੁਛ ਨਹੀਂ, ਕੋਈ ਨਹੀਂ ਕਹਿ ਸਕਦਾ, ਠੀਕ ਹੈ ਨਾ। ਤਾਂ ਭਾਰਤ ਇੱਕ ਸੋਵਰਨ ਕੰਟਰੀ ਹੈ, ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵੱਡਾ ਪਾਵਰਫੁਲ ਕੰਟਰੀ ਹੈ, ਠੀਕ ਹੈ। ਸਾਰੇ ਦੇਸ਼ ਨੇ ਜਿਹੜੇ ਉਹ ਆਪਣੇ ਆਪ 'ਚ ਸੋਵਰਨ ਹੁੰਦੇ ਨੇ, ਠੀਕ ਹੈ ਨਾ। ਡੈਮੋਕ੍ਰੈਟਿਕ ਉਹੀ ਕਿ ਲੋਕਤੰਤਰ ਹੈ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰਾਂ ਬਣਦੀਆਂ ਨੇ ਇੱਥੇ, ਠੀਕ ਹੈ ਨਾ। ਰਿਪਬਲਿਕ ਦਾ ਕੀ ਮਤਲਬ ਹੈ, ਰਿਪਬਲਿਕ ਦਾ ਕੀ ਮਤਲਬ ਹੈ ਕਿ ਜਿਹੜਾ ਸਾਡਾ ਹੈਡ ਆਫ ਸਟੇਟ ਹੈਗਾ, ਹੁਣ ਦੇਖੋ ਇੰਗਲੈਂਡ ਹੈਗਾ, ਇੰਗਲੈਂਡ ਦੇ ਵਿੱਚ ਰਾਣੀ ਹੈਗੀ ਕੁਈਨ ਐਲਿਜ਼ਾਬੈਥ, ਠੀਕ ਹੈ। ਸਾਡੇ ਦੇਸ਼ ਦੇ ਵਿੱਚ ਕੋਈ ਰਾਜਾ ਰਾਣੀ ਦਾ ਕਨਸੈਪਟ ਨਹੀਂ ਹੈਗਾ, ਪਹਿਲਾਂ ਸੀਗੇ, ਬਟ ਹੁਣ ਕਿਉਂਕਿ ਅਸੀਂ ਰਿਪਬਲਿਕ ਕੰਟਰੀ ਹਾਂ, ਰਿਪਬਲਿਕ ਦਾ ਇਹੀ ਮਤਲਬ ਹੈ ਕਿ ਸਾਡੇ ਦੇਸ਼ ਦਾ ਕੋਈ ਰਾਜਾ ਰਾਣੀ ਨਹੀਂ ਹੈ, ਬਟ ਜਿਹੜਾ ਸਾਡਾ ਹੈੱਡ ਹੈਗਾ ਉਹ ਇਲੈਕਟਡ ਹੋਏਗਾ, ਠੀਕ ਹੈ ਨਾ। ਅਸੀਂ ਉਹਨੂੰ ਇਲੈਕਸ਼ਨ ਕਰਕੇ ਬਿਠਾਵਾਂਗੇ। ਸਾਡੇ ਪ੍ਰੈਸੀਡੈਂਟ ਨੇ ਜਿਹੜੇ ਰਾਸ਼ਟਰਪਤੀ ਨੇ ਉਹ ਇਲੈਕਟਡ ਨੇਗੇ, ਹੈਡ ਆਫ ਸਟੇਟ ਨੇਗੇ, ਬਟ ਉਹ ਇਲੈਕਟਡ ਨੇ, ਠੀਕ ਹੈ। ਤਾਂ ਰਿਪਬਲਿਕ ਦਾ ਇਹੀ ਮਤਲਬ ਹੈ ਕਿ ਜਿਹੜਾ ਹੈਡ ਆਫ ਸਟੇਟ ਹੋਏਗਾ ਉਹ ਇਲੈਕਸ਼ਨ ਦੇ ਨਾਲ ਬਣੇਗਾ, ਠੀਕ ਹੈ। ਕੋਈ ਰਾਜਾ ਰਾਣੀ ਨਹੀਂ ਹੈਗਾ, ਕੋਈ ਜਨਮ ਦੇ ਨਾਲ ਨਹੀਂ ਬਣਦਾ ਹੈਗਾ, ਇਹੀ ਰਿਪਬਲਿਕ ਦਾ ਫਰਕ ਹੈ। ਤੁਸੀਂ ਧਿਆਨ ਦਿਓ, ਡੈਮੋਕ੍ਰੈਟਿਕ ਅਤੇ ਰਿਪਬਲਿਕ ਦੇ ਵਿੱਚ ਬਹੁਤ ਡਿਫਰੈਂਸ ਹੈਗਾ। ਜਿਹੜਾ ਹੁਣ ਇੰਗਲੈਂਡ ਦੀ ਗੱਲ ਕਰ ਰਿਹਾ ਸੀ ਮੈਂ, ਕੁਈਨ ਐਲਿਜ਼ਾਬੈਥ ਦੀ, ਇੰਗਲੈਂਡ ਵੀ ਇੱਕ ਲੋਕਤੰਤਰਿਕ ਦੇਸ਼ ਹੈ। ਜਿਹੜਾ UK ਹੈ, ਬ੍ਰਿਟੇਨ ਹੈ, ਉਹ ਵੀ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਬਟ ਉਹ ਰਿਪਬਲਿਕ ਨਹੀਂ ਹੈ, ਰਿਪਬਲਿਕ ਨਹੀਂ ਹੈ UK। ਇੰਡੀਆ ਕੀ ਹੈ, ਡੈਮੋਕ੍ਰੇਟਿਕ ਵੀ ਹੈ ਅਤੇ ਰਿਪਬਲਿਕ ਵੀ ਹੈ, ਦੋਨੇ ਚੀਜ਼ਾਂ ਨੇ, ਠੀਕ ਹੈ ਨਾ। ਥੋੜ੍ਹਾ ਸਮਝਣ ਦੀ ਲੋੜ ਹੈਗੀ। ਬਾਕੀ ਆਪਾਂ ਹਲੇ ਸਿਰਫ ਬਰੀਫ ਕਰ ਰਹੇ ਹਾਂ, ਜਦੋਂ ਆਪਾਂ ਹੋਰ ਡਿਟੇਲ ਦੇ ਵਿੱਚ ਕਰਾਂਗੇ ਤਾਂ ਬਹੁਤ ਅੱਛੀ ਤਰ੍ਹਾਂ ਸਮਝ ਆਏਗਾ, ਠੀਕ ਹੈ। ਹੁਣ ਅਗੇਨ ਜਦੋਂ ਆਪਾਂ ਫੈਡਰਲ, ਆਪਾਂ ਪਹਿਲਾਂ ਪੜ੍ਹ ਕੇ ਹਟਿਆ ਕਿ ਸੇਲੀਐਂਟ ਫੀਚਰਸ ਕੁਛ ਹੁੰਦੀਆਂ ਨੇ, ਤੁਹਾਨੂੰ ਮੈਂ ਕਿਹਾ ਸੀ ਵੀ ਫੈਡਰਲ ਸਿਸਟਮ ਹੁੰਦਾ ਹੈਗਾ, ਠੀਕ ਹੈ, ਯੂਨੀਅਨ ਅਤੇ ਸਟੇਟਸ ਦਾ, ਉਹੀ ਫੈਡਰਲ ਸਟਰਕਚਰ ਹੈਗਾ, ਫੈਡਰਲ ਸਟਰਕਚਰ ਆਫ ਗਵਰਨਮੈਂਟ। ਇਹ ਆਪਾਂ ਬੈਕਗਰਾਊਂਡ ਪੜ੍ਹ ਰਹੇ ਹਾਂ ਕੌਨਸਟੀਟਿਊਸ਼ਨ ਦਾ, ਸੰਵਿਧਾਨ ਦਾ ਬੈਕਗਰਾਊਂਡ ਪੜ੍ਹ ਰਹੇ ਹਾਂ, ਠੀਕ ਹੈ। ਮੋਨਾਰਕੀ ਹੈ, ਬਿਲਕੁਲ ਬਿਲਕੁਲ UK ਦੇ ਵਿੱਚ ਮੋਨਾਰਕੀ ਹੈ। ਕੈਪਟਨ ਅਮਰਿੰਦਰ ਹੈਗਾ ਜੀ, ਬਿਲਕੁਲ ਹੈਗਾ ਕੈਪਟਨ, ਬਿਲਕੁਲ ਬਿਲਕੁਲ। ਕਦੇ ਕਦੇ ਬਾਦਲ ਸਾਹਿਬ ਨੂੰ ਵੀ ਮੌਕਾ ਮਿਲ ਜਾਂਦਾ ਫਿਰ, ਠੀਕ ਹੈ ਨਾ। ਜੇ ਮੋਨਾਰਕੀ ਹੁੰਦੀ ਫਿਰ ਕੈਪਟਨ ਕਿਸੇ ਹੋਰ ਨੂੰ ਆਉਣ ਨਾ ਦਿੰਦਾ। ਚਲੋ, ਹੈਡ ਆਫ ਸਟੇਟ ਇਲੈਕਟਡ, ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਤਾਂ ਇੰਟੈਲੀਜੈਂਟ ਹੋ ਸਾਰੇ ਯਾਰ। ਚਲੋ, ਫੈਡਰਲ ਸਟਰਕਚਰ, ਠੀਕ ਹੈ। ਪ੍ਰੋਵਿੰਸ਼ੀਅਲ ਅਟੋਨਮੀ, ਪ੍ਰੋਵਿੰਸ਼ੀਅਲ ਅਟੋਨਮੀ ਕੀ ਹੈ ਕਿ ਜਿਵੇਂ ਹੁਣ ਭਾਰਤ ਸਰਕਾਰ ਵੀ ਹੈ, ਜਿਹੜੀ ਕੇਂਦਰ ਸਰਕਾਰ ਵੀ ਹੈ, ਉਹ ਜਿਹੜੇ ਸਟੇਟ ਗਵਰਨਮੈਂਟਸ ਨੇ ਉਹਨਾਂ 'ਤੇ ਹਰ ਚੀਜ਼ ਥੋਪ ਨਹੀਂ ਸਕਦੀ, ਠੀਕ ਹੈ ਨਾ। ਤਾਂ ਪ੍ਰੋਵਿੰਸ਼ੀਅਲ ਅਟੋਨਮੀ, ਪ੍ਰੋਵਿੰਸੀ ਦਾ ਮਤਲਬ ਸਟੇਟਸ ਸਿੰਪਲੀ, ਠੀਕ ਹੈ। ਸਟੇਟਸ ਮਤਲਬ ਜਿਵੇਂ ਪੰਜਾਬ ਹੋ ਗਿਆ, ਇੱਦਾਂ ਸਟੇਟਸ। ਤਾਂ ਸਟੇਟਸ ਨੂੰ ਕੁਛ ਲੈਵਲ 'ਤੇ ਅਟੋਨਮੀ ਹੈ, ਅਟੋਨਮੀ ਮਤਲਬ ਉਹ ਆਪਣੇ ਲੈਵਲ 'ਤੇ ਵੀ ਡਿਸੀਜ਼ਨਸ ਲੈ ਸਕਦੇ ਨੇ। ਓਬਵੀਅਸ ਜੀ ਗੱਲ ਹੈ, ਸਾਡੀ ਆਪਣੀ ਅਸੈਂਬਲੀ ਹੈਗੀ, ਅਸੀਂ ਆਪਣੇ ਕਾਨੂੰਨ ਬਣਾ ਸਕਦੇ ਹਾਂ, ਪੰਜਾਬ ਸਰਕਾਰ ਹੈ ਜਿਹੜੀ, ਠੀਕ ਹੈ ਨਾ, ਜਾਂ ਪੰਜਾਬ ਦੀ ਅਸੈਂਬਲੀ ਹੈ, ਤਾਂ ਕੁਛ ਨਾ ਕੁਛ ਅਟੋਨਮੀ ਹੈਗੀ ਹੈ। ਹਾਂ ਠੀਕ ਹੈ, ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ ਨੇ ਜਾਂ ਹੋਰ ਡਿਫੈਂਸ ਦੇ ਕੋਈ ਡਿਸੀਜਨਸ ਨੇ ਉਹ ਸਿਰਫ ਕੇਂਦਰ ਸਰਕਾਰ ਹੀ ਲੈ ਸਕਦੀ ਹੈ। ਇਸ ਨੂੰ ਅਸੀਂ ਫੈਡਰਲ ਸਟਰਕਚਰ ਕਹਿੰਦੇ ਹਾਂ, ਠੀਕ ਹੈ ਨਾ। ਕਿ ਕੁਛ ਜਿਹੜੇ ਡੋਮੇਨਸ ਨੇਗੀਆਂ, ਕੁਛ ਪਾਵਰਸ ਨੇ ਉਹ ਸੈਂਟਰ ਕੋਲ ਨੇ ਸਿਰਫ ਔਰ ਸਿਰਫ, ਕੁਛ ਨੇ ਜਿਹੜੀਆਂ ਸਿਰਫ ਔਰ ਸਿਰਫ ਸਟੇਟਸ ਕੋਲ ਨੇਗੀਆਂ, ਠੀਕ ਹੈ ਨਾ। ਇਹ ਆਪਾਂ ਅੱਗੇ ਪੜ੍ਹਾਂਗੇ, 7th ਸ਼ਡਿਊਲ ਆਏਗਾ ਜਿਸ ਦੇ ਵਿੱਚ ਕੀ ਪਾਵਰਾਂ ਨਿਰਧਾਰਿਤ ਕੀਤੀਆਂ ਗਈਆਂ ਨੇ, ਕਿਹੜੀਆਂ ਪਾਵਰਾਂ ਸੈਂਟਰ ਕੋਲ ਨੇ, ਕਿਹੜੀਆਂ ਪਾਵਰਾਂ ਸਟੇਟਸ ਕੋਲ ਨੇ, ਠੀਕ ਹੈ। ਤਾਂ ਇੱਥੋਂ ਹੀ ਪ੍ਰੋਵਿੰਸ਼ੀਅਲ ਅਟੋਨਮੀ ਦਾ ਕਨਸੈਪਟ ਆਉਂਦਾ ਹੈ ਕਿ ਸਟੇਟਸ ਆਪਣੇ ਲਈ ਆਪਣੇ ਆਪ ਦੇ ਵਿੱਚ ਹੀ ਆਟੋਨੋਮਸ ਨੇਗੀਆਂ ਅਤੇ ਕੁਛ ਨਾ ਕੁਛ ਡਿਸੀਜ਼ਨਸ ਆਪਣੇ ਲੈਵਲ 'ਤੇ ਵੀ ਲੈ ਸਕਦੀਆਂ ਨੇ, ਠੀਕ ਹੈ। ਬਾਈ ਕੈਮਰਲ ਸੈਂਟਰਲ ਲੈਜਿਸਲੇਚਰ। ਹੁਣ ਦੇਖੋ ਬਾਈ ਕੈਮਰਲ ਦਾ ਕੀ ਮਤਲਬ ਹੈ, ਦੇਖੋ ਬਾਈ ਤੋਂ ਹੀ ਪਹਿਲਾਂ ਤਾਂ ਆਪਾਂ ਨੂੰ ਸਮਝ ਆ ਰਿਹਾ, ਬਾਈ ਦਾ ਮਤਲਬ ਹੈ 2, ਠੀਕ ਹੈ। ਕੈਮਰਲ ਦਾ ਮਤਲਬ ਹੈ ਹਾਊਸ। ਹੁਣ ਆਪਣੇ 2 ਹਾਊਸਿਸ ਨੇਗੇ ਸੈਂਟਰ ਦੇ ਵਿੱਚ, ਲੋਕ ਸਭਾ ਅਤੇ ਰਾਜ ਸਭਾ, ਇਹ 2 ਹਾਊਸਿਸ ਨੇਗੇ, ਠੀਕ ਹੈ। ਇਸੇ ਚੀਜ਼ ਨੂੰ 2 ਹਾਊਸਿਸ ਹੋਣ ਨੂੰ ਅਸੀਂ ਆਪਾਂ ਕਹਿੰਦੇ ਹਾਂ ਬਾਈ ਕੈਮਰਲ, ਠੀਕ ਹੈ। ਤਾਂ ਜਿਹੜਾ ਪਾਰਲੀਮੈਂਟ ਹੈ, ਭਾਰਤ ਦੀ ਪਾਰਲੀਮੈਂਟ ਹੈਗੀ, ਇੰਡੀਅਨ ਪਾਰਲੀਮੈਂਟ ਹੈ ਜਾਂ ਸੰਸਦ ਹੈ ਆਪਣੀ, ਉਹ ਬਾਈ ਕੈਮਰਲ ਹੈ, ਠੀਕ ਹੈ। ਇਹੀ ਕਿਹਾ ਜਾਂਦਾ ਹੈ ਸੈਂਟਰਲ। ਅੱਛਾ ਦੱਸੋ ਕੀ ਪੰਜਾਬ ਬਾਈ ਕੈਮਰਲ ਹੈ, ਪੰਜਾਬ ਦੀ ਅਸੈਂਬਲੀ ਹੈ? ਪਲੀਜ਼ ਕਮੈਂਟ ਕਰੋ ਕਿ ਪੰਜਾਬ ਦੀ ਅਸੈਂਬਲੀ ਬਾਈ ਕੈਮਰਲ ਹੈ, ਯੂਨੀ ਕੈਮਰਲ ਹੈ। ਦੇਖੋ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਕਿ
ਜਿਹੜੀ ਸੈਂਟਰ ਹੈਗੀ ਪਾਰਲੀਮੈਂਟ ਹੈਗੀ ਉਹ ਤਾਂ ਬਾਈ ਕੈਮਰਲ ਹੈਗੀ ਹੈ ਸੈਂਟਰਲ ਲੈਵਲ 'ਤੇ, ਠੀਕ ਹੈ। ਉਹਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੈ। ਕੀ ਪੰਜਾਬ ਦੀ ਅਸੈਂਬਲੀ ਵੀ ਬਾਈ ਕੈਮਰਲ ਹੈ? ਪਲੀਜ਼ ਕਮੈਂਟ ਕਰੋ। ਅੱਜ ਸਵਾਲ ਦੀ ਕਲਾਸਿਸ ਕਮ ਹੀ ਲੱਗਿਆ ਸਵਾਲ ਦੀ। ਯੈਸ, ਆਰਟੀਕਲ 246, ਬਿਲਕੁਲ ਬਿਲਕੁਲ ਬਿਲकुल ਆਰਟੀਕਲ 246 ਅਤੇ ਉਹਦੇ ਵਿੱਚ ਨਾਲ 7th ਸ਼ਡਿਊਲ ਆਏਗਾ। ਠੀਕ ਟੂ ਰਾਜਾ ਹੀ ਹੈ, ਬਿਲकुल ਬਿਲकुल ਕੈਪਟਨ ਰਾਜਾ ਹੀ ਹੈ। ਸ਼ਕਤੀਆਂ ਇੰਡੀਆ ਕੁਆਸਾਈ ਫੈਡਰਲ, ਬਿਲकुल ਬਿਲकुल ਕੁਆਸਾਈ ਫੈਡਰਲ ਹੈ। ਕੋਆਪਰੇਟਿਵ ਫੈਡਰਲਿਜ਼ਮ ਵੀ ਕਹਿ ਦਿੰਦੇ ਹਾਂ। ਫੈਡਰਲਿਜ਼ਮ ਐਜ਼ ਸੱਚ ਇੱਕ ਅਮੈਰੀਕਨ ਕੌਨਸੈਪਟ ਹੈਗਾ, ਠੀਕ ਹੈ ਨਾ। ਤਾਂ ਆਪਾਂ ਨੇ ਮੋਡੀਫਾਈਡ ਵਰਜ਼ਨ ਐਕਸੈਪਟ ਕੀਤਾ ਹੈ। ਹਰ ਚੀਜ਼ ਆਪਾਂ ਅਮੈਰੀਕਨ ਨਹੀਂ ਬੋਰੋ ਕੀਤੀ ਹੈਗੀ। ਤਾਂ ਆਪਣੇ ਜਿਹੜੀ ਆਪਣੇ ਰਿਕੁਆਇਰਮੈਂਟਸ ਆਪਣੇ ਦੇਸ਼ ਦੀਆਂ ਸੀਗੀਆਂ, ਤਾਂ ਆਪਾਂ ਉਸ ਕੌਨਸੈਪਟ ਨੂੰ ਕੁਛ ਨਾ ਕੁਛ ਮੋਡੀਫਾਈ ਕਰਕੇ ਆਪਣੇ ਦੇਸ਼ ਦੇ ਵਿੱਚ ਲਾਗੂ ਕਰ ਲਿਆ, ਦੈਟਸ ਇਟ, ਠੀਕ ਹੈ। ਹਾਂ ਬਿਲਕੁਲ, ਨਹੀਂ ਪਵਨ ਰਾਣਾ ਜੀ, ਸਾਡੀ ਜਿਹੜੀ ਪੰਜਾਬ ਦੀ ਅਸੈਂਬਲੀ ਹੈ ਉਹ ਯੂਨੀਕੈਮਰਲ ਹੈ। ਸਾਡੇ ਪੰਜਾਬ ਦੇ ਅਸੈਂਬਲੀ ਦਾ ਸਿਰਫ ਇੱਕੋ ਹੀ ਹਾਊਸ ਹੈਗਾ, ਠੀਕ ਹੈ। ਕੁਛ ਸਟੇਟਸ ਹੈਗੇ ਨੇ ਜਿਵੇਂ ਯੂਪੀ, ਬਿਹਾਰ, ਉੱਥੇ ਬਾਈ ਕੈਮਰਲ ਅਸੈਂਬਲੀ ਹੈ, ਠੀਕ ਹੈ ਨਾ। ਸੈਂਟਰ ਲੈਵਲ 'ਤੇ ਦੇਖੋ ਇੱਕੋ ਹੀ ਪਾਰਲੀਮੈਂਟ ਹੈਗੀ, ਠੀਕ ਹੈ ਨਾ। ਉਹ ਬਾਈ ਕੈਮਰਲ ਹੈ ਸੈਂਟਰ ਲੈਵਲ 'ਤੇ ਤਾਂ। ਬਟ ਸਟੇਟਸ ਨੇ ਜਿਵੇਂ ਆਪਣੀਆਂ 28 29 ਸਟੇਟਸ ਨੇਗੀਆਂ, ਤਾਂ ਉਹਦੇ ਵਿੱਚ ਕੀ ਹੈਗਾ, ਕੁਛ ਸਟੇਟਸ ਨੇ ਜਿਹੜੀਆਂ 6-7 ਸਟੇਟਸ ਨੇ ਉਹਨਾਂ ਦੇ ਵਿੱਚ ਬਾਈ ਕੈਮਰਲ ਹੈ, 2 ਹਾਊਸਿਸ ਨੇ। ਅਤੇ ਜਿਹੜੀਆਂ ਮੈਕਸੀਮਮ ਸਟੇਟਸ ਨੇ ਉਹਨਾਂ ਦੇ ਵਿੱਚ ਸਿਰਫ ਇੱਕੋ ਹਾਊਸ ਹੈ ਯੂਨੀਕੈਮਰਲ, ਜਿਵੇਂ ਕਿ ਪੰਜਾਬ, ਠੀਕ ਹੈ। ਚਲੋ, ਕੰਸਿਸਟਿੰਗ ਆਫ ਅ ਫੈਡਰਲ ਅਸੈਂਬਲੀ, ਠੀਕ ਹੈ, ਐਂਡ ਅ ਕਾਊਂਸਲ ਆਫ ਸਟੇਟਸ। ਮਤਲਬ ਕੀ ਹੈ, ਆਹੀ ਲੋਕ ਸਭਾ, ਫੈਡਰਲ ਅਸੈਂਬਲੀ ਦਾ ਮਤਲਬ ਲੋਕ ਸਭਾ, ਕਾਊਂਸਲ ਆਫ ਸਟੇਟਸ ਦਾ ਮਤਲਬ ਰਾਜ ਸਭਾ। ਇਹ ਇੰਗਲਿਸ਼ ਨੇਮਸ ਨੇਗੇ ਲੋਕ ਸਭਾ ਅਤੇ ਰਾਜ ਸਭਾ ਦਾ। ਲੋਕ ਸਭਾ ਨੂੰ ਅਸੀਂ ਹਾਊਸ ਆਫ ਪੀਪਲ ਵੀ ਕਹਿੰਦੇ ਹਾਂ, ਰਾਜ ਸਭਾ ਨੂੰ ਅਸੀਂ ਕਾਊਂਸਲ ਆਫ ਸਟੇਟਸ ਵੀ ਕਹਿੰਦੇ ਹਾਂ, ਠੀਕ ਹੈ। ਚਲੋ, ਸੈਪਰੇਸ਼ਨ ਆਫ ਲੈਜਿਸਲੇਟਿਵ ਪਾਵਰਸ। ਜਿਹੜੇ ਲੈਜਿਸਲੇਟਿਵ ਪਾਵਰਸ ਕੀ ਹੁੰਦੀਆਂ ਨੇਗੀਆਂ? ਲਾਅ ਮੇਕਿੰਗ ਪਾਵਰਸ, ਕਾਨੂੰਨ ਬਣਾਉਣ ਦੀਆਂ ਸ਼ਕਤੀਆਂ, ਠੀਕ ਹੈ। ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੀ 7th ਸ਼ਡਿਊਲ ਦੇ ਅੰਡਰ ਤਾਂ ਪਾਵਰਸ ਡਿਸਾਈਡਡ ਨੇ, ਆਲਰੇਡੀ ਡਿਵਾਈਡਡ ਨੇ ਕਿ ਯੂਨੀਅਨ ਦੇ ਕਿਹੜੀਆਂ ਨੇ, ਸਟੇਟਸ ਦੀਆਂ ਕਿਹੜੀਆਂ ਨੇ, ਠੀਕ ਹੈ ਨਾ। ਤਾਂ ਇਹੀ ਹੈ ਸੈਪਰੇਸ਼ਨ ਆਫ ਲੈਜਿਸਲੇਟਿਵ ਪਾਵਰਸ, ਕਿ ਸੈਪਰੇਟ ਕੀਤੀਆਂ ਗਈਆਂ ਨੇ ਕਿ ਕਿਹੜੀ ਡੋਮੇਨ ਦੇ ਵਿੱਚ, ਕਿਹੜੇ ਏਰੀਆਜ਼ ਦੇ ਵਿੱਚ ਸੈਂਟਰ ਸਰਕਾਰ ਲਾਅ ਬਣਾ ਸਕਦੀ, ਕਾਨੂੰਨ ਬਣਾ ਸਕਦੀ ਹੈ, ਕਿਹੜੇ ਏਰੀਆ ਦੇ ਵਿੱਚ ਜਿਹੜੀ ਹੈ ਸਟੇਟ ਸਰਕਾਰ ਲਾਅ ਬਣਾ ਸਕਦੀ, ਠੀਕ ਹੈ। ਬਿਲਕੁਲ ਲੱਗ ਗਿਆ ਪਤਾ, ਸ਼ਕਤੀਮਾਨ, ਬਿਲकुल। ਚਲੋ, ਓਨਲੀ ਲੈਜਿਸਲੇਟਿਵ ਅਸੈਂਬਲੀ ਇਨ ਪੰਜਾਬ। ਅੱਛਾ, ਦੂਸਰਾ ਹਾਊਸ ਕਿਹੜਾ ਹੁੰਦਾ ਸਟੇਟਸ ਦੇ ਵਿੱਚ? ਇੱਕ ਹੁੰਦਾ ਲੈਜਿਸਲੇਟਿਵ ਕਾਊਂਸਲ। ਕਈ ਜਿਹੜੇ ਸਟੇਟਸ ਬਾਈ ਕੈਮਰਲ ਨੇ ਲੈਜਿਸਲੇਚਰ, ਤਾਂ ਉਹਨਾਂ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਐਂਡ ਲੈਜਿਸਲੇਟਿਵ ਕਾਊਂਸਲ, ਦੈਟਸ ਇਟ। ਚਲੋ, ਬਿਟਵੀਨ ਸੈਂਟਰ ਐਂਡ ਸਟੇਟ ਸਮ ਆਫ ਦਾ ਪ੍ਰੋਵੀਜ਼ਨਸ ਐਕਟ ਵਿਚ ਆਰ ਪ੍ਰੈਜ਼ੈਂਟ ਇਨ ਕੌਂਸਟੀਟਿਊਸ਼ਨ। ਚਲੋ ਯੂਨੀਅਨ 98, ਬਿਲकुल ਐਕਚੁਅਲੀ 98 ਨਹੀਂ, ਹੁਣ ਘੱਟ ਗਈਆਂ ਥੋੜ੍ਹੀਆਂ ਜਿਹੀਆਂ। ਕਿਸੇ ਬੁੱਕ ਮੈਕਸੀਮਮ ਬੁੱਕਸ ਦੇ ਵਿੱਚ, ਈਵਨ ਕੋਈ ਬੁੱਕ ਦੇ ਵਿੱਚ ਤੁਹਾਨੂੰ ਮਿਲੇਗਾ ਨਹੀਂ 98 ਤੋਂ ਵੀ ਘੱਟ ਗਿਆ ਹੁਣ GST ਆਉਣ ਤੋਂ ਬਾਅਦ। ਬਟ ਮੈਕਸੀਮਮ ਬੁੱਕਸ ਦੇ ਵਿੱਚ ਹਾਲੇ ਵੀ 98 ਲਿਖਿਆ ਹੋਇਆ, ਬਟ ਡਜ਼ਨਟ ਮੈਟਰ, ਕੋਈ ਫਰਕ ਨਹੀਂ ਪੈਂਦਾ ਉਸ ਚੀਜ਼ ਨਾਲ। ਜੰਮੂ UT ਬਣ ਗਈ ਹੁਣ, ਬਿਲकुल ਵਿਧਾਨ ਪਰਿਸ਼ਦ। ਚਲੋ, 4 ਵਾਰੀ ਐਨਟੀਟੀ ਦੀ ਕਲਾਸ ਕੋਈ ਕਿਉਂ ਨਹੀਂ ਹੁੰਦੀ? ਰੁਪਿੰਦਰ ਕੌਰ, ਆਪਾਂ ਕਰ ਲਾਂਗੇ ਪਤਾ, ਠੀਕ ਹੈ। ਤੁਸੀਂ ਪਲੀਜ਼ ਹੁਣ ਤਾਂ ਕਲਾਸ ਲਗਾਓ ਯਾਰ, GS ਦੀ ਕਲਾਸ ਲਗਾਓ, ਐਨਟੀਟੀ ਦੀ ਕਲਾਸ ਦੇਖ ਲਾਂਗੇ ਆਪਾਂ। ਕੌਂਸਟੀਟਿਊਸ਼ਨ ਵਾਸ ਡਰਾਫਟਡ ਬਾਈ ਕੌਂਸਟੀਟਿਊਸ਼ਨ ਅਸੈਂਬਲੀ। ਦੇਖੋ ਆਪਾਂ ਹੁਣ ਇੱਥੇ ਕੀ ਕੀਤਾ ਸੀਗਾ, ਬੈਕਗਰਾਊਂਡ ਆਪਾਂ ਨੇ ਕਰ ਲਿਆ ਥੋੜ੍ਹਾ ਜਿਹਾ ਬਰੀਫ ਜਿਹਾ, ਹੈ ਨਾ, ਠੀਕ ਹੈ। ਹੁਣ ਆਪਾਂ ਡਰਾਫਟਿੰਗ ਮਤਲਬ ਕੀ ਹੈ? ਦੇਖੋ, ਕੁਛ ਵੀ ਕੋਈ ਵੀ ਬੁੱਕ ਲਿਖਦਾ ਬੰਦਾ, ਮੰਨ ਲਓ ਕੋਈ ਰਾਈਟਰ ਆਪਣੀ ਬੁੱਕ ਲਿਖ ਰਿਹਾ, ਤਾਂ ਉਹ ਪਹਿਲਾਂ ਇੱਕ ਰਫ ਡਰਾਫਟ ਤਿਆਰ ਕਰੇਗਾ, ਠੀਕ ਹੈ ਨਾ। ਮਤਲਬ ਇੱਕ ਰਫ ਪੇਜ 'ਤੇ ਲਿਖੇਗਾ ਜਾਂ ਰਫ ਇੱਕ ਸੈਂਪਲ ਬਣਾਏਗਾ ਕਿ ਹਾਂ, ਫਿਰ ਉਹਦੇ ਵਿੱਚ ਐਡੀਟਿੰਗ ਕਰੇਗਾ ਉਹਦੀ, ਠੀਕ ਹੈ ਨਾ। ਤਾਂ ਪਹਿਲਾ ਜਿਹੜਾ ਡਰਾਫਟ ਬਣਿਆ ਉਹ ਡਰਾਫਟਿੰਗ ਕੌਂਸਟੀਟਿਊਸ਼ਨ ਅਸੈਂਬਲੀ ਨੇ ਬਣਾਇਆ। ਹੁਣ ਕੌਂਸਟੀਟਿਊਐਂਟ ਅਸੈਂਬਲੀ ਹੈ ਕੀ ਹੈ? ਦੇਖੋ, ਜਿਸ ਤਰ੍ਹਾਂ ਆਪਣੀ ਅੱਜ ਦੀ ਸੰਸਦ ਹੈਗੀ, ਪਾਰਲੀਮੈਂਟ ਹੈਗੀ, ਉਸੇ ਤਰ੍ਹਾਂ ਇੱਕ ਬੋਡੀ ਬਿਠਾਈ ਗਈ। ਉਸ ਦੇ ਵਿੱਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਆਏ ਗਏ ਸੀਗੇ, ਜਿਹੜੇ ਕਿ ਇਲੈਕਟਡ ਵੀ ਸੀ, ਨੋਮੀਨੇਟਡ ਵੀ ਸੀਗੇ। ਤਾਂ ਇਹਨਾਂ ਸਾਰਿਆਂ ਬੰਦਿਆਂ ਨੇ ਬੈਠ ਕੇ ਇਹ ਕੌਂਸਟੀਟਿਊਐਂਟ ਅਸੈਂਬਲੀ ਬਣਾਈ, ਠੀਕ ਹੈ। ਫਿਰ ਇਹਨਾਂ ਨੇ ਅੱਗੇ ਜਿਹੜਾ ਕੌਂਸਟੀਟਿਊਸ਼ਨ ਆਫ ਇੰਡੀਆ ਹੈ ਉਹ ਡਰਾਫਟ ਕੀਤਾ, ਉਹ ਬਣਾਇਆ, ਠੀਕ ਹੈ। ਇਹ ਬਣਾਇਆ ਵਿਚ ਵਾਸ ਇਲੈਕਟਡ ਬਾਏ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਵੱਖ-ਵੱਖ ਲੋਕ ਸੀਗੇ, ਵੱਖ-ਵੱਖ ਜਗ੍ਹਾ ਤੋਂ ਆਏ ਸੀ, ਇਹ ਇਲੈਕਟਡ ਸੀਗੇ ਬਾਏ ਇਲੈਕਟਡ ਮੈਂਬਰਸ ਆਫ ਪ੍ਰੋਵਿੰਸ਼ੀਅਲ ਅਸੈਂਬਲੀਜ਼। ਹੁਣ ਤੁਹਾਨੂੰ ਦੱਸਿਆ ਵੀ ਵੱਖ-ਵੱਖ ਜਗ੍ਹਾ ਤੋਂ ਆਏ ਸੀ ਦੇਸ਼ ਦੇ ਤੋਂ। ਉਹ ਕਿਵੇਂ ਆਏ ਸੀਗੇ? ਕਿਉਂਕਿ ਦੇਖੋ, ਜੇ ਆਪਣਾ ਭਾਰਤ ਦੇਸ਼ ਹੈਗਾ, ਠੀਕ ਹੈ। ਇਹ ਭਾਰਤ ਦੇਸ਼ ਦੇ ਵਿੱਚੋਂ ਮਹਾਰਾਸ਼ਟਰ ਆ ਗਿਆ, ਜਿਵੇਂ ਕੇਰਲ ਆ ਗਿਆ, ਠੀਕ ਹੈ। ਤਾਂ ਉੱਥੇ ਜਿਵੇਂ ਬੰਬੇ ਸਟੇਟ ਸੀ, ਇੱਥੇ ਤਰਾਵਨਕੋਰ ਸਟੇਟ ਸੀਗੀਆਂ। ਤਾਂ ਜਿਹੜੀਆਂ ਡਿਫਰੈਂਟ ਸਟੇਟਸ ਸੀਗੀਆਂ, ਇਹਨਾਂ ਨੇ ਚੁਣ ਕੇ ਇਹਨਾਂ ਦੇ ਜਿਹੜੇ ਚੁਣੇ ਹੋਏ ਮੈਂਬਰਸ ਸੀਗੇ, ਜਿਵੇਂ ਕਿ ਮੰਨ ਲਓ ਆਪਣੇ MLAs ਨੇ, ਅੱਜ ਦੇ ਆਪਣੇ MLAs ਨੇ, ਉਹਨਾਂ ਨੇ ਚੁਣ ਕੇ ਕੇਂਦਰ ਦੇ ਵਿੱਚ ਕੌਂਸਟੀਟਿਊਐਂਟ ਅਸੈਂਬਲੀ ਬਣਾਈ, ਠੀਕ ਹੈ ਨਾ। ਜਿਹੜੇ ਸਟੇਟਸ ਦੇ ਨੁਮਾਇੰਦੇ ਸੀਗੇ, ਪਹਿਲਾਂ ਤਾਂ ਮੰਨ ਲਓ ਸਟੇਟਸ ਨੇਗੀਆਂ, ਤੁਸੀਂ ਪੰਜਾਬ ਦੀ ਐਗਜ਼ਾਮਪਲ ਮੰਨ ਲਓ, ਪੰਜਾਬ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ, ਉਸ ਤਰ੍ਹਾਂ ਜਿਹੜੇ ਸਾਰੇ MLAs ਨੇ, ਉਹਨਾਂ MLAs ਨੇ ਚੁਣ ਕੇ ਕੇਂਦਰ ਦੇ ਵਿੱਚ ਬਿਠਾਏ, ਕੌਂਸਟੀਟਿਊਐਂਟ ਅਸੈਂਬਲੀ ਬਿਠਾਈ। ਇਹਨਾਂ ਨੇ ਫਿਰ ਅੱਗੇ ਕੌਂਸਟੀਟਿਊਸ਼ਨ ਆਫ ਇੰਡੀਆ ਬਣਾਇਆ, ਠੀਕ ਹੈ। ਚਲੋ, ਡਾਕਟਰ BR ਅੰਬੇਦਕਰ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ।
ਸਮ ਆਫ ਦਾ ਇੰਪੋਰਟੈਂਟ ਫਿਗਰਸ ਜਿਹੜੇ ਕਿ ਇਹ ਕੌਂਸਟੀਟਿਊਂਟ ਅਸੈਂਬਲੀ ਦੇ ਮੈਂਬਰਸ ਕਿਹੜੇ ਨੇ, ਜਿਹੜੇ ਆ ਮੈਂ ਪੁਆਇੰਟਸ ਬਣਾਏ ਨੇ, ਬਿੰਦੂ ਬਣਾਏ ਨੇ, ਉਹ ਐਕਚੁਅਲੀ ਮੈਂਬਰਸ ਨੇਗੇ, ਠੀਕ ਹੈ ਨਾ। ਉਹਨਾਂ ਦੇ ਵਿੱਚ ਕੁਛ ਮੈਂਬਰਸ ਇਹ ਨੇ, BR ਅੰਬੇਦਕਰ, ਨਹਿਰੂ, C ਰਾਜਾਗੋਪਾਲਾਚਾਰਿਆ, ਰਾਜਿੰਦਰ ਪ੍ਰਸਾਦ, ਪਟੇਲ, ਆਜ਼ਾਦ, ਇਹ ਸਾਰੇ ਕੁਛ ਨਾ ਕੁਛ ਮੈਂਬਰਸ ਨੇ, ਠੀਕ ਹੈ। 389 ਮੈਂਬਰਸ ਨੇ, ਬਿਲਕੁਲ ਬਿਲकुल बिल्कुल। ਵੀਡੀਓ ਲਾਈਕ ਕਰ ਦਿਓ, ਕੋਈ ਗੱਲ ਨਹੀਂ, ਲਾਈਕ ਕਰ ਦਿਓ। ਸਰ ਪ੍ਰੈਜ਼ੀਡੈਂਟ ਯੂਟੀ ਵਿੱਚੋਂ ਸੰਸਦ ਦੇ ਲਾਅ ਨੂੰ ਹਟਾ ਸਕਦਾ? ਹਾਂ ਦੇਖੋ ਬਹੁਤ ਕੁਛ ਹੁੰਦਾ ਹੈਗਾ। ਆਰਟੀਕਲ 240 ਡਿਸਾਈਡ ਕਰਦਾ ਹੈ। ਆਰਟੀਕਲ 240 ਹੈ ਜਿਹੜਾ ਉਹ ਯੂਨੀਅਨ ਟੈਰੀਟਰੀਜ਼ ਨਾਲ ਰਿਲੇਟਡ ਹੈਗਾ। ਤਾਂ ਬਹੁਤ ਕੁਛ ਹੈ। ਦੇਖੋ ਇੱਦਾਂ ਰੈਂਡਮ ਚੀਜ਼ ਪੜ੍ਹ ਕੇ ਤੁਹਾਨੂੰ ਸਮਝ ਨਹੀਂ ਆਏਗੀ। ਆਪਾਂ ਵਿਦ ਟਾਈਮ ਹਰ ਚੀਜ਼ ਕਵਰ ਕਰਾਂਗੇ, ਠੀਕ ਹੈ ਨਾ। ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੋ ਕਿ ਪ੍ਰੈਜ਼ੀਡੈਂਟ ਹਟਾ ਸਕਦਾ, ਬਿਲਕੁਲ, ਕਿਉਂਕਿ ਪ੍ਰੈਜ਼ੀਡੈਂਟ ਹੀ ਯੂਟੀ ਦਾ ਮਾਲਿਕ ਹੁੰਦਾ, ਤੁਸੀਂ ਐਂ ਕਹਿ ਸਕਦੇ ਹੋ, ਜਾਂ ਕੇਂਦਰ ਸਰਕਾਰੀ। ਦੇਖੋ ਯੂਟੀ ਦਾ ਫੁੱਲ ਫਾਰਮ ਕੀ ਹੈ? ਯੂਨੀਅਨ ਦੀ ਟੈਰੀਟਰੀ, ਸੈਂਟਰ ਦੀ ਟੈਰੀਟਰੀ। ਤਾਂ ਸੈਂਟਰ ਜੋ ਮਰਜ਼ੀ ਡਿਸਾਈਡ ਕਰੇ, ਠੀਕ ਹੈ ਨਾ। ਸੈਂਟਰ ਦੀ ਹੁਣ ਚੰਡੀਗੜ੍ਹ ਹੈ, ਚੰਡੀਗੜ੍ਹ ਦੇ ਵਿੱਚ ਕੋਈ ਅਸੈਂਬਲੀ ਤਾਂ ਨਹੀਂ ਹੈਗੀ, ਠੀਕ ਹੈ ਨਾ, ਕੋਈ ਚੀਫ ਮਿਨਿਸਟਰ ਨਹੀਂ ਹੈ ਚੰਡੀਗੜ੍ਹ ਦਾ। ਤਾਂ ਜੋ ਵੀ ਕੋਈ ਰੂਲ ਬਣਾਉਣਾ, ਕੋਈ ਲਾਅ ਬਣਾਉਣਾ, ਉਹ ਸਿੰਪਲੀ ਪ੍ਰੈਜ਼ੀਡੈਂਟ ਖੁਦ ਬਣਾ ਸਕਦਾ ਹੈ, ਠੀਕ ਹੈ ਨਾ। ਤਾਂ ਉਹਨੂੰ ਕਿਸੇ ਤੋਂ ਕੋਈ ਪਾਸ ਨਹੀਂ ਕਰਾਉਣਾ, ਕਿਸੇ ਅਸੈਂਬਲੀ ਤੋਂ ਪਾਸ ਨਹੀਂ ਕਰਾਉਣਾ, ਠੀਕ ਹੈ ਨਾ। ਤਾਂ ਪ੍ਰੈਜ਼ੀਡੈਂਟ ਹੀ ਯੂਟੀ ਦਾ ਦੇਖ ਰੇਖ ਕਰਦਾ ਹੈ। ਡੇਲੀ MCQ ਕੁਐਸਚਨ ਮਿਲ ਲੱਗੇ, ਕੰਟੀਨਿਊ, ਬਿਲਕੁਲ ਕੰਟੀਨਿਊ ਕਰਦੇ ਆਪਾਂ। ਮੈਂਬਰਸ ਜਿਹੜੇ ਫਸਟ ਮੈਟ ਔਨ 9 ਦਸੰਬਰ 1946, ਠੀਕ ਹੈ। ਪਹਿਲੀ ਵਾਰੀ ਇਸ ਤਰੀਕ ਨੂੰ ਮਿਲੇ, ਜਿਹੜੇ ਸਾਰੇ ਮੈਂਬਰਸ ਇਕੱਠੇ ਹੋਏ ਨੇ, ਜਿਹੜੇ ਸਾਰੇ ਮੈਂਬਰਸ ਨੇ ਕੌਂਸਟੀਟਿਊਂਟ ਅਸੈਂਬਲੀ ਦੇ, ਫਸਟ ਟਾਈਮ ਇਸ ਤਰੀਕ ਨੂੰ ਇਕੱਠੇ ਹੋਏ ਨੇ, ਠੀਕ ਹੈ। ਔਨ 29 ਅਗਸਤ 1947 ਡਰਾਫਟਿੰਗ ਕੰਪਨੀ, ਇਹ ਡੇਟ ਇੰਪੋਰਟੈਂਟ ਨਹੀਂ ਹੈਗੀ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ? ਦੇਖੋ ਇਹ ਸਾਰੇ ਮੈਂ ਤੁਹਾਨੂੰ ਦੱਸਿਆ ਵੀ ਕੋਈ ਰਾਈਟਰ ਜਿਹੜਾ ਪਹਿਲਾਂ ਡਰਾਫਟ ਬਣਾਏਗਾ, ਠੀਕ ਹੈ ਨਾ। ਤਾਂ ਇਹਨਾਂ ਨੇ ਸਾਰਿਆਂ ਨੇ ਆਪਣੇ ਇਨਪੁਟਸ ਦੇ ਦਿੱਤੇ, ਸਾਰੇ ਮੈਂਬਰਸ ਨੇ। ਦੇਖੋ 300-400 ਮੈਂਬਰ ਸੀਗਾ ਬੈਠਾ ਉੱਥੇ, ਠੀਕ ਹੈ ਨਾ। ਤਾਂ 300-400 ਮੈਂਬਰਸ ਡੇਲੀ ਆਉਂਦੇ ਸੀ, ਡਿਬੇਟ ਕਰਦੇ ਸੀ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸੰਵਿਧਾਨ ਦੇ ਵਿੱਚ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਦੇਖੋ ਡਿਬੇਟ ਕਰਕੇ ਹੀ ਗੱਲ ਬਣੂਗੀ ਨਾ, ਇੱਕ ਦੂਜੇ ਦਾ ਮਤ ਸੁਣ ਕੇ। ਹੁਣ ਆਪਾਂ ਪਹਿਲਾਂ ਟ੍ਰਿਪ ਦੀ ਐਗਜ਼ਾਮਪਲ ਲਈ ਸੀ ਵੀ 5 ਬੰਦੇ ਟ੍ਰਿਪ ਜਾਂਦੇ ਨੇ, ਕੋਈ ਕਹਿੰਦਾ ਮੈਂ ਇੱਥੇ ਜਾਣਾ, ਕੋਈ ਕਹਿੰਦਾ ਮੈਂ ਇੱਥੇ ਜਾਣਾ, ਕੋਈ ਕਹਿੰਦਾ ਮੈਂ ਟਰੈਕਿੰਗ ਕਰਨੀ, ਕੋਈ ਕਹਿੰਦਾ ਮੈਂ ਬੀਚ 'ਤੇ ਜਾਣਾ, ਠੀਕ ਹੈ ਨਾ। ਤਾਂ ਸਾਰਿਆਂ ਦੀ ਗੱਲ ਸੁਣਾਂਗੇ ਪਹਿਲਾਂ, ਫਿਰ ਹੀ ਆਪਾਂ ਕਿਸੇ ਨਿਸ਼ਚਿਤ ਤੇ ਪਹੁੰਚ ਸਕਾਂਗੇ, ਕਿਸੇ ਏਮ 'ਤੇ ਪਹੁੰਚ ਸਕਾਂਗੇ। ਤਾਂ ਇਹ ਸਾਰੇ ਮੈਂਬਰਸ ਪਹਿਲਾਂ ਡਿਸਕਸ ਕਰਦੇ ਸੀਗੇ ਵੀ ਹਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ। ਹੁਣ ਦੇਖੋ ਸਾਰੇ ਕੋਈ ਇੱਧਰਲੇ ਪਾਸੇ ਜਾਊ, ਕੋਈ ਇੱਧਰਲੇ ਪਾਸੇ ਜਾਊ। ਤਾਂ ਇੱਕ ਮਿਨੀਮਮ ਕਾਮਨ ਮਿਨੀਮਮ ਜ਼ਰੂਰੀ ਹੁੰਦਾ ਕਿਸੇ ਵੀ ਕੰਮ ਨੂੰ ਪੂਰ ਚਾੜ੍ਹਨ ਵਾਸਤੇ, ਠੀਕ ਹੈ ਨਾ। ਤਾਂ ਇਹਨਾਂ ਨੇ ਆਪਣੇ ਇਨਪੁਟਸ ਦੇ ਤੇ ਹੁਣ ਕੰਮ ਨੂੰ ਪੂਰ ਚਾੜ੍ਹਨ ਵਾਸਤੇ ਇਹਨਾਂ ਨੇ ਇੱਕ ਛੋਟੀ ਕਮੇਟੀ ਬਣਾਤੀ। ਹੁਣ ਦੇਖੋ 300-400 ਬੰਦੇ ਤਾਂ ਇੱਕ ਗੱਲ 'ਤੇ ਸਹਿਮਤ ਹੋ ਨਹੀਂ ਸਕਦੇ। ਤਾਂ ਇਹਨਾਂ ਨੇ ਇੱਕ ਡਰਾਫਟਿੰਗ ਕਮੇਟੀ ਬਣਾਤੀ, ਛੋਟੀ ਕਮੇਟੀ ਬਣਾਤੀ 6-7 ਬੰਦਿਆਂ ਦੀ। ਉਹਨਾਂ ਦਾ ਜਿਹੜਾ ਚੇਅਰਮੈਨ ਸੀ ਉਹ BR ਅੰਬੇਦਕਰ। ਆਪਾਂ ਹਮੇਸ਼ਾ ਦੇਖੋ ਸੰਵਿਧਾਨ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਡਾਕਟਰ BR ਅੰਬੇਦਕਰ ਦਾ ਨਾਮ ਅੱਗੇ ਆਉਂਦਾ ਹੀ ਆਉਂਦਾ ਹੈ। ਇੱਕ ਕੁਐਸਚਨ ਨੋਟ ਕਰੋ ਜੀ, 14 ਅਪ੍ਰੈਲ 14 ਅਪ੍ਰੈਲ ਹੈ ਜਿਹੜੀ, ਉਹ ਅੰਬੇਦਕਰ ਜਯੰਤੀ ਦੇ ਤੌਰ 'ਤੇ ਮਨਾਈ ਜਾਂਦੀ ਹੈ। ਇਹ ਕੁਐਸਚਨ ਆਉਣ ਦੇ ਕਾਫੀ ਚਾਂਸਿਸ ਨੇ ਕਿਉਂਕਿ ਅਪ੍ਰੈਲ ਦਾ ਮਹੀਨਾ ਹੈ। ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹ ਐਸੀ ਇੰਪੋਰਟੈਂਟ ਡੇਟ ਆਉਂਦੀ ਹੈ ਅਤੇ 2 ਮਈ ਦਾ ਪਟਵਾਰੀ ਦਾ ਐਗਜ਼ਾਮ ਹੈ। ਤਾਂ ਕਾਫੀ ਇੰਪੋਰਟੈਂਟ ਹੋ ਜਾਂਦਾ, ਕਾਫੀ ਕਰੂਸ਼ੀਅਲ ਹੋ ਜਾਂਦਾ ਕਿ ਇਹ ਕੁਐਸਚਨ ਆ ਸਕਦਾ ਹੈ। 14 ਅਪ੍ਰੈਲ ਹੈ ਜਿਹੜੀ, 14 ਅਪ੍ਰੈਲ ਹੈ ਉਹ ਅੰਬੇਦਕਰ ਜਯੰਤੀ ਹੈ, ਠੀਕ ਹੈ ਜੀ। ਚਲੋ ਡਾਕਟਰ BR ਅੰਬੇਦਕਰ 14 ਅਪ੍ਰੈਲ, ਬਿਲਕੁਲ 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 ਬਿਲਕੁਲ। ਚਲੋ ਡਰਾਫਟਿੰਗ ਕਮੇਟੀ ਚੇਅਰਮੈਨ ਜਿਹੜੇ ਸੀਗੇ BR ਅੰਬੇਦਕਰ ਸੀਗੇ, ਠੀਕ ਹੈ, ਅਲੋਂਗ ਵਿਥ 6 ਅਦਰ ਮੈਂਬਰਸ, ਠੀਕ ਹੈ। ਚਲੋ ਕੌਂਸਟੀਟਿਊਸ਼ਨਲ ਐਡਵਾਈਜ਼ਰ ਕੌਣ ਸੀਗੇ? BN ਰਾਓ। ਚਲੋ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਉਹ, ਠੀਕ ਹੈ। ਹੁਣ ਕੌਂਸਟੀਟਿਊਸ਼ਨ, ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਚੇਂਜ ਹੁੰਦਾ ਰਹਿੰਦਾ ਚੀਜ਼ਾਂ ਵਿਦ ਟਾਈਮ, ਠੀਕ ਹੈ ਨਾ। ਤਾਂ ਕੀ ਹੈਗਾ? ਪ੍ਰੀਐਂਬਲ ਹੈ, 25 ਪਾਰਟਸ ਨੇਗੇ ਉਹਦੇ ਵਿੱਚ, ਠੀਕ ਹੈ ਨਾ। ਅੱਜ ਦੇ ਟਾਈਮ ਦੇ ਵਿੱਚ ਸੰਵਿਧਾਨ ਆਪਣੇ ਪਹਿਲਾਂ ਕੁਛ ਹੋਰ ਬਣਾਇਆ ਸੀਗਾ। ਜਦੋਂ ਸੰਵਿਧਾਨ ਬਣਿਆ ਸੀਗਾ ਐਕਚੁਅਲੀ, ਠੀਕ ਹੈ, 26 ਜਨਵਰੀ 1950 ਦੇ ਵਿੱਚ ਆਪ ਲਾਗੂ ਹੋ ਗਿਆ ਸੀ। ਉਸ ਟਾਈਮ 'ਤੇ 22 ਪਾਰਟਸ ਸੀਗੇ ਜਿਹੜੇ ਸੰਵਿਧਾਨ ਦੇ ਪਾਰਟਸ ਸੀਗੇ, ਠੀਕ ਹੈ ਨਾ, 22 ਪਾਰਟਸ ਸੀਗੇ। ਬਟ ਤੁਹਾਨੂੰ ਮੈਂ ਦੱਸਿਆ ਵੀ ਵਿਦ ਟਾਈਮ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਤਾਂ ਅੱਜ ਦੇ ਜਿਹੜੇ ਪ੍ਰੈਜ਼ੈਂਟ ਸਿਚੁਏਸ਼ਨ ਹੈ, ਅੱਜ 25 ਪਾਰਟਸ ਨੇ ਸੰਵਿਧਾਨ ਦੇ, ਐਟ ਪ੍ਰੈਜ਼ੈਂਟ 25 ਪਾਰਟਸ ਨੇ, ਠੀਕ ਹੈ। ਅਤੇ 463 ਆਰਟੀਕਲਸ। ਚਲੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਨੰਬਰ ਕਿਉਂਕਿ ਇਹ ਤਾਂ ਦੁਬਾਰਾ ਫਿਰ ਵੇਰੀ ਕਰ ਗਿਆ ਹੋਣਾ, ਠੀਕ ਹੈ। 12 ਸ਼ਡਿਊਲਸ ਨੇ, ਇਹ ਬਿਲਕੁਲ ਹੈਗਾ ਜੀ, ਠੀਕ ਹੈ ਨਾ। ਇਹ ਵੀ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ। 97 ਵੀ ਨਹੀਂ, ਅੱਜ ਕੱਲ੍ਹ 104 ਤੋਂ ਜ਼ਿਆਦਾ ਅਮੈਂਡਮੈਂਟਸ ਹੋ ਚੁੱਕੀਆਂ ਨੇ, ਠੀਕ ਹੈ। ਤਾਂ ਜਿਹੜਾ ਇੰਪੋਰਟੈਂਟ ਆ, ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ, 12 ਸ਼ਡਿਊਲਸ ਨੇ ਅਤੇ 25 ਪਾਰਟਸ ਨੇ। ਅੱਜ ਐਟ ਪ੍ਰੈਜ਼ੈਂਟ ਇਹ ਸਿਚੁਏਸ਼ਨ ਹੈਗੀ ਹੈ, 12 ਸ਼ਡਿਊਲਸ 25 ਪਾਰਟਸ, ਠੀਕ ਹੈ। ਚਲੋ ਹਾਂ, ਫੈਡਰਲ ਹੈਗਾ, ਆਪਾਂ ਨੂੰ ਪਤਾ ਹੈ ਫੈਡਰਲ ਉਹੀ ਗੱਲ, ਸੈਂਟਰ ਅਤੇ ਸਟੇਟ ਦੇ ਰਿਲੇਸ਼ਨਸ ਨੇ ਜਿਹੜੇ ਉਹ ਫੈਡਰਲਿਜ਼ਮ ਦੇ ਵਿੱਚ ਆ ਜਾਂਦੇ ਨੇ, ਠੀਕ ਹੈ ਨਾ। ਸਟਰੋਂਗ ਯੂਨਿਟਰੀ ਬਾਇਸ, ਹੁਣ ਕਿਸੇ ਨੇ ਕਮੈਂਟ ਕੀਤਾ ਸੀ ਕਿ ਕੁਆਸਾਈ ਫੈਡਰਲ ਹੈਗਾ, ਠੀਕ ਹੈ ਨਾ। ਕੁਆਸਾਈ ਫੈਡਰਲ ਹੈ ਆਪਣਾ ਜਿਹੜੀ ਆਪਣੀ ਇੰਡੀਆ ਦੀ ਫੈਡਰਲਿਜ਼ਮ ਹੈ, ਦੈਟ ਇਜ਼ ਵਾਟ ਵੀ ਕਾਲ ਕੁਆਸਾਈ ਫੈਡਰਲਿਜ਼ਮ। ਉਹਦਾ ਕੀ ਮਤਲਬ ਹੈ? ਦੇਖੋ ਫੈਡਰਲਿਜ਼ਮ ਉਹ ਹੋਊਗੀ ਜਦੋਂ ਸਟ੍ਰਿਕਟ ਸੈਪਰੇਸ਼ਨ ਹੋਊਗੀ,
कि सेंटर सिर्फ यही काम करेगा, स्टेट सिर्फ यही काम करेगा, बिल्कुल हार्ड बाउंड्री, ठीक है। वाटर राइट कंपार्टमेंट नेगे कि कोई बंदा इधर नहीं जा सकता, कोई बंदा इधर नहीं जा सकता। ये होगी, यह हैगी अमेरिकन सैपरेशन ऑफ पावर, ठीक है ना। ये फैडरलिज्म उत्थे काम करेगी। बट इंडिया दे विच क्योंकि मैं तुहानूं दस्सिया इन्नियां वैराइटीज़ ने, इन्नियां विभिन्नतावां नेगियां, ठीक है ना, इन्नी डाइवर्सिटी है, तां करके ये चीज़ पॉसिबल नहीं है। हर एक दा मतभेद, हर एक दा मत आपां नूं सुनना पएगा। इसे करके ਜਿਹੜਾ अपना संविधान है उसने एक प्रोविजन दी है कि फैडरल तो है, ठीक है, यूनीयन अपने काम कर रही है, स्टेट अपने काम कर रही है। बट कुछ सरकमस्टेंसिस दे विच, कुछ सिचुएशनस दे विच की हो सकता है ਜਿਹੜਾ सेंटर है वो ज़्यादा पावरफुल हो सकता है। जिवें आपां प्रेजिडेंट रूल बारे सुनते हैं, ठीक है ना, राष्ट्रपति शासन, किसी राज दे विच राष्ट्रपति शासन लग सकता है। उस टाइम ते की होऊगा, जिहड़ी स्टेट की सरकार हैगी, जिवें पंजाब की सरकार है मान लो, वो हटा दी जाएगी, तो सिर ਜਿਹੜਾ ਪ੍ਰੈਸੀਡੈਂਟ है, यूनीयन गवर्नमेंट है, सेंटर की सरकार है, वही रूल करेगी आके, ठीक है ना। तो एक बायस हैगा, ठीक है, टूवर्ड्स वॉट, टूवर्ड्स यूनिटरी, टूवर्ड्स यूनीयन गवर्नमेंट। तो एक ਜਿਹੜੀ सेंटर सरकार है वो ज़्यादा पावरफुल दिखाई गई है संविधान ਦੇ ਵਿੱਚ, जो कि अपने इंडिया के ਜਿਹੜੇ फैडरलिज्म है ਉਹਦੇ रिक्वायरमेंट्स ਦੇ ਕਰਕੇ ਸੀਗਾ, ਲੋੜ ਸੀ ਆਪਣੀ ਇਹ ਸਿਸਟਮ ਬਣਾਉਣ ਦੀ। ਆਪਾਂ ਵਾਟਰ ਟਾਈਟ ਕੰਪਾਰਟਮੈਂਟ ਨਹੀਂ ਬਣਾ ਸਕਦੇ ਸੀਗੇ, ਦੈਟਸ ਇਟ, ਠੀਕ ਹੈ। चलो ये आर्टिकल्स ਜਿਹੜੇ इनिशियली आर्टिकल सी वो 395 आर्टिकल ਸੀਗੇ। ਅੱਜ बहुत ज़्यादा ने, ਅੱਜ 480 आर्टिकल के करीब होगा, ठीक है ना। बट वो नंबर इंपॉर्टेंट नहीं है, ये इंपॉर्टेंट हो सकता है कि ਜਿਹੜੇ इनिशियल आर्टिकल ਸੀ ਉਹ ਕਿੰਨੇ ਸੀਗੇ, ਉਹ 395 आर्टिकल ਸੀਗੇ, ठीक है। 12 शेड्यूल ਸੀ एट प्रेजेंट नेगे, ਪਹਿਲਾਂ ਕਿੰਨੇ ਸੀ, 8 शेड्यूल ਸੀਗੇ। चलो ਪਾਰਟਸ, ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜਾ ਸੰਵਿਧਾਨ ਹੈ ਇੱਕ ਬੁੱਕ ਹੈਗੀ, ਠੀਕ ਹੈ ਨਾ। ਤਾਂ ਓਬਵੀਅਸਲੀ ਬੁੱਕ ਦੇ ਵਿੱਚ ਜਿਵੇਂ ਡਿਫਰੈਂਟ ਪਾਰਟਸ ਹੁੰਦੇ ਨੇਗੇ, ਆਪਾਂ ਕਿਸੇ ਵੀ ਬੁੱਕ ਨੂੰ ਹੈ, ਕਿਸੇ ਵੀ ਚੀਜ਼ ਨੂੰ ਹੈ, ਡਿਫਰੈਂਟ ਪਾਰਟਸ ਦੇ ਵਿੱਚ ਤੋੜ ਕੇ ਪੜ੍ਹਾਂਗੇ, ਠੀਕ ਹੈ ਨਾ, ਈਜ਼ੀਲੀ ਯਾਦ ਹੋਏਗੀ। ਇਸੇ ਤਰ੍ਹਾਂ ਸੰਵਿਧਾਨ ਹੈ, ਸੰਵਿਧਾਨ ਦੀ ਬੁੱਕ ਹੈ ਜਿਹੜੀ, ਉਹ ਵੀ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ, ਠੀਕ ਹੈ ਨਾ। ਇੰਡੀਵਿਜੂਅਲ ਆਰਟੀਕਲਸ, ਗਰੁੱਪ ਟੂ। ਚਲੋ ਪ੍ਰੀਐਂਬਲ, ਪਹਿਲਾ ਤਾਂ ਹੈ ਪ੍ਰੀਐਂਬਲ। ਇਹ ਦੇਖੋ ਪ੍ਰੀਐਂਬਲ ਹੁੰਦਾ ਕੀ ਬੇਸਿਕਲੀ, ਪ੍ਰੀ ਮਤਲਬ ਪਹਿਲਾਂ ਦਿੱਤੀ ਹੋਈ ਚੀਜ਼, इंट्रोडक्शन बेसिकली, ठीक है ना। किसी भी चीज़ से, किसी भी बुक की इंट्रोडक्शन आप प्रियंबल कहांगे, तो अपना प्रियंबल भी जिहड़ा है वो कॉन्स्टिट्यूशन की एक इंट्रोडक्शन है। ईवन इसेंस है कि सारे संविधान दे विच की कुछ लिखिया है, वो सानू सिर्फ एक प्रियंबल तो ही क्लीयर हो जाता है कि साडा संविधान किस वल जा रहा है, साडा जिहड़ा लोकतंत्र किस तरह का है। सानू प्रियंबल दे विच बहुत चीज़ां क्लीयर हो जांदियां ने, ठीक है। तो बहुत इंपॉर्टेंट, बहुत ही ब्यूटीफुल जिहड़ा डॉक्यूमेंट है प्रियंबल है। इंटरनेशनल लैवल पर भी एक्लेम किया गया कि सारे देशों ने बहुत सराहना की गई है जिहड़ा भारत के संविधान के प्रियंबल की, ठीक है। चलो हुण पार्ट्स वाल वधीए। पहला पार्ट है यूनीयन एंड इट्स टैरेटरी। साडा जिहड़ा खेत्रफल है, भारत देश है, ठीक है ना, खेत्रफल है जिहड़ा ਉਹਦੇ ਵਿੱਚ ਕੀ ਆਂਦਾ ਹੈਗਾ, ਇਹ ਸਾਰਾ ਕੁਝ यूनीयन एंड इट्स टैरेटरीज ਦੇ ਵਿੱਚ ਹੈਗਾ। ਕੀ ਸਾਡੇ ਕਿਹੜੇ ਰਾਜ ਨੇ ਸਾਡੇ ਦੇਸ਼ ਦੇ ਵਿੱਚ, ਕਿਹੜੇ यूनियन ਟੈਰੀਟਰੀਜ਼ ਨੇ, ਇਹ ਸਾਰਾ ਕੁਝ ਇਹ ਪਾਰਟ ਦੇ ਵਿੱਚ ਆਏਗਾ, ਠੀਕ ਹੈ ਨਾ। ਸੈਕਿੰਡ ਪਾਰਟ ਦੇ ਵਿੱਚ ਦੇਖੋ ਸਿਟੀਜ਼ਨਸ਼ਿਪ। ਦੇਖੋ ਇਹ ਸਾਰੇ ਜਿਹੜੇ ਪਾਰਟਸ ਨੇ ਨਾ, ਇਹ ਤੁਹਾਨੂੰ MCQ ਕੁਐਸਚਨ ਦੇ ਵਿੱਚ ਆ ਜਾਣਗੇ। ਕੁਐਸਚਨ ਕਿੱਦਾਂ ਆਏਗਾ, ਇਸ ਇੱਕ ਪਾਸੇ ਪਾਰਟਸ ਦਿੱਤਾ ਜਾਣਗੇ, ਠੀਕ ਹੈ, ਨੰਬਰ ਆਫ ਪਾਰਟਸ, ਦੂਸਰੇ ਸਾਈਡ ਸੇ ਪ੍ਰੋਵੀਜ਼ਨਸ ਵੀ ਇਹ ਪਾਰਟ ਦੇ ਵਿੱਚ ਕੀ ਹੈ। ਤਾਂ ਤੁਹਾਨੂੰ ਮੈਚ ਦਾ ਕੋਲਮ ਆਏਗਾ ਵੀ ਇੱਧਰ ਮੈਚ ਕਰਨਾ ਹੈ, ਇੱਧਰ ਨਾਲ ਮੈਚ ਕਰਨਾ ਹੈ, ਠੀਕ ਹੈ ਨਾ, ਇੱਦਾਂ ਮੈਚ ਕਰਨਾ ਹੈ, ਤਾਂ ਆਪਾਂ ਨੂੰ ਮੈਚ ਦਾ ਕੋਲਮ ਕਰਨਾ ਪਏਗਾ। ਤਾਂ 25 ਪਾਰਟਸ ਨੇ, ਬੜੇ ਈਜ਼ੀ ਨੇ ਯਾਦ ਕਰਨੇ, ਈਜ਼ੀਲੀ ਯਾਦ ਹੋ ਜਾਣਗੇ। ਔਰ ਸਕੋਰਿੰਗ ਏਰੀਆ, ਠੀਕ ਹੈ ਨਾ, ਆਪਣਾ ਮੋਟਿਵ ਇਹੀ ਹੈ ਕਿ ਆਪਾਂ ਐਗਜ਼ਾਮ 'ਚ ਸਕੋਰ ਜ਼ਿਆਦਾ ਕਰਨੇ, ਠੀਕ ਹੈ ਨਾ। ਤਾਂ ਆਪਾਂ ਇੰਪੋਰਟੈਂਟ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰਾਂਗੇ, ਠੀਕ ਹੈ ਨਾ। ਨੋ ਡਾਊਟ ਕਿ ਆਪਾਂ ਨੂੰ ਅਗਰ ਮਿਹਨਤ ਵੀ ਜ਼ਿਆਦਾ ਕਰਨੀ ਪਈ ਇਹਨਾਂ ਚੀਜ਼ਾਂ 'ਤੇ, ਕੁਛ ਹੋਰ ਆਪਣੀ ਚੀਜ਼ ਛੁੱਟਦੀ ਹੈਗੀ, ਕੋਈ ਹੋਰ ਚੀਜ਼ ਰਹਿੰਦੀ ਹੈ ਆਪਣੀ ਤਿਆਰ ਕਰਨੋਂ, ਬਟ ਜਿਹੜੇ ਆਪਣੇ ਇੰਪੋਰਟੈਂਟ ਸੈਕਸ਼ਨਸ ਨੇ ਉਹਨਾਂ ਨੂੰ ਆਪਾਂ ਜ਼ਿਆਦਾ ਪ੍ਰਾਇੋਰਿਟੀ ਦੇਵਾਂਗੇ, ਦੈਟ ਇਜ਼ ਵੈਰੀ ਓਬਵੀਅਸ, ਠੀਕ ਹੈ। पार्ट थर्ड है जिहड़ा देखो, पार्ट सैकेंड सिटीजनशिप है। सिटीजनशिप मतलब की है कि भारत का नागरिक कौन हो सकता है, भारत की नागरिकता किवें खोई जा सकती है। देखो आप गल करते हैं NRC की, है ना। NRC बहुत हॉट टॉपिक चल रहा है, नैशनल रजिस्ट्रार ऑफ सिटीजनस। इत्थे भी सिटीजनस की गल आती है कि भारत का नागरिक कौन हो सकता है, ठीक है ना। तो ये सारी चीज़ां सिटीजनशिप के विच आंदियां नेगियां, ठीक है। नैक्सट जिहड़ा पार्ट है फंडामेंटल राइट्स, वेरी इंपॉर्टेंट, एक्चुअली बहुत ज़्यादा इंपॉर्टेंट है, बहुत ज़्यादा स्कोरिंग सब्जैक्ट सैक्शन है, पार्ट है एग्जामिनेशन पॉइंट ऑफ व्यू तो बहुत क्वेश्चन इस तो बनते हैं फंडामेंटल राइट्स तो, ठीक है ना। तो ये भी इंपॉर्टेंट है, ये बहुत ज़्यादा ध्यान समझने वाला टॉपिक है, ठीक है। पार्ट 4 है जिहड़ा वो डायरेक्टिव प्रिंसिपल्स ऑफ स्टेट पॉलिसी है। देखो तो मतलब की है, देखो पढ़ता रहे बट आपको मतलब पता होना चाहिए। फंडामेंटल राइट्स देखो वो ने कि जिहड़े आम नागरिक दे, एक जिहड़ा कॉमन बंदा है भारत के नागरिक है, वो की अधिकार हो सकते हैं, ठीक है ना। एक्सक्यूज मी, वो की अधिकार हो सकते हैं, ठीक है। डायरेक्टिव प्रिंसिपल्स की नेगे कि जिहड़े स्टेट हैगी, सरकार है, उस दे अपने सबजैक्ट्स, अपने सिटीजनस के प्रति की ड्यूटीज़ बनदियां नेगियां,
ठीक है ना। ਹੁਣ ਆਪਾਂ ਕਹਿ ਰਹੇ ਹਾਂ ਵੀ ਇਕੁਐਲਿਟੀ ਹੋਣੀ ਚਾਹੀਦੀ ਹੈ, ਸੰਵਿਧਾਨ ਕਹਿ ਰਿਹਾ ਵੀ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ, ਠੀਕ ਹੈ ਨਾ। ਤਾਂ ਐਸੀਆਂ ਕੁਛ ਚੀਜ਼ਾਂ ਨੇਗੀਆਂ ਜਿਹੜੀਆਂ ਕਿ ਸਰਕਾਰ ਨੂੰ ਜਾਂ ਪਾਰਲੀਮੈਂਟ ਨੂੰ ਇੰਸਟਰਕਸ਼ਨਸ ਨੇਗੀਆਂ, ਠੀਕ ਹੈ ਨਾ। ਹੁਣ ਤੁਸੀਂ ਮੰਨ ਲਓ ਕੋਈ ਆਪਣੇ ਇਲੈਕਸ਼ਨ ਕਮਿਸ਼ਨ ਹੈ ਮੰਨ ਲਓ, ਠੀਕ ਹੈ ਨਾ। ਇਲੈਕਸ਼ਨ ਕਮਿਸ਼ਨ ਕੋਲ ਇੱਕ ਪਰਚਾ ਹੁੰਦਾ ਬੇਸਿਕਲੀ ਫੜਾਇਆ ਹੋਇਆ ਪਹਿਲਾਂ ਕਿ ਤੁਸੀਂ ਇਸ ਦਾਇਰੇ ਦੇ ਵਿੱਚ ਕੰਮ ਕਰਨਾ ਹੈ, ਠੀਕ ਹੈ ਨਾ। ਤਾਂ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਹੈ ਇਹ ਉਹੀ ਪਰਚਾ ਹੈਗਾ ਕਿ ਸਰਕਾਰ ਨੂੰ ਇਸ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈਗਾ, ਠੀਕ ਹੈ ਨਾ। ਕੋਈ ਇੰਸਟਰਕਸ਼ਨਸ ਨੇਗੀਆਂ, ਡਾਇਰੈਕਸ਼ਨਸ ਨੇਗੀਆਂ ਕਿ ਤੁਸੀਂ ਇਹ ਚੀਜ਼ਾਂ ਕਰਨੀਆਂ ਨੇ। ਦੈਟ ਇਜ਼ ਵਾਟ ਵੀ ਕਾਲ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਸਟੇਟ ਦੀ ਪੋਲਿਸੀ ਦੇ ਡਾਇਰੈਕਟਿਵਸ ਨੇ। ਦੈਟਸ ਹੁਣ ਦੇਖੋ ਪਾਰਟ 4A ਹੈ, ਦੇਖੋ ਹੁਣ ਦੇਖੋ ਕੁਛ ਨਾ ਕੁਛ ਡਿਫਰੈਂਸ ਪਤਾ ਲੱਗ ਰਿਹਾ ਤੁਹਾਨੂੰ। ਪਾਰਟ 4A ਹੈ, ਇਹ ਕਿਉਂ ਆਇਆ? ਕਿਉਂਕਿ ਇਹ ਬਾਅਦ ਦੇ ਵਿੱਚ ਐਡ ਹੋਇਆ, ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਹੈ ਨਹੀਂ ਸੀ। ਪਾਰਟ 4 ਤੋਂ ਬਾਅਦ ਸਿੱਧਾ ਪਾਰਟ 5 ਆ ਜਾਣਾ ਸੀਗਾ, ਬਟ ਇਹ ਅਸੀਂ ਬਾਅਦ ਦੇ ਵਿੱਚ ਐਡ ਕੀਤਾ। ਦੈਟ ਇਜ਼ ਵਾਈ ਕਿ ਇਹ ਆਪਾਂ ਨੂੰ ਲਗਾਉਣਾ ਪਿਆ ਡਿਫਰੈਂਸ਼ੀਏਟ ਕਰਨ ਵਾਸਤੇ, ਠੀਕ ਹੈ। ਇਹ ਹੈਗੀਆਂ ਨੇ ਸਾਡੀਆਂ ਫੰਡਾਮੈਂਟਲ ਡਿਊਟੀਜ਼। ਦੇਖੋ ਆਪਾਂ ਅਧਿਕਾਰਾਂ ਵਾਸਤੇ ਤਾਂ ਬਹੁਤ ਆਪਾਂ ਜਾਗਰੂਕ ਹਾਂ ਕਿ ਸਾਡੇ ਅਧਿਕਾਰ ਇਹ ਨੇਗੇ, ਠੀਕ ਹੈ ਨਾ, ਸਾਨੂੰ ਬਰਾਬਰਤਾ ਹੋਣੀ ਚਾਹੀਦੀ ਹੈ। ਬਟ ਡਿਊਟੀਜ਼ ਵੀ ਬਹੁਤ ਜ਼ਰੂਰੀ ਨੇਗੀਆਂ, ਠੀਕ ਹੈ ਨਾ। ਫੰਡਾਮੈਂਟਲ ਡਿਊਟੀਜ਼, ਸਾਨੂੰ ਆਪਣੇ ਤਿਰੰਗੇ ਦੀ, ਸਾਨੂੰ ਆਪਣੇ ਸੰਵਿਧਾਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਹ ਕੁਛ ਡਿਊਟੀਜ਼ ਨੇਗੀਆਂ ਫੰਡਾਮੈਂਟਲ ਡਿਊਟੀਜ਼, ਠੀਕ ਹੈ ਨਾ। ਇੱਕ ਆਮ ਨਾਗਰਿਕ ਦੀਆਂ ਕੀ ਡਿਊਟੀਜ਼ ਹੋ ਸਕਦੀਆਂ ਨੇ। ਇੱਕ ਗੱਲ ਧਿਆਨ ਦੇਣ ਵਾਲੀ ਹੈਗੀ ਕਿ ਜਿਹੜੀਆਂ ਡਿਊਟੀਜ਼ ਨੇ ਇਹ ਸਿਰਫ ਔਰ ਸਿਰਫ ਇੰਡੀਅਨ ਸਿਟੀਜ਼ਨਸ ਵਾਸਤੇ ਨੇਗੀਆਂ। ਅਸੀਂ ਕਿਸੇ ਅਮੈਰੀਕਨ ਨੂੰ ਜਿਹੜਾ ਕਿ ਉਰੇ ਘੁੰਮਣ ਆਇਆ ਅਸੀਂ ਉਸ ਤੋਂ ਐਕਸਪੈਕਟ ਨਹੀਂ ਕਰ, ਤਾਂ ਰਾਈਟਸ ਨੇ ਜਿਹੜੇ ਉਹ ਅਸੀਂ ਫੋਰਨਰਸ ਦੇ ਰੱਖੇ ਨੇ, ਬਟ ਉਹਨਾਂ ਤੋਂ ਅਸੀਂ ਡਿਊਟੀਜ਼ ਐਕਸਪੈਕਟ ਨਹੀਂ। 47 6 ਬਫਰਿੰਗ ਨੋ ਬਫਰਿੰਗ। ਚਲੋ ਯੂਨੀਅਨ ਸੈਂਟਰ ਦੀ ਜੋ ਵੀ ਗੱਲ ਹੈ ਉਹ ਯੂਨੀਅਨ ਦੇ ਵਿੱਚ, ਉਹ ਸਟੇਟਸ। ਹੁਣ ਤਾਂ ਆਪਾਂ ਦੋ ਚੀਜ਼ਾਂ ਕੀਤੀਆਂ ਨੇ, ਸੈਂਟਰ ਅਤੇ ਸਟੇਟ, ਠੀਕ ਹੈ ਨਾ। ਜਿਹੜਾ ਪਾਰਟ 5 ਹੈ ਉਹ ਯੂਨੀਅਨ ਹੈ, ਸੈਂਟਰ ਹੈ। ਪਾਰਟ 6 ਜਿਹੜਾ ਉਹ ਸਟੇਟਸ ਹੈ, ਠੀਕ ਹੈ। ਚਲੋ ਪਾਰਟ 7 ਹੈ, ਇਹ ਹੁਣ ਰਿਪੀਲ ਹੈ। ਪਾਰਟ 7 ਦਾ ਨਾਮ ਦਾ ਕੋਈ ਪਾਰਟ ਨਹੀਂ ਹੈਗਾ ਹੁਣ, ਠੀਕ ਹੈ। ਇਹ ਚੀਜ਼ ਹੈਗੀ, ਇਹ ਰਿਪੀਲ ਮਤਲਬ ਪਹਿਲਾਂ ਸੀਗਾ ਬਟ ਹੁਣ ਹਟਾ ਦਿੱਤਾ ਗਿਆ, ਰਿਪੀਲਡ। ਚਲੋ ਰਾਹੁਲ ਨੋ ਬਫਰਿੰਗ, ਕਲੀਅਰ ਵੀਡੀਓ ਚੱਲ ਰਹੀ ਹੈ। ਚਲੋ ਜਿਹਦੀ ਕਲੀਅਰ ਚੱਲ ਰਹੀ ਹੈ ਵੈਲ ਐਂਡ ਗੁੱਡ ਹੈ, ਅਦਰਵਾਈਜ਼ ਥੋੜ੍ਹੀ ਜਿਹੀ ਵੇਟ ਕਰ ਲਓ। ਥੋੜ੍ਹਾ ਪੇਸ਼ੈਂਸ, ਸਬਰ ਨਾਲ ਸਭ ਕੁਛ ਮਿਲਦਾ, ਥੋੜ੍ਹਾ ਜਿਹਾ ਸਬਰ ਰੱਖੋ, ਠੀਕ ਹੈ। ਸਬਰ ਸੰਤੋਖ ਤਾਂ ਬਹੁਤ ਜ਼ਰੂਰੀ ਹੈ, ਸਾਡੀ ਗੁਰਬਾਣੀ ਦੇ ਵਿੱਚ ਬਹੁਤ ਮਾਨਤਾ ਦਿੱਤੀ ਗਈ ਹੈ ਸਬਰ ਅਤੇ ਸੰਤੋਖ ਨੂੰ, ਠੀਕ ਹੈ ਨਾ। ਚਲੋ ਪਾਰਟ 8 ਹੈ ਜਿਹੜਾ ਉਹ ਯੂਨੀਅਨ ਟੈਰੀਟਰੀਜ਼ ਦੇ ਨਾਲ ਰਿਲੇਟਡ ਹੈਗਾ, ਠੀਕ ਹੈ ਨਾ। ਜਿਹੜੇ ਸਾਡੇ ਚੰਡੀਗੜ੍ਹ ਹੈ, ਦਿੱਲੀ ਹੈ, ਇਹ ਸਭ ਇਹ ਪਾਰਟ 8 ਦੇ ਵਿੱਚ ਆ ਜਾਂਦਾ ਹੈਗਾ। ਪਾਰਟ 9 ਸਾਡੀ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੇਗੀਆਂ ਜਿਹੜੇ ਸਾਡੀਆਂ, ਠੀਕ ਹੈ ਨਾ। ਪੰਚਾਇਤਾਂ ਨੇਗੀਆਂ ਸਾਡੇ ਲੋਕਲ, ਪੰਚਾਇਤਾਂ ਨੇਗੀਆਂ ਸਾਡੇ ਲੋਕਲ ਬੋਡੀਜ਼ ਨੇਗੀਆਂ, ਉਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ। ਚਲੋ ਪਾਰਟ 9A, ਹੁਣ ਦੇਖੋ ਇੱਥੇ ਵੀ A ਆ ਗਿਆ, ਤਾਂ ਦੈਟ ਮੀਨਸ ਕਿ ਇਹ ਵੀ ਬਾਅਦ ਦੇ ਵਿੱਚ ਐਡ ਕੀਤਾ ਗਿਆ, ਠੀਕ ਹੈ। ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਸੀਗਾ, ਆਪਾਂ ਪਹਿਲਾਂ ਵੀ ਪੜ੍ਹ ਕੇ ਹਟਿਆ ਕਿ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ 22 ਪਾਰਟ ਸੀਗੇ, ਬਟ ਐਟ ਪ੍ਰੈਜ਼ੈਂਟ ਕਿੰਨੇ ਨੇਗੇ? 25 ਪਾਰਟਸ ਨੇਗੇ, 25 ਪਾਰਟਸ ਨੇ। ਤਾਂ 3 ਪਾਰਟਸ ਦੈਟ ਮੀਨਸ ਕਿ ਐਡ ਹੋਏ ਨੇ, ਉਹ ਇਹੀ ਪਾਰਟਸ ਨੇਗੇ। ਇੱਕ ਤਾਂ ਇਹ ਹੋ ਗਿਆ, ਇੱਕ ਇਹ ਹੋ ਗਿਆ, ਇੱਕ ਪਹਿਲਾਂ ਪੜ੍ਹ ਕੇ ਹਟੇ ਹਾਂ, ਠੀਕ ਹੈ ਨਾ। ਇੱਕ ਪਾਰਟ ਆਪਣੇ ਰਿਪੀਲ ਕਰਤਾ, ਪਾਰਟ 7, ਠੀਕ ਹੈ ਨਾ। ਚਲੋ ਮਿਊਨਿਸਪੈਲਿਟੀਜ਼, ਜਿਹੜੀਆਂ ਪੰਚਾਇਤਾਂ ਸੀਗੀਆਂ ਪਾਰਟ 9 ਦੇ ਵਿੱਚ ਤਾਂ ਪੰਚਾਇਤਾਂ ਆ ਗਈਆਂ, ਠੀਕ ਹੈ ਨਾ। ਜਿਹੜੀਆਂ ਰੂਰਲ ਬੋਡੀਜ਼ ਦੇ ਵਿੱਚ ਨੇਗੀਆਂ, ਪਿੰਡਾਂ ਦੇ ਵਿੱਚ ਨੇਗੀਆਂ। ਉਸ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਜਿਹੜੀਆਂ ਲੋਕਲ ਬੋਡੀਜ਼ ਨੇ ਉਹਨਾਂ ਨੂੰ ਅਸੀਂ ਮਿਊਨਿਸਪੈਲਿਟੀਜ਼ ਕਹਿੰਦੇ ਹਾਂ। ਮਿਊਨਿਸਪਲ ਕਾਊਂਸਲ ਹੋ ਗਿਆ, ਮਿਊਨਿਸਪਲ ਕਾਰਪੋਰੇਸ਼ਨ ਹੋ ਗਈਆਂ, ਇਹ ਸਾਰੀਆਂ ਮਿਊਨਿਸਪੈਲਿਟੀਜ਼ ਪਾਰਟ 9A। 9B ਹੈ ਜਿਹੜਾ ਉਹ ਕੋਆਪਰੇਟਿਵ ਸੁਸਾਇਟੀਜ਼ ਹੈਗੀਆਂ, ਠੀਕ ਹੈ। ਪਿੰਡਾਂ ਵਾਲਿਆਂ ਨੂੰ ਕਾਫੀ ਪਤਾ ਹੋਏਗਾ ਕੋਆਪਰੇਟਿਵ ਸੁਸਾਇਟੀ ਕੀ ਹੁੰਦੀਆਂ ਨੇਗੀਆਂ। ਕੁਛ ਲੋਕ ਇਕੱਠੇ ਹੋ ਕੇ ਆਪਣਾ ਇੱਕ ਗਰੁੱਪ ਬਣਾ ਲੈਂਦੇ ਨੇ ਤਾਂ ਕਿ ਇੱਕ ਦੂਜੇ ਦੀ ਹੈਲਪ ਕਰ ਸਕਣ। ਮਤਲਬ ਬੇਸਿਕ ਜਿਹਾ ਕੌਨਸੈਪਟ ਹੈ, ਸੋਸ਼ਲ ਕੌਨਸੈਪਟ ਹੈਗਾ, ਠੀਕ ਹੈ ਨਾ। ਬਟ ਇਸ ਨੂੰ ਅਸੀਂ ਕੌਨਸਟੀਟਿਊਸ਼ਨਲ ਰਿਕਗਨੀਸ਼ਨ ਦੇ ਦਿੱਤੀ, ਸੰਵਿਧਾਨ ਦੇ ਵਿੱਚ ਇਹਨੂੰ ਜਗ੍ਹਾ ਦੇ ਕੇ ਅਸੀਂ ਇਹਨੂੰ ਸੰਵਿਧਾਨਕ ਜਿਹੜਾ ਉਹਦਾ ਉਹ ਦੇਤਾ, ਠੀਕ ਹੈ। ਪਾਰਟ 10 ਹੈ ਜਿਹੜਾ ਉਹ ਸ਼ਡਿਊਲ ਅਤੇ ਟਰਾਈਬਲ ਏਰੀਆਜ਼ ਨੇਗੇ, ਠੀਕ ਹੈ ਨਾ। ਸਾਡੇ ਦੇਸ਼ ਦੇ ਵਿੱਚ ਕੁਛ ਏਰੀਆਜ਼ ਇੱਦਾਂ ਦੇ ਨੇ ਜਿੱਥੇ ਕਿ ਟਰਾਈਬਲ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ, ਮਤਲਬ ਆਦੀਵਾਸੀ ਲੋਕ ਰਹਿੰਦੇ ਨੇ, ਠੀਕ ਹੈ ਨਾ। ਤਾਂ ਆਦੀਵਾਸੀ ਲੋਕਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ, ਲੋੜਾਂ ਨੇਗੀਆਂ, ਉਹ ਆਮ ਲੋਕਾਂ ਦੇ ਨਾਲੋਂ, ਆਪਣੇ ਜਿਹੜੇ ਮੇਨ ਸਟਰੀਮ ਬੰਦੇ ਆਪਾਂ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਤਾਂ ਉਹਨਾਂ ਤੋਂ ਡਿਫਰੈਂਟ ਨੇਗੀਆਂ, ਠੀਕ ਹੈ ਨਾ। ਉਹਨਾਂ ਨੂੰ ਜਲ, ਜੰਗਲ, ਜ਼ਮੀਨ, ਇਹ 3 ਚੀਜ਼ਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਹਿੰਦੀਆਂ ਨੇ, ਠੀਕ ਹੈ ਨਾ। ਤਾਂ ਸਾਰੇ ਰਿਲੇਸ਼ਨਸ ਨੇਗੇ ਜਿਹੜੇ ਕਿ ਯੂਨੀਅਨ ਸਟੇਟਸ ਦੇ ਵਿੱਚ ਹੈਗੇ ਨੇ, ਠੀਕ ਹੈ। ਅਗੇਨ ਬਫਰਿੰਗ, ਆਈ ਐਮ ਰੀਲੀ ਸੌਰੀ, ਐਕਸਟ੍ਰੀਮਲੀ ਸੌਰੀ ਫॉर द ਇਨਕਨਵੀਨੀਅੰਸ, ਬਟ ਪਲੀਜ਼ ਟਰਾਈ ਟੂ ਮੈਨੇਜ, ਠੀਕ ਹੈ ਨਾ। ਥੋੜ੍ਹਾ ਜਿਹਾ ਸਬਰ ਰੱਖੋ, ਕੋਈ ਗੱਲ ਨਹੀਂ, ਹੋ ਸਕਦਾ ਪ੍ਰੋਬਲਮ ਹੋਏ ਐਕਚੁਅਲੀ। ਪਾਰਟ 12 ਹੈ ਜਿਹੜਾ ਉਹ ਫਾਈਨਾਂਸ, ਪ੍ਰੋਪਰਟੀ, ਕੌਂਟਰੈਕਟਸ ਐਂਡ ਸੂਟਸ, ਠੀਕ ਹੈ ਨਾ। ਉਹ ਜ਼ਿਆਦਾ ਇੰਪੋਰਟੈਂਟ ਹੈ ਨਹੀਂਗਾ, ਠੀਕ ਹੈ। ਪਾਰਟ 13 ਹੈ ਟ੍ਰੇਡ ਐਂਡ ਕਮਰਸ ਵਿਦਿਨ ਦ ਟੈਰੀਟਰੀ ਆਫ ਇੰਡੀਆ, ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਵੀ ਇੰਟਰ ਸਟੇਟ ਜਾਂ ਇੰਟਰਾ ਸਟੇਟ, ਮਤਲਬ ਕਿ ਕਿਸੇ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਇਹ ਸਾਰੀ ਟ੍ਰੇਡ ਕਿਵੇਂ ਹੋਣੀ ਹੈ, ਕਮਰਸ ਕਿੱਦਾਂ ਹੋਣੀ ਹੈ, ਇਹ ਪਾਰਟ ਜਿਹੜਾ 13 ਹੈ ਜਿਹੜਾ ਉਹ ਡਿਸਾਈਡ ਕਰਦਾ ਹੈਗਾ, ਪ੍ਰੋਵੀਜ਼ਨਸ ਨੇ ਜਿਹੜੀਆਂ, ਠੀਕ ਹੈ ਨਾ। ਪਾਰਟ 14 ਕੀ ਹੈ, ਇਸ ਦੇ ਵਿੱਚ ਸਰਵਿਸਿਜ਼ ਨੇਗੀਆਂ, ਇਹ ਵੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਆਹ ਬਹੁਤ ਇੰਪੋਰਟੈਂਟ ਪਾਰਟ ਹੈਗਾ, ਪਾਰਟ 14A 14A ਟ੍ਰਿਬਿਊਨਲਸ,
ਇਹ ਕਮੈਂਟ ਕਰੋ ਜੀ ਕਿਹੜੇ ਅਮੈਂਡਮੈਂਟ ਦੇ ਨਾਲ ਆਪਣੇ ਇਹ ਪਾਰਟ ਐਡ ਕੀਤਾ, ਪਲੀਜ਼ ਕਮੈਂਟ ਕਰੋ। ਮੈਨੂੰ ਲੱਗਿਆ ਮੇਰਾ ਹੀ ਨੈਟ ਸਲੋ ਹੈ, ਨਹੀਂ ਥੋੜ੍ਹਾ ਜਿਹਾ ਐਕਚੁਅਲੀ ਮੇਰੇ ਨੈਟ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ। ਹਾਂ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਮੈਨੇਜ ਕਰੋ, ਠੀਕ ਹੈ। ਆਈ ਹੋਪ ਯੂ ਵੁਡ ਮੈਨੇਜ। ਚਲੋ ਚਲੋ ਚਲੋ, ਮੇਰਾ ਵੀ ਨੈਟ ਇਸ਼ੂ ਹੈ, ਚਲੋ ਕੋਈ ਗੱਲ ਨਹੀਂ, ਸਾਰਿਆਂ ਦਾ ਨੈਟ ਇਸ਼ੂ ਹੈ, ਸਾਰਿਆਂ ਦਾ ਨੈਟ ਇਸ਼ੂ ਹੈ, ਤਾਂ ਆਪਾਂ ਇੱਕ ਦੂਸਰੇ ਨਾਲ ਮੈਨੇਜ ਕਰਦੇ ਹਾਂ। ਟ੍ਰਾਈਬਿਊਨਲਸ ਨੇਗੀਆਂ, ਇਹ ਵੀ ਐਡ ਕੀਤੀਆਂ ਗਈਆਂ, ਠੀਕ ਹੈ। ਸਾਰੇ ਤੋਂ ਕਰਵਾਓ ਨਹੀਂ ਐਗਜ਼ਾਮ ਨੀਅਰ ਵੇ ਕਰਵਾਉਣੇ, ਮੈਂ ਕਰਵਾ ਦੋ। ਮੇਨ ਐਕਚੁਅਲੀ ਮੇਨ 25 ਪਾਰਟਸ ਨੇ, ਤਾਂ ਮੇਨ ਹੀ ਕਰਵਾ ਰਿਹਾ ਮੈਂ, ਠੀਕ ਹੈ ਨਾ। ਵੈਸੇ ਤਾਂ 25 ਪਾਰਟਸ ਵੀ ਯਾਦ ਕਰਨੇ ਕੋਈ ਔਖੇ ਨਹੀਂ ਹੈਗੇ, ਠੀਕ ਹੈ। ਬਟ ਮੈਂ ਜਿਵੇਂ ਦੱਸ ਰਿਹਾ ਤੁਹਾਨੂੰ ਵੀ ਪਾਰਟ 14 ਹੈ ਜਿਹੜਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ, ਤੁਸੀਂ ਛੱਡ ਸਕਦੇ ਹੋ। ਅਤੇ ਪਾਰਟ 14 ਇਹ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤਾਂ ਯਾਦ ਕਰਨਾ ਜ਼ਰੂਰ ਕਰਨਾ ਹੈ, ਠੀਕ ਹੈ ਨਾ। ਪਾਰਟ 15 ਹੈ ਇਲੈਕਸ਼ਨ ਹੈ, ਜਿਵੇਂ ਇਲੈਕਸ਼ਨ ਕਮਿਸ਼ਨ ਵਗੈਰਾ ਸਾਰਾ ਕੁਛ ਇਹਦੇ ਵਿੱਚ ਆ ਗਿਆ, ਠੀਕ ਹੈ ਨਾ। ਇਲੈਕਸ਼ਨ ਕਮਿਸ਼ਨ ਦਾ ਆਰਟੀਕਲ ਕਿਹੜਾ ਜੀ, ਆਰਟੀਕਲ 324 ਹੈ, ਇੰਪੋਰਟੈਂਟ ਹੈ ਜੀ, ਕਿਉਂਕਿ ਦੇਸ਼ ਦੇ ਵਿੱਚ ਕਈ ਜਗ੍ਹਾ 'ਤੇ ਇਲੈਕਸ਼ਨ ਚੱਲ ਰਹੇ ਨੇ ਨਾ। ਆਰਟੀਕਲ 324 ਹੈ ਜਿਹੜਾ, ਉਹ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈਗਾ, ਇਲੈਕਸ਼ਨ ਕਮਿਸ਼ਨ ਦੇ ਨਾਲ। ਇਹ ਤੁਸੀਂ ਨੋਟ ਕਰ ਲਓ, ਕਿਉਂਕਿ ਦੇਸ਼ ਦੇ ਵਿੱਚ ਕਈ ਜਗ੍ਹਾ 'ਤੇ ਚੋਣਾਂ ਹੋ ਰਹੀਆਂ ਨੇ, ਤਾਂ ਇਹ ਕੁਐਸਚਨ ਬਣ ਸਕਦਾ ਹੈਗਾ, ਠੀਕ ਹੈ। ਸਪੈਸ਼ਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਸਰਟਨ ਕਲਾਸਿਸ, ਠੀਕ ਹੈ ਨਾ। ਕੁਛ ਕਲਾਸਿਸ ਨੇ ਜਿਵੇਂ OBCs ਨੇ, SC STs ਨੇਗੇ, ਤਾਂ ਜਿਹੜੇ ਅੰਡਰ ਪ੍ਰਿਵਿਲੇਜ ਜਾਂ ਅਨਪ੍ਰਿਵਿਲੇਜ ਕਲਾਸਿਸ ਨੇਗੀਆਂ, ਤਾਂ ਉਹਨਾਂ ਵਾਸਤੇ ਕੁਛ ਖਾਸ ਆਪਣੇ ਪ੍ਰਬੰਧ ਕੀਤੇ ਹੋਏ ਨੇ, ਠੀਕ ਹੈ ਨਾ। ਜਿਵੇਂ ਆਰਟੀਕਲ 340 ਹੈ ਜਿਹੜਾ, ਉਹ ਕੀ ਕਹਿੰਦਾ ਹੈ ਕਿ ਪ੍ਰੈਸੀਡੈਂਟ ਨੂੰ ਇੱਕ ਕਮਿਸ਼ਨ ਅਪੁਆਇੰਟ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੇ ਪਿਛੜੀਆਂ ਜਾਤਾਂ ਨੇਗੀਆਂ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਉਹ ਸੁਝਾਅ ਦੇ ਸਕੇ, ਉਹ ਕਮੇਟੀ। ਆਰਟੀਕਲ 340 ਇਹ ਕਹਿੰਦਾ ਹੈ, ਠੀਕ ਹੈ ਨਾ। ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਇਹਦੇ ਵਿੱਚ, ਠੀਕ ਹੈ ਨਾ। ਰਿਜ਼ਰਵੇਸ਼ਨ ਕਿਵੇਂ ਹੋਣੀ ਚਾਹੀਦੀ ਹੈ ਸੰਸਦ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ, ਇਹ ਸਾਰੀਆਂ ਪ੍ਰੋਵੀਜ਼ਨ ਇਹਦੇ ਵਿੱਚ ਨੇ। ਟੂ ਸਰਟਨ ਕਲਾਸਿਸ ਮਤਲਬ ਕੁਛ ਜਿਹੜੀਆਂ ਪਿਛੜੀਆਂ ਜਾਤਾਂ ਨੇਗੀਆਂ, OBCs ਨੇ, SC ਨੇਗੇ, ਤਾਂ ਉਹਨਾਂ ਵਾਸਤੇ ਅਸੀਂ ਇਸ ਆਰਟੀਕਲ ਦੇ ਵਿੱਚੋਂ ਹੈਲਪ ਲੈਂਦੇ ਹਾਂ, ਠੀਕ ਹੈ। ਚਲੋ ਜੀ, ਪਾਰਟ ਅੱਗੇ ਜਿਹੜਾ ਹੈਗਾ 17 ਨੰਬਰ ਆਰਟੀਕਲ ਪਾਰਟ ਹੈਗਾ, ਉਹ ਲੈਂਗੁਏਜਿਸ, ਮਤਲਬ ਕੀ ਹੈ ਕਿ ਪੰਜਾਬ ਦੀ ਜਾਂ ਸੈਂਟਰ ਦੀ ਓਫੀਸ਼ੀਅਲ ਲੈਂਗੁਏਜ ਕਿਹੜੀ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਦੱਸੋ ਇੰਡੀਆ ਦੀ ਓਫੀਸ਼ੀਅਲ ਲੈਂਗੁਏਜ ਦੱਸੋ ਜੀ ਕਿਹੜੀ ਹੈਗੀ। ਬਿਲਕੁਲ ਬਿਲਕੁਲ, ਇਲੈਕਸ਼ਨ ਬਹੁਤ ਇੰਪੋਰਟੈਂਟ ਹੈਗਾ। ਵੀਡੀਓ ਸਟਾਪ ਹੋ ਗਈ, ਕੋਈ ਗੱਲ ਨਹੀਂ, ਸਬਰ ਕਾ ਫਲ ਮੀਠਾ ਹੋਤਾ ਹੈ। ਕਿੰਨੇ ਟਾਈਮ ਦੀ ਕਲਾਸ, ਘੰਟੇ ਦੀ ਕਲਾਸ ਹੈ ਜੀ, ਬਸ ਪਾਰਟਸ ਆਪਾਂ ਡਿਸਕਸ ਕਰਾਂਗੇ, ਠੀਕ ਹੈ ਨਾ। ਦੈਨ ਵਾਈਂਡ ਅਪ ਕਰ ਦਾਂਗੇ, ਘੰਟੇ ਦੀ ਕਲਾਸ ਸੀਗੀ ਆਪਣੀ, ਠੀਕ ਹੈ। ਕੋਈ ਗੱਲ ਨਹੀਂ, ਆਪਾਂ ਬੜੇ ਪਿਆਰ ਨਾਲ ਕਵਰ ਕਰਾਂਗੇ। ਐਕਚੁਅਲੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਕਰ ਰਹੇ ਹਾਂ, ਤਾਂ ਕਰਕੇ ਮੇਨ ਚੀਜ਼ਾਂ ਕਰ ਰਹੇ ਹਾਂ। ਅਦਰਵਾਈਜ਼ ਪੋਲਿਟੀ ਆਪਾਂ ਸਾਰੀ ਡਿਸਕਸ ਕਰਾਂਗੇ। ਐਪ 'ਤੇ ਕੋਰਸਿਸ ਨੇ ਕਿ ਤੁਸੀਂ ਬਾਏ ਕਰ ਸਕਦੇ ਹੋ ਉਹ, ਠੀਕ ਹੈ ਨਾ। ਫ੍ਰੀ ਕੋਰਸਿਸ ਵੀ ਨੇ, ਤੁਸੀਂ ਉਹਨਾਂ ਦਾ ਫਾਇਦਾ ਵੀ ਲੈ ਸਕਦੇ ਹੋ, ਦੋਨੋਂ ਚੀਜ਼ਾਂ ਨੇਗੀਆਂ, ਠੀਕ ਹੈ। ਐਮਰਜੈਂਸੀ ਪ੍ਰੋਵੀਜ਼ਨਸ, ਪਾਰਟ 18 ਦੇ ਵਿੱਚ ਐਮਰਜੈਂਸੀ ਪ੍ਰੋਵੀਜ਼ਨ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡਾ ਜਿਹੜਾ ਫੈਡਰਲ ਸਟਰਕਚਰ ਹੈਗਾ ਉਹ ਯੂਨਿਟਰੀ ਬਾਇਸਡ ਹੈਗਾ, ਕਿ ਸੈਂਟਰ ਸਰਕਾਰ ਨੂੰ ਥੋੜ੍ਹੀਆਂ ਜ਼ਿਆਦਾ ਪਾਵਰਸ ਦਿੱਤੀਆਂ ਗਈਆਂ ਨੇ ਸਾਡੇ ਫੈਡਰਲ ਸਿਸਟਮ ਦੇ ਵਿੱਚ, ਕਿ ਜਿਹੜਾ ਰਾਸ਼ਟਰਪਤੀ ਰਾਜ ਅਲੱਗ ਹੋ ਸਕਦਾ ਸਟੇਟ ਦੇ ਵਿੱਚ। ਤਾਂ ਇੱਦਾਂ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇਗੀਆਂ ਉਹ ਐਮਰਜੈਂਸੀ ਦੇ ਵਿੱਚ ਆ ਜਾਂਦੀਆਂ ਨੇਗੀਆਂ, ਠੀਕ ਹੈ ਨਾ। 3 ਤਰ੍ਹਾਂ ਦੀਆਂ ਐਮਰਜੈਂਸੀਜ਼ ਹੁੰਦੀਆਂ ਨੇ ਜੀ ਸਰ, ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੀ ਐਮਰਜੈਂਸੀਜ਼ ਨੇਗੀਆਂ, ਠੀਕ ਹੈ ਨਾ। ਨੈਸ਼ਨਲ, ਸਟੇਟ ਅਤੇ ਫਾਈਨੈਂਸ਼ੀਅਲ ਐਮਰਜੈਂਸੀ, ਆਰਟੀਕਲ 352, 356 ਅਤੇ 360, ਠੀਕ ਹੈ ਜੀ। ਇੰਪੋਰਟੈਂਟ ਹੈ ਜੀ ਇਹ ਵੀ ਕਾਫੀ, ਤੁਸੀਂ ਨੋਟ ਵੀ ਕਰ ਸਕਦੇ ਹੋ। ਆਰਟੀਕਲ 352 ਜਿਹੜਾ ਉਹ ਨੈਸ਼ਨਲ ਐਮਰਜੈਂਸੀ ਹੈ, 356 ਹੈ ਜਿਹੜਾ ਬਿਲਕੁਲ ਹਿੰਦੀ, ਹਾਂ ਬਿਲਕੁਲ ਹਿੰਦੀ ਓਫੀਸ਼ੀਅਲ ਲੈਂਗੁਏਜ ਹੈ ਦੇਵਨਾਗਰੀ ਸਕ੍ਰਿਪਟ ਦੇ ਵਿੱਚ, ਠੀਕ ਹੈ ਨਾ। ਨੈਸ਼ਨਲ ਲੈਂਗੁਏਜ ਕੋਈ ਨਹੀਂ ਹੁੰਦੀ, ਇਹ ਧਿਆਨ ਰੱਖਣਾ ਹੈ। ਨੈਸ਼ਨਲ ਲੈਂਗੁਏਜ ਕੋਈ ਨਹੀਂ ਹੈ ਦੇਸ਼ ਦੀ, ਇੰਡੀਆ ਦੀ ਓਫੀਸ਼ੀਅਲ ਲੈਂਗੁਏਜ ਹੈ ਉਹ ਹਿੰਦੀ ਹੈ, ਠੀਕ ਹੈ, ਦੇਵਨਾਗਰੀ ਸਕ੍ਰਿਪਟ ਦੇ ਵਿੱਚ, ਬਿਲਕੁਲ। ਨੈਸ਼ਨਲ ਲਾਈਕ ਇੰਦਰਾ ਗਾਂਧੀ ਵਾਲੀ, ਵਟ ਵਿਸ਼ਾਲ ਸਰ ਕੀ ਕਹਿ ਰਹੇ ਹੋ, विशाल होता है नेशनल लाइक इंदिरा गांधी वाली 352, बिल्कुल हाँ बिल्कुल जो इंदिरा गांधी ने एमरजेंसी लगाई सी वो नैशनल एमरजेंसी सी, ठीक है। अच्छा डेट दसो जी एमरजेंसी किहड़ी सीगी, 25 जून 1975, ठीक है जी। ये सी जी नैशनल एमरजेंसी लगी सी, ठीक है। 356 ਵਿੱਚ ਸੀਗਾ ਆਪਣਾ ਸਟੇਟ ਐਮਰਜੈਂਸੀ ਜਾਂ ਪ੍ਰੈਸੀਡੈਂਟ ਰੂਲ, 360 ਦੇ ਵਿੱਚ ਆਇਆ ਗਿਆ ਫਾਈਨੈਂਸ਼ੀਅਲ ਐਮਰਜੈਂਸੀ। ਚਲੋ 352 ਪੰਜਾਬ ਦੀ ਕਿਹੜੀ, ਪੰਜਾਬ ਦੀ ਕੀ ਸਰ, ਪੰਜਾਬ ਦੀ ਕਿਹੜੀ, ਪੰਜਾਬ ਦੀ ਪੰਜਾਬੀ ਸਰ, ਪੰਜਾਬ ਦੀ ਪੰਜਾਬੀ ऑफिशियल लैंग्वेज है, बिल्कुल शेयर कर दो सर क्लास ਨੂੰ, ठीक है ना। थोड़ा ਜਿਹਾ ਹੌਸਲਾ ਹੋ ਜਾਂਦਾ ਸਾਨੂੰ ਵੀ, ठीक है ना। शेयर कर दिया करो अपने आप, कोई इशू नहीं है। चलो पार्ट 19 है मिसलेनियस हैगा, ठीक है। होर चीज़ां भी होंदियां ने इहदे विच, मिसलेनियस मतलब होर चीज़ां कह सकदे तुसीं, एक्सट्रा अदर, ये सारा कुछ। पार्ट 20 ਦੇ ਵਿੱਚ अमेंडमेंट ऑफ द कॉन्स्टिट्यूशन, देखो आर्टिकल 368 है, ये बहुत आर्टिकल्स ने ਜਿਹੜੇ ਕਿ ਅਮੈਂਡਮੈਂਟਸ, ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੌਂਸਟੀਟਿਊਸ਼ਨ ਨੂੰ ਅਮੈਂਡ ਕੀਤਾ ਜਾ ਸਕਦਾ, ਬਦਲਿਆ ਜਾ ਸਕਦਾ, ਬਿਲਕੁਲ। ਤਾਂ ਉਹ ਸਾਡਾ ਸਾਰਾ ਕੁਛ ਇਹਦੇ ਵਿੱਚ ਆ ਜਾਏਗਾ, ਬਿਲਕੁਲ ਜੀ।
ਚਲੋ ਹੁਣ ਪਾਰਟੀਕਲ ਪਾਰਟ 21 ਹੈ, ਇਹ ਸਾਡਾ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਜੀ, ਕਾਫੀ ਇੰਪੋਰਟੈਂਟ ਬਣ ਜਾਂਦਾ ਹੈ, ਕਿਉਂਕਿ ਜੰਮੂ ਕਸ਼ਮੀਰ ਦੇ ਆਰਟੀਕਲ 370 ਤੋਂ ਬਾਅਦ ਇਹ ਇੰਪੋਰਟੈਂਟ ਬਣ ਜਾਂਦਾ, ਕਿਉਂਕਿ ਜਿਹੜਾ ਆਰਟੀਕਲ 370 ਸੀ ਉਹ ਵੀ ਇਹਦੇ ਵਿੱਚ ਹੀ ਸੀਗਾ ਹੁਣ ਮਤਲਬ ਕਾਫੀ ਕੁਛ ਇਹਦੇ ਵਿੱਚ ਬਦਲਾਵ ਕਰਤਾ। ਤਾਂ ਪਾਰਟ 21 ਜਿਹੜਾ ਉਹ ਟੈਂਪਰੇਰੀ ਪ੍ਰੋਵੀਜ਼ਨ ਨਾਲ ਡੀਲ ਕਰਦਾ ਹੈਗਾ, ਠੀਕ ਹੈ। ਪਾਰਟ 22 ਹੈ ਜਿਹੜਾ ਸ਼ੋਰ ਟਾਈਟਲ ਕਮੈਂਸਮੈਂਟ, ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ। ਸੌਰੀ, ਚਲੋ ਠੀਕ ਹੈ। ਤਾਂ ਦੇਖੋ ਹੁਣ ਤੁਸੀਂ ਧਿਆਨ ਦਿਓ, ਜਿਹੜਾ ਪਾਰਟ 22 ਹੈ ਇਹ ਐਂਡ ਕਿੱਥੇ ਹੋਇਆ, ਪਾਰਟ 22 ਤੱਕ ਹੋਏਗਾ, ਠੀਕ ਹੈ। ਆਪਾਂ ਨੇ ਪਹਿਲਾਂ ਵੀ ਕਿਹਾ ਸੀ ਜਿਹੜੇ ਇਨੀਸ਼ੀਅਲ ਆਰਟੀਕਲ ਸੀਗੇ ਉਹ ਪਾਰਟ 22 ਪਾਰਟ ਸੀਗੇ, ਜਿਹੜੇ ਇਨੀਸ਼ੀਅਲ ਜਦੋਂ ਕੌਂਸਟੀਟਿਊਸ਼ਨ ਬਣਿਆ ਹੈਗਾ, ਲਾਗੂ ਹੋਇਆ, ਉਦੋਂ 22 ਪਾਰਟ ਸੀਗੇ, ਬਟ ਐਟ ਪ੍ਰੈਜ਼ੈਂਟ 25 ਨੇਗੇ। ਤਾਂ ਜਿਹੜਾ ਲਾਸਟ ਨੰਬਰ ਹੈ ਉਹ ਅੱਜ ਵੀ 22 ਹੈਗਾ, ਤਾਂ ਫਿਰ 25 ਕਿਵੇਂ ਬਣੇ, ਇੱਥੋਂ ਬਣੇ, ਕਿਉਂਕਿ ਏ ਬੀ ਨਾਲ ਸਾਡੇ 25 ਬਣ ਗਏ। ਤਾਂ ਜਿਹੜੇ ਟੋਟਲ ਪਾਰਟਸ ਨੇ ਅੱਜ ਉਹ 25 ਨੇਗੇ, ਠੀਕ ਹੈ। ਚਲੋ ਸਪੈਸ਼ਲ ਪ੍ਰੋਵੀਜ਼ਨਸ, ਹਾਂ ਕਈ ਆਰਟੀਕਲਸ ਨੇ 370 371 ਹੋਰ ਵੀ ਆਰਟੀਕਲਸ ਨੇ, ਠੀਕ ਹੈ ਨਾ। ਆਲ ਦਾ ਪ੍ਰੋਸੀਡਿੰਗ ਇਨ ਹਾਈ ਕੋਰਟ ਐਂਡ ਸੁਪਰੀਮ ਕੋਰਟ ਆਰ ਟੂ ਬੀ ਇੰਗਲਿਸ਼ ਓਨਲੀ, ਬਿਲਕੁਲ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਸਿਰਫ ਇੰਗਲਿਸ਼ ਦੇ ਵਿੱਚ ਪ੍ਰੋਸੀਡਿੰਗ ਹੋ ਸਕਦੀਆਂ ਨੇ। ਹਾਂਜੀ ਇਹ ਵਾਲੀ ਕਲਾਸ ਬਿਲਕੁਲ ਫ੍ਰੀ ਹੈ, ਸੌਰੀ ਇਹ ਵਾਲੀ ਕਲਾਸ ਬਿਲਕੁਲ ਫ੍ਰੀ ਹੈ, ਠੀਕ ਹੈ, ਕੋਈ ਗੱਲ ਨਹੀਂ। ਚਲੋ ਸ਼ਡਿਊਲ ਵੀ ਆਪਾਂ ਮੋਟੇ ਕਰ ਲੈਣੇ ਇੱਕ ਵਾਰੀ, ਠੀਕ ਹੈ ਨਾ। ਦੇਖੋ ਆਪਾਂ ਪੜ੍ਹੇ 12 ਸ਼ਡਿਊਲਸ ਨੇਗੇ, ਠੀਕ ਹੈ ਨਾ। ਚਲੋ ਕਰ ਲੈਂਦੇ, ਕੋਈ ਗੱਲ ਨਹੀਂ। ਪਹਿਲਾ ਸ਼ਡਿਊਲ ਹੈ, ਦੇਖੋ ਜੀ ਆਰਟੀਕਲ 1 ਤੋਂ 4 ਇਸ ਸ਼ਡਿਊਲ ਦੇ ਵਿੱਚ ਹੈਗੇ ਨੇ, ਠੀਕ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਪਹਿਲਾ ਪਾਰਟ ਸੀ ਆਪਣਾ ਯੂਨੀਅਨ ਅਤੇ ਟੈਰੀਟਰੀਜ਼ ਦੇ ਵਿੱਚ ਕੀਤਾ ਸੀ ਆਪਾਂ ਨੇ। ਦੇਖੋ ਪਹਿਲਾ ਪਾਰਟ ਹੈ ਜਿਹੜਾ ਉਹ ਯੂਨੀਅਨ ਐਂਡ ਟੈਰੀਟਰੀਜ਼ ਨੇਗੇ, ਠੀਕ ਹੈ ਨਾ। ਤਾਂ ਇਸੇ ਤਰ੍ਹਾਂ ਪਹਿਲੇ ਸ਼ਡਿਊਲ ਦੇ ਵਿੱਚ ਵੀ ਸਟੇਟਸ ਦੇ ਅਤੇ ਯੂਨੀਅਨ ਟੈਰੀਟਰੀਜ਼ ਦੇ ਨਾਮ ਲਿਖੇ ਹੋਏ ਨੇ, ਠੀਕ ਹੈ ਨਾ, ਅਤੇ ਉਹਨਾਂ ਦੇ ਬੋਰਡਰ ਬਾਊਂਡਰੀਜ਼ ਵਗੈਰਾ ਦੱਸੀਆਂ ਹੋਈਆਂ ਨੇ, ਕਿਤੋਂ ਬਾਊਂਡਰੀ ਲੱਗਦੀ ਹੈ, ਠੀਕ ਹੈ ਜੀ। ਪਹਿਲੀ ਕਲਾਸ ਹੈ ਜੀ, ਬਿਲਕੁਲ ਅੱਜ ਫਸਟ ਕਲਾਸ ਹੈਗੀ ਹੈ, ਠੀਕ ਹੈ। ਸਾਰਾ ਆਪਾਂ ਪੋਲਿਟੀ, ਸਾਰਾ ਜਨਰਲ ਸਟੱਡੀ ਸਾਰਾ ਕਵਰ ਕਰਾਂਗੇ। ਅੱਜ ਸਿਰਫ ਇੰਟਰੋਡਕਟਰੀ ਕਲਾਸ ਹੈਗੀ, ਅਤੇ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬੈਚ ਸਟਾਰਟ ਕੀਤਾ ਗਿਆ, ਠੀਕ ਹੈ। ਪਟਵਾਰੀ ਐਗਜ਼ਾਮ ਤੱਕ ਇਹ ਕਲਾਸਿਸ ਫ੍ਰੀ ਰਹਿਣਗੀਆਂ, ਠੀਕ ਹੈ ਨਾ, ਠੀਕ ਹੈ। ਮੈਕਸੀਮਮ ਅਸੀਂ ਫ੍ਰੀ ਕੰਟੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਕੁਝ ਕੰਟੈਂਟ ਹੈ ਜਿਹੜਾ ਫ੍ਰੀ ਨਹੀਂ ਪ੍ਰੋਵਾਈਡ ਕੀਤਾ ਜਾ ਸਕਦਾ, ਤਾਂ ਉਹ ਤੁਸੀਂ ਜਿਹੜਾ ਡੈਡੀਕੇਟਡ ਮਟੀਰੀਅਲ ਹੈ ਉਹ ਐਪ ਤੋਂ ਬਾਏ ਕਰ ਸਕਦੇ ਹੋ, ਠੀਕ ਹੈ। ਚਲੋ ਬਾਕੀ ਮੈਕਸੀਮਮ ਕੰਟੈਂਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫ੍ਰੀ ਪ੍ਰੋਵਾਈਡ ਕਰੀਏ, ਠੀਕ ਹੈ। ਸੈਕਿੰਡ ਸ਼ਡਿਊਲ ਹੈ ਜਿਹੜਾ ਉਹਦੇ ਵਿੱਚ ਕੀ ਹੈਗਾ, ਸੈਲਰੀਜ਼ ਵਗੈਰਾ ਨੇ ਜਿਹੜੀਆਂ ਓਫੀਸ਼ੀਅਲਸ ਦੀਆਂ ਆਉਂਦੀਆਂ, ਠੀਕ ਹੈ ਨਾ। ਮਤਲਬ ਸਾਰੇ ਜਿਹੜੇ ਜੱਜਿਸ ਨੇ, ਕੈਗ ਹੈ, ਉਹ ਸਾਰੇ ਦੀਆਂ ਜਿਹੜੀਆਂ ਸੈਲਰੀਜ਼ ਨੇ ਉਹ ਸੈਕਿੰਡ ਸ਼ਡਿਊਲ ਦੇ ਵਿੱਚ ਲਿਖੇ ਹੋਏ। ਵੈਸੇ ਅੱਜ ਇਸ ਸ਼ਡਿਊਲ ਦੀ ਜਿਹੜੀ ਯੂਟਿਲਿਟੀ ਹੈ ਉਹ ਲਗਭਗ ਨਾ ਬਰਾਬਰ ਹੈ, ਕਿਉਂਕਿ ਹਰ ਇੱਕ ਜਿਹੜਾ ਫੰਕਸ਼ਨਰੀ ਹੈ ਉਹਨਾਂ ਦੀਆਂ ਸੈਲਰੀਜ਼ ਆਪਣੇ ਵੱਖਰੇ ਲੌਜ਼ ਬਣੇ ਹੋਏ ਨੇ, ਠੀਕ ਹੈ ਨਾ। ਤਾਂ ਪ੍ਰੈਕਟੀਕਲੀ ਇਹਦੇ ਕੋਈ ਯੂਜ਼ ਰਹਿ ਨਹੀਂ ਜਾਂਦਾ ਅੱਜ ਕੱਲ੍ਹ, ਇਹ ਰਿਡੰਡੈਂਟ ਸ਼ਡਿਊਲ ਹੈ, ਠੀਕ ਹੈ ਨਾ। ਅੱਛਾ ਸ਼ਡਿਊਲ ਹੁੰਦਾ ਕਿ ਸਕੈਡਿਊਲ ਹੁੰਦਾ ਹੈਗਾ, ਬਹੁਤ ਲੋਕ ਸਕੈਡਿਊਲ ਵੀ ਕਹਿੰਦੇ ਨੇ, ਕੀ ਡਿਫਰੈਂਸ ਹੈਗਾ ਸ਼ਡਿਊਲ ਅਤੇ ਸਕੈਡਿਊਲ ਸਿਰਫ ਉਹ ਇਹ ਮਤਲਬ ਨਹੀਂ ਹੈਗਾ ਕਿ ਜਿਹੜਾ ਪੋਲਿਟੀ ਦੇ ਵਿੱਚ ਪੜ੍ਹਦੇ ਹਾਂ ਉਹ ਸ਼ਡਿਊਲ ਹੈ, ਜਿਹੜਾ ਟਾਈਮ ਦੇ ਨਾਲ ਰਿਲੇਟਡ ਹੈ ਵੀ ਅਸੀਂ ਟਾਈਮ ਟੇਬਲ ਬਣਾਉਣਾ ਉਹ ਸਕੈਡਿਊਲ ਹੈ, ਇੱਦਾਂ ਨਹੀਂ ਹੈ। ਦੋਨੇ ਚੀਜ਼ਾਂ ਸੇਮ ਹੀ ਨੇਗੀਆਂ, ਠੀਕ ਹੈ। ਬਟ ਕੁਛ ਲੋਕ ਸਕੈਡਿਊਲ ਕਹਿੰਦੇ ਨੇ, ਉਹ ਕਿਉਂ ਕਹਿੰਦੇ ਨੇ ਚਲੋ ਮੈਂ ਦੱਸਦਾ। ਇਹ ਐਕਚੁਅਲੀ ਐਕਸੈਂਟ ਦਾ ਫਰਕ ਹੈ, ਅਸੀਂ ਯੂਜ਼ ਕਰਦੇ ਹਾਂ ਬ੍ਰਿਟਿਸ਼ ਇੰਗਲਿਸ਼, ਠੀਕ ਹੈ ਨਾ, ਅਮੈਰੀਕਨ ਇੰਗਲਿਸ਼ ਨਹੀਂ ਯੂਜ਼ ਕਰਦੇ। ਜਿਹੜਾ ਸਕੈਡਿਊਲ ਹੈ ਉਹ ਅਮੈਰੀਕਨ ਇੰਗਲਿਸ਼ ਦੇ ਵਿੱਚ ਆਉਂਦਾ ਅਤੇ ਬ੍ਰਿਟਿਸ਼ ਇੰਗਲਿਸ਼ ਜਿਹੜੀ ਉਹ ਸ਼ਡਿਊਲ ਹੀ ਹੁੰਦੀ ਹੈ, ਠੀਕ ਹੈ ਨਾ। ਤਾਂ ਥੋੜ੍ਹਾ ਜਿਹਾ ਡਿਫਰੈਂਸ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਚੀਜ਼, ਠੀਕ ਹੈ ਨਾ। ਤਾਂ ਜੇ ਆਪਾਂ ਲੀਗਲੀ ਮੰਨ ਕੇ ਚੱਲੀਏ ਤਾਂ ਸਕੈਡਿਊਲ ਗਲਤ ਹੋਏਗਾ, ਸ਼ਡਿਊਲ ਸਹੀ ਪ੍ਰੋਨਾਂਸੀਏਸ਼ਨ ਹੈਗੀ, ਕਿਉਂਕਿ ਆਪਾਂ ਬ੍ਰਿਟਿਸ਼ ਇੰਗਲਿਸ਼ ਯੂਜ਼ ਕਰਦੇ ਹਾਂ। ਬਟ ਸਕੈਡਿਊਲ ਬੋਲਣ ਨਾਲ ਅਸੀਂ ਗਲਤ ਤਾਂ ਨਹੀਂ ਕਹਿੰਦੇ, ਕਿਉਂਕਿ ਜਿਹੜੀ ਭਾਸ਼ਾ ਹੈ, ਜਿਹੜੀ ਲੈਂਗੁਏਜ ਹੈ ਉਹ ਇੱਕ ਲਿਵਿੰਗ ਹੁੰਦੀ ਹੈ, ਜਿਉਂਦੀ ਜਾਗਦੀ ਵਸਤੂ ਹੁੰਦੀ ਹੈ, ਤਾਂ ਕਰਕੇ ਚੇਂਜਿਸ ਆਉਂਦੇ ਰਹਿੰਦੇ ਨੇ। ਤਾਂ ਜਿਹੜਾ ਸਕੈਡਿਊਲ ਕਹਿ ਰਹੇ ਨੇ ਉਹ ਵੀ ਠੀਕ ਨੇ, ਠੀਕ ਹੈ ਨਾ, ਬਟ ਉਹ ਅਮੈਰੀਕਨ ਇੰਗਲਿਸ਼ ਹੈ ਐਕਚੁਅਲੀ। ਚਲੋ ਥਰਡ ਸ਼ਡਿਊਲ, ਇਹਦੇ ਵਿੱਚ ਸਾਰਿਆਂ ਦੀਆਂ ਸਹੁੰਆਂ ਲਿਖੀਆਂ ਹੋਈਆਂ ਨੇਗੀਆਂ, ਠੀਕ ਹੈ ਨਾ। ਓਥ ਕਿਹੜੀ ਲਿਖੀ ਹੋਈ ਹੈ, ਜੱਜਿਸ ਵਗੈਰਾ ਦੀ। ਅੱਛਾ ਇਹਦੇ ਵਿੱਚ ਪ੍ਰੈਜ਼ੀਡੈਂਟ ਦੀ ਓਥ ਨਹੀਂ ਹੈਗੀ, ਧਿਆਨ ਰੱਖਣਾ, ਠੀਕ ਹੈ ਨਾ। ਬਾਕੀ ਮੈਕਸੀਮਮ ਫੰਕਸ਼ਨਰੀਜ਼ ਦੀ ਓਥ ਹੈਗੀ ਹੈ, ਪ੍ਰੈਜ਼ੀਡੈਂਟ ਦੀ ਓਥ ਨਹੀਂ ਹੈਗੀ ਇਹਦੇ ਵਿੱਚ। ਪ੍ਰੈਜ਼ੀਡੈਂਟ ਦੀ ਓਥ ਦਾ ਡਿਫਰੈਂਟ ਆਰਟੀਕਲ ਹੈਗਾ। ਨਹੀਂ ਸੈਲਰੀਜ਼ ਨਹੀਂ ਪੁੱਛਦੇ, ਸੈਲਰੀਜ਼ ਬਿਲਕੁਲ ਨਹੀਂ ਪੁੱਛਦੇ, ਕਿਸੇ ਨੇ ਕੁਛ ਨਹੀਂ ਲੈਣਾ ਨਵਦੀਪ ਕੌਰ ਸੈਲਰੀਜ਼ ਤੋਂ, ਸੈਲਰੀਜ਼ ਕਦੇ ਨਹੀਂ ਪੁੱਛਦੇ। ਜੋ ਮੈਂ ਪੜ੍ਹਾ ਰਿਹਾ ਐਟਲੀਸਟ ਉਹ ਪੜ੍ਹੋ ਤੁਸੀਂ। ਦੀਵੇ ਸ਼ਰਮਾ ਸੈਲਰੀਜ਼ ਕੋਈ ਗੱਲ ਨਹੀਂ, ਤੁਹਾਨੂੰ ਥੋੜ੍ਹਾ ਜਿਹਾ ਮਤਲਬ ਥੋੜ੍ਹੇ ਕੋਈ ਨੋਨ ਹੋਣੇ ਤਾਂ ਸੈਲਰੀਜ਼ ਕੋਈ ਨਹੀਂ ਪੁੱਛਦਾ, ਡੋਂਟ ਵਰੀ। ਇੰਨੀਆਂ ਟ੍ਰੀਵੀਅਲ ਚੀਜ਼ਾਂ ਨਹੀਂ ਕੁਝ ਪੁੱਛਦੇ, ਟ੍ਰੀਵੀਅਲ ਮਤਲਬ ਅਨਇੰਪੋਰਟੈਂਟ ਚੀਜ਼ਾਂ ਨਹੀਂ ਪੁੱਛਦੇ ਕੋਈ, ਠੀਕ ਹੈ। ਚਲੋ
फोर्थ शेड्यूल ਦੇ ਵਿੱਚ ਕੀ ਹੈ, ਕੋਈ ਪਹਿਲਾਂ ਪੁੱਛ ਰਿਹਾ ਸੀ ਕਿ ਰਾਜ ਸਭਾ ਦੀ ਸੀਟਸ ਦਾ ਕਿਹੜਾ ਸ਼ੈਡਿਊਲ ਹੁੰਦਾ, ਉਹ ਦੈਟ ਇਜ਼ ਫੋਰਥ ਸ਼ੈਡਿਊਲ ਹੈ ਕਿ ਰਾਜ ਸਭਾ ਦੇ ਸੀਟਸ ਦੇ ਵਿੱਚ ਦੇਖੋ ਰਾਜ ਸਭਾ ਕੀ ਮਤਲਬ ਹੋਇਆ, ਰਾਜਾ ਮਤਲਬ ਸਟੇਟਸ। ਆਪਾਂ ਪਹਿਲਾਂ ਵੀ ਕਰਕੇ ਹਟੇ ਸੀ ਕਿ ਇਹਦਾ ਨਾਮ ਕੀ ਹੈ, ਕਾਊਂਸਲ ਆਫ ਸਟੇਟਸ ਹੈਗਾ ਜਿਹੜਾ ਰਾਜ ਸਭਾ ਦਾ ਨਾਮ ਹੈਗਾ, ਠੀਕ ਹੈ ਨਾ। ਕਾਊਂਸਲ ਮਤਲਬ ਕੀ ਹੈ, ਜਿਹੜੀਆਂ ਸਾਰੀਆਂ ਸਟੇਟਸ ਨੇ ਉਹਨਾਂ ਦੀ ਪਰਿਸ਼ਦ ਹੈ, ਉਹਨਾਂ ਦੀ ਬੈਠਕ ਹੈਗੀ, ਠੀਕ ਹੈ ਨਾ। ਤਾਂ ਇਸੇ ਕਰਕੇ ਹਰ ਇੱਕ ਸਟੇਟ ਨੂੰ ਐਲੋਕੇਟਡ ਨੇ ਕੁਛ ਸੀਟਸ ਰਾਜ ਸਭਾ ਦੇ ਵਿੱਚ। ਪੰਜਾਬ ਦੀਆਂ ਸੀਟਸ ਦੱਸੋ ਜੀ, ਕਮੈਂਟ ਕਰੋ ਕਿੰਨੀਆਂ ਸੀਟਸ ਐਲੋਕੇਟਡ ਨੇਗੀਆਂ ਪੰਜਾਬ ਨੂੰ ਰਾਜ ਸਭਾ ਦੇ ਵਿੱਚ, ਪਲੀਜ਼ ਕਮੈਂਟ ਕਰੋ। ਐਕਸਟ੍ਰੀਮਲੀ ਸੌਰੀ। ਆਰਟੀਕਲ ਪੁੱਛਣਗੇ UPSC ਥੋੜ੍ਹੀ ਨਾ, ਆਰਟੀਕਲ ਪੁੱਛਣਗੇ UPSC ਥੋੜ੍ਹੀ ਨਾ। ਨਹੀਂ ਸੈਲਰੀਜ਼ ਤਾਂ UPSC ਦੇ ਵਿੱਚ ਵੀ ਨਹੀਂ ਪੁੱਛਦੇ, ਸੈਲਰੀਜ਼ ਤਾਂ UPSC ਦੇ ਵਿੱਚ ਵੀ ਨਹੀਂ ਪੁੱਛਦੇ ਹੈਗੇ। ਨੌਲੇਜ ਇਜ਼ ਸਟਰੈਂਥ, ਕੋਈ ਗੱਲ ਨਹੀਂ, 5 ਲੱਖ ਸੈਲਰੀ ਹੈ, ਵੈਲ ਐਂਡ ਗੁੱਡ ਹੈ, ਰਾਸ਼ਟਰਪਤੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ। ਬਟ ਇਹ ਚੀਜ਼ਾਂ ਡਿਸਕਸ ਕਰਨ ਦੀ ਲੋੜ ਨਹੀਂ ਹੈ, ਠੀਕ ਹੈ ਨਾ, ਅਨਇੰਪੋਰਟੈਂਟ ਚੀਜ਼ਾਂ ਨੇ। ਆਪਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਪੜ੍ਹਨਾ ਤਾਂ ਬੈਟਰ ਹੈ ਕੰਸਾਈਜ਼ ਟੂ ਦਾ ਪੁਆਇੰਟ ਚੀਜ਼ਾਂ ਨੂੰ ਪੜ੍ਹਿਆ ਜਾਵੇ, ਠੀਕ ਹੈ। ਚਲੋ ਫਾਲਤੂ ਚੀਜ਼ਾਂ 'ਤੇ ਕਿਉਂ ਟਾਈਮ ਖਰਾਬ ਕਰਦੇ ਹੋ। ਅੱਛਾ ਇੱਕ ਚੀਜ਼ ਹੋਰ, ਅਪਰ ਹਾਊਸ ਹੁੰਦਾ ਹੈ ਰਾਜ ਸਭਾ, ਠੀਕ ਹੈ ਨਾ। ਆਪਾਂ ਦੋ ਹਾਊਸਿਸ ਪੜ੍ਹੇ ਨੇ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਜਿਹੜਾ ਲੋਅਰ ਹਾਊਸ ਹੈ ਅਤੇ ਰਾਜ ਸਭਾ ਜਿਹੜਾ ਉਹ ਅਪਰ ਹਾਊਸ ਹੈ, ਠੀਕ ਹੈ। ਚਲੋ ਫਿਫਥ ਸ਼ਡਿਊਲ ਹੈ ਜਿਹੜਾ, ਉਹਦੇ ਵਿੱਚ ਕੀ ਹੈ, ਦੇਖੋ ਆਪਾਂ ਪਹਿਲਾਂ ਵੀ ਕਰਕੇ ਹਟੇ ਕਿ ਕੁਛ ਜਿਹੜੇ ਏਰੀਆਸ ਨੇ ਉਹਦੇ ਵਿੱਚ ਆਦੀਵਾਸੀ ਲੋਕ ਜ਼ਿਆਦਾ ਰਹਿੰਦੇ ਨੇ, ਤਾਂ ਉਹਨਾਂ ਨੂੰ ਜ਼ਿਆਦਾ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ, ਠੀਕ ਹੈ ਨਾ। ਪੰਜਵਾਂ ਅਤੇ ਛੇਵਾਂ ਸ਼ਡਿਊਲ ਵੀ ਐਸੇ ਏਰੀਆਸ ਨੂੰ ਡੀਲ ਕਰਦਾ ਹੈਗਾ, ਠੀਕ ਹੈ ਨਾ। ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲਡ ਏਰੀਆਜ਼ ਐਂਡ ਸ਼ਡਿਊਲਡ ਟਰਾਈਬਸ। ਦੇਖੋ ਸ਼ਡਿਊਲਡ ਟਰਾਈਬ ਦਾ, ਸ਼ਡਿਊਲਡ ਦਾ ਮਤਲਬ ਕੀ ਹੈ ਐਕਚੁਅਲੀ, ਸ਼ਡਿਊਲਡ ਦਾ ਮਤਲਬ ਜਿਵੇਂ ਆਪਾਂ ਸ਼ਡਿਊਲਡ ਕਲਾਸ ਕਹਿੰਦੇ ਹਾਂ, SC ਕਹਿੰਦੇ ਹਾਂ, ਉਹਦਾ ਮਤਲਬ ਕੀ ਹੈ ਸ਼ਡਿਊਲਡ ਦਾ। ਸਿੰਪਲੀ ਸ਼ਡਿਊਲਡ ਦਾ ਮਤਲਬ ਹੈ ਲਿਸਟ। ਦੇਖੋ ਲਿਸਟ ਦਾ ਇੱਕ ਹੋਰ ਨਾਮ, ਲਿਸਟ ਪਤਾ ਨਾ ਆਪਾਂ ਨੂੰ, ਇੱਕ ਪਰਚਾ ਮਤਲਬ, ਠੀਕ ਹੈ, ਲਿਸਟ ਬਣਾ ਲਈ ਆਪਾਂ ਨੇ। ਲਿਸਟ ਦਾ ਦੂਜਾ ਨਾਮ ਹੈ ਸ਼ਡਿਊਲ, ਵੀ ਸ਼ਡਿਊਲ ਬਣਾ ਲਿਆ। ਤਾਂ ਜਦੋਂ ਪਹਿਲੀ ਵਾਰ ਅੰਗਰੇਜ਼ ਸਰਕਾਰ ਨੇ, ਬ੍ਰਿਟਿਸ਼ ਸਰਕਾਰ ਨੇ ਜਿਹੜੇ ਪਿਛੜੀਆਂ ਜਾਤਾਂ ਸੀ ਉਹਨਾਂ ਦੀ ਲਿਸਟ ਬਣਾਈ, ਸ਼ਡਿਊਲ ਬਣਾਇਆ, ਉਹਨਾਂ ਨੇ ਕਹਿਤਾ ਅਸੀਂ ਸ਼ਡਿਊਲ ਬਣਾ ਲਿਆ। ਤਾਂ ਜਿਹੜੀਆਂ ਜਾਤਾਂ ਦਾ ਨਾਮ, ਜਿਹੜੇ ਕਾਸਟ ਦਾ ਨਾਮ ਉਹ ਲਿਸਟ ਦੇ ਵਿੱਚ ਸੀਗਾ, ਉਹਨਾਂ ਨੂੰ ਉਸ ਸ਼ਡਿਊਲ ਦੇ ਵਿੱਚ ਸੀਗਾ, ਉਹਨਾਂ ਨੂੰ ਅੱਗੇ ਚੱਲ ਕੇ ਸ਼ਡਿਊਲਡ ਕਲਾਸ ਕਿਹਾ ਜਾਣ ਲੱਗ ਗਿਆ, ਠੀਕ ਹੈ। ਇਹੀ ਇੱਕ ਬੇਸਿਕ ਜੀ ਇੰਗਲਿਸ਼ ਦਾ ਵਰਡ ਹੈ, ਠੀਕ ਹੈ, ਜ਼ਿਆਦਾ ਵੱਡਾ ਕਨਸੈਪਟ ਨਹੀਂ ਹੈ। ਲਿਸਟ ਦਾ ਨਾਮ ਸੀ, ਉੱਥੋਂ ਹੀ ਨਾਮ ਪੈ ਗਿਆ ਸ਼ਡਿਊਲਡ ਕਾਸਟ, ਠੀਕ ਹੈ ਜੀ। ਬਿਲਕੁਲ ਰਾਜ ਸਭਾ ਦੇ ਵਿੱਚ 7 ਸੀਟਾਂ ਨੇਗੀਆਂ। ਹੁਣ ਲੋਕ ਸਭਾ ਦੇ ਵਿੱਚ ਵੀ ਅਤੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੀ ਕਿੰਨੀਆਂ ਸੀਟਾਂ ਨੇ, ਉਹ ਵੀ ਪਲੀਜ਼ ਕਮੈਂਟ ਕਰੋ। ਨਮਸਕਾਰ ਜੀ ਠਾਕੁਰ ਸਾਹਿਬ, ਨਮਸਕਾਰ। ਲੋਕ ਸਭਾ ਦੇ ਵਿੱਚ 13, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚਲੋ ਅਸੈਂਬਲੀ ਦੇ ਵਿੱਚ ਕਮੈਂਟ ਕਰੋ ਜੀ ਕਿੰਨੀਆਂ ਨੇਗੀਆਂ। ਛੇਵੇਂ ਸ਼ਡਿਊਲ ਦੇ ਵਿੱਚ ਵੀ, ਛੇਵੇਂ ਸ਼ਡਿਊਲ ਦੇ ਵਿੱਚ ਕੀ ਹੈ, ਕੁਛ ਏਰੀਆਜ਼ ਨੇ ਜਿਹੜੇ ਜ਼ਿਆਦਾ ਹੀ ਅੰਡਰ ਡਿਵੈਲਪ ਨੇ ਜਾਂ ਉਸੇ ਬਹੁਤ ਜ਼ਿਆਦਾ ਟਰਾਈਬਲਸ ਨੇਗੇ, ਠੀਕ ਹੈ। 4 ਸਟੇਟਸ ਕਵਰ ਕਰਦਾ ਇਹ, ਪਹਿਲਾਂ ਵੀ ਕਿਸੇ ਨੇ ਕਮੈਂਟ ਕੀਤਾ ਸੀ, AMTM ਸਟੇਟਸ ਕਹਿੰਦੇ ਆਪਾਂ ਨੂੰ, ਠੀਕ ਹੈ ਨਾ। ਤਾਂ ਨੌਰਥ ਈਸਟ ਦੇ ਵਿੱਚ ਨੇ ਚਾਰੋਂ ਸਟੇਟਸ, ਇਹ 6ਵੇਂ ਸ਼ਡਿਊਲ ਦੇ ਅੰਡਰ ਆਉਂਦੀਆਂ ਨੇ, ਠੀਕ ਹੈ ਨਾ। 7ਵਾਂ ਸ਼ਡਿਊਲ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਕਿ ਆਰਟੀਕਲ 246 ਹੈਗਾ, ਇਹਦੇ ਵਿੱਚ ਡਿਵੀਜ਼ਨ ਹੈਗੀ ਕਿ ਯੂਨੀਅਨ ਦੀ ਅਤੇ ਸਟੇਟ ਦੀ ਆਪਣੀ ਆਪਣੀ ਕੀ ਰਿਸਪੋਂਸੀਬਿਲਿਟੀਜ਼ ਨੇ, ਕਿਹੜੀਆਂ ਕਿਹੜੀਆਂ ਪਾਵਰਸ ਨੇਗੀਆਂ। ਇੱਕ ਤੀਜੀ ਲਿਸਟ ਹੁੰਦੀ ਹੈ ਕੰਕਰੈਂਟ ਲਿਸਟ, ਤੀਜੀ ਕੰਕਰੈਂਟ ਲਿਸਟ ਹੁੰਦੀ ਹੈ ਕਿ ਜਿਸ ਤੋਂ ਆਪਾਂ ਨੂੰ ਪਤਾ ਲੱਗ ਜੇ ਕਿ ਓਵਰਲੈਪ ਕਦੋਂ ਹੁੰਦਾ ਹੈਗਾ, ਠੀਕ ਹੈ ਨਾ। ਇੱਕ ਸੈਪਰੇਸ਼ਨ ਤਾਂ ਹੈਗੀ ਹੈ ਕਿ ਹਾਂ ਸਿਰਫ ਇਹੀ ਚੀਜ਼ਾਂ ਨੇ ਜਿਹੜੀ ਯੂਨੀਅਨ ਕਰੂਗੀ, ਇਹ ਚੀਜ਼ਾਂ ਨੇ ਸਟੇਟ ਕਰੇਗੀ, ਬਟ ਕੁਛ ਚੀਜ਼ਾਂ ਨੇ ਦੋਨੋਂ ਕਰ ਸਕਦੇ ਨੇ। ਉਹ ਜਿਹੜੀ ਪਾਵਰਸ ਨੇ, ਉਹ ਰਿਸਪੋਂਸੀਬਿਲਿਟੀਜ਼ ਕੰਕਰੈਂਟ ਲਿਸਟ ਦੇ ਵਿੱਚ ਆਉਂਦੀਆਂ ਨੇ, ਕੰਕਰੈਂਟ, ਠੀਕ ਹੈ। 8ਵੇਂ ਸ਼ਡਿਊਲ ਦੇ ਵਿੱਚ ਦੇਖੋ ਓਫੀਸ਼ੀਅਲ ਲੈਂਗੁਏਜਸ ਨੇਗੀਆਂ, ਠੀਕ ਹੈ ਨਾ। ਲੈਂਗੁਏਜਸ ਕਰੋ ਤੁਸੀਂ, ਓਫੀਸ਼ੀਅਲ ਨਾ ਰਹਿਣ ਦਿਓ, ਲੈਂਗੁਏਜਸ 8ਵੇਂ ਸ਼ਡਿਊਲ ਦੇ ਵਿੱਚ ਲੈਂਗੁਏਜਸ ਨੇਗੀਆਂ, ਠੀਕ ਹੈ ਨਾ। ਚਲੋ 9ਵੇਂ ਸ਼ਡਿਊਲ ਦੇ ਵਿੱਚ ਕੀ ਹੈ, ਕੁਛ ਆਰਟੀਕਲਸ ਨੇ ਜਿਹੜੇ, ਕੁਛ ਜਿਹੜੀਆਂ ਪ੍ਰੋਵੀਜ਼ਨਸ ਨੇ, ਕੁਛ ਲਾਜ਼ ਨੇ, ਆਰਟੀਕਲਸ ਮੈਂਸ਼ਨਡ ਹੇਅਰ, ਲਾਜ਼ ਮੈਂਸ਼ਨਡ ਹੇਅਰ, ਲਾਜ਼ ਮੈਂਸ਼ਨਡ ਹੇਅਰ ਆਰ ਇਮਿਊਨ ਫਰੋਮ ਜੁਡੀਸ਼ੀਅਲ ਰਿਵਿਊ, ਠੀਕ ਹੈ ਨਾ। ਤਾਂ ਅਗਰ ਇਸ ਸ਼ਡਿਊਲ ਦੇ ਵਿੱਚ ਕੋਈ ਆਰਟੀਕਲ ਹੈ, ਕੋਈ ਲਾਅ ਹੈ, ਤਾਂ ਉਹ ਜੁਡੀਸ਼ੀਅਲ ਰਿਵਿਊ ਤੋਂ ਪਰੇ ਹੈ, ਤਾਂ ਉਸ ਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਨਹੀਂ ਕਰ ਸਕਦੇ, ਠੀਕ ਹੈ ਨਾ। ਚਲੋ 10ਵਾਂ ਸ਼ਡਿਊਲ ਇੰਪੋਰਟੈਂਟ ਹੈ ਜੀ, ਕਾਫੀ ਇੰਪੋਰਟੈਂਟ ਹੈਗਾ ਇਹ, ਠੀਕ ਹੈ, ਡਾਇਰੈਕਟ ਆ ਜਾਊਗਾ ਜੀ ਇਹ, ਠੀਕ ਹੈ ਨਾ। ਐਂਟੀ ਡਿਫੈਕਸ਼ਨ ਲਾਅ ਕਿਹਾ ਜਾਂਦਾ ਇਹਨੂੰ, ਠੀਕ ਹੈ ਨਾ। ਇਹ ਐਕਚੁਅਲੀ ਹੁੰਦਾ ਕੀ ਐਂਟੀ ਡਿਫੈਕਸ਼ਨ, ਆਪਾਂ ਪੜ੍ਹਾਂਗੇ ਅੱਗੇ, ਬਟ ਤੁਸੀਂ ਯਾਦ ਕਰ ਸਕਦੇ ਹੋ ਕਿ 10ਵਾਂ ਸ਼ਡਿਊਲ ਇਜ਼ ਰਿਲੇਟਡ ਟੂ ਐਂਟੀ ਡਿਫੈਕਸ਼ਨ ਲਾਅ। ਅੱਛਾ ਕਮੈਂਟ ਕਰੋ ਜੀ ਕਿਹੜੀ ਅਮੈਂਡਮੈਂਟ ਦੇ ਨਾਲ ਆਇਆ ਸੀ 10ਵਾਂ ਸ਼ਡਿਊਲ, ਕਮੈਂਟ ਕਰੋ ਜੀ। ਬਿਲਕੁਲ ਬਿਲਕੁਲ 7 13 117, ਬਿਲਕੁਲ ਕਰਮ ਕੌਰ, ਬਿਲਕੁਲ ਸਹੀ ਹੋ ਤੁਸੀਂ। ਇਹ ਕਮੈਂਟ ਕਰੋ ਪਲੀਜ਼, ਕਿਹੜੀ ਅਮੈਂਡਮੈਂਟ ਦੇ ਨਾਲ ਅਸੀਂ ਇਹ ਪਾਇਆ ਸੀਗਾ 10ਵਾਂ ਸ਼ਡਿਊਲ, ਪਲੀਜ਼। ਚਲੋ 11th ਸ਼ਡਿਊਲ ਹੈ ਜਿਹੜਾ ਜੀ,
11th ਸ਼ਡਿਊਲ ਹੈ ਜਿਹੜਾ ਉਹ ਸਾਡਾ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਹੈਗਾ, ਠੀਕ ਹੈ ਨਾ। ਆਪਾਂ ਨੇ ਪਹਿਲਾਂ ਪਾਰਟਸ ਵੀ ਕੀਤੇ ਸੀਗੇ, ਠੀਕ ਹੈ ਨਾ, ਉਹਦੇ ਵਿੱਚ ਵੀ ਆਪਾਂ ਪੰਚਾਇਤ ਪੜ੍ਹਿਆ ਸੀਗਾ, ਪਾਰਟ 9 ਪੜ੍ਹਿਆ ਸੀ ਆਪਾਂ ਨੇ, ਹੈ ਨਾ। ਤਾਂ ਉਸੇ ਤਰ੍ਹਾਂ ਜਿਹੜਾ 11th ਸ਼ਡਿਊਲ ਹੈਗਾ ਇਹ ਪੰਚਾਇਤ ਦੇ ਨਾਲ ਰਿਲੇਟਡ ਹੈਗਾ। ਜਿਹੜਾ 12ਵਾਂ ਸ਼ਡਿਊਲ ਹੈ ਉਹ ਮਿਊਨਸਿਪੈਲਿਟੀਜ਼ ਨਾਲ, ਮਤਲਬ ਜਿਹੜੀ ਅਰਬਨ ਲੋਕਲ ਬੋਡੀਜ਼ ਨੇਗੀਆਂ, ਠੀਕ ਹੈ ਨਾ। 238 ਯੂਟੀਜ਼ ਸਟੇਟ ਕੌਂਕਰੈਂਟ ਲਿਸਟ ਫਰੋਮ ਆਸਟ੍ਰੇਲੀਆ, ਬਿਲਕੁਲ ਬਿਲਕੁਲ ਕੌਂਕਰੈਂਟ ਲਿਸਟ ਅਸੀਂ ਆਸਟ੍ਰੇਲੀਆ ਤੋਂ ਜ਼ਰੂਰ ਲਈ ਹੈ, ਬਟ ਜਿਵੇਂ ਸਾਡੇ ਦੇਸ਼ ਦੇ ਵਿੱਚ 3 ਲਿਸਟਾਂ ਨੇਗੀਆਂ, ਯੂਨੀਅਨ, ਸਟੇਟ ਅਤੇ ਕੌਂਕਰੈਂਟ। ਸਾਡੇ ਦੇਸ਼ 'ਚ 3 ਲਿਸਟਾਂ ਨੇਗੀਆਂ। ਆਪਾਂ ਕਹਿੰਦੇ ਹਾਂ ਕਿ ਕੌਂਕਰੈਂਟ ਲਿਸਟ ਅਸੀਂ ਆਸਟ੍ਰੇਲੀਆ ਤੋਂ ਬੋਰੋ ਕੀਤੀ ਹੈ, ਬਿਲਕੁਲ ਸਹੀ ਹੋ ਤੁਸੀਂ। ਬਟ ਇੱਕ ਇੱਥੇ ਹੋਰ ਚੀਜ਼ ਧਿਆਨ ਦੇਣ ਵਾਲੀ ਇਹ ਹੈਗੀ ਕਿ ਆਸਟ੍ਰੇਲੀਆ ਦੇ ਵਿੱਚ ਸਿਰਫ ਇੱਕੋ ਲਿਸਟ ਹੈਗੀ, ਆਸਟ੍ਰੇਲੀਆ ਵਿੱਚ 3 ਲਿਸਟਾਂ ਨਹੀਂ ਹੈਗੀਆਂ। ਆਸਟ੍ਰੇਲੀਆ ਦੇ ਵਿੱਚ ਸਿਰਫ ਇੱਕੋ ਲਿਸਟ ਹੈ, ਉਹਨੂੰ ਚਾਹੇ ਤੁਸੀਂ ਕੌਂਕਰੈਂਟ ਕਹਿ ਲਓ ਚਾਹੇ ਜਿਵੇਂ ਮਰਜ਼ੀ ਕਹਿ ਲਓ। ਉਸ ਲਿਸਟ ਦੇ ਵਿੱਚ ਜਿਹੜੇ ਸੈਂਟਰ ਅਤੇ ਸਟੇਟਸ ਦੋਨੋਂ ਲਾਅ ਬਣਾ ਸਕਦੀਆਂ ਨੇਗੀਆਂ, ਤਾਂ ਡਿਫਰੈਂਟ ਲਿਸਟ ਨਹੀਂ ਹੈਗੀਆਂ, ਠੀਕ ਹੈ ਨਾ। ਆਸਟ੍ਰੇਲੀਆ ਦੇ ਵਿੱਚ ਸਿਰਫ ਇੱਕੋ ਲਿਸਟ ਹੈਗੀ। 44 ਕੀ ਪੁੱਛਿਆ ਸੀ ਮੈਨੇ? 44 ਨਹੀਂ 44 ਨਹੀਂ ਹੈ, ਗਲਤ। ਐਂਟੀ ਡਿਫੈਕਸ਼ਨ ਲਾਅ ਕਿਹੜੀ ਅਮੈਂਡਮੈਂਟ ਦੇ ਨਾਲ ਆਪਾਂ ਨੇ ਪਤਾ ਸੀ? 52nd ਅਮੈਂਡਮੈਂਟ ਨਾਲ ਕੀਤਾ ਸੀਗਾ ਜੀ, 1985। 52nd ਅਮੈਂਡਮੈਂਟ 1985 ਦੇ ਨਾਲ ਅਸੀਂ 10ਵਾਂ ਸ਼ਡਿਊਲ ਜਿਹੜਾ ਕੀ ਹੈ ਉਹ ਪਾਇਆ ਸੀ ਕੌਂਸਟੀਟਿਊਸ਼ਨ ਦੇ ਵਿੱਚ, ਠੀਕ ਹੈ ਜੀ। ਇਹ ਸੀ ਸਾਡੇ ਪਾਰਟਸ ਆਫ ਕੌਂਸਟੀਟਿਊਸ਼ਨ ਅਤੇ ਸ਼ਡਿਊਲਸ ਆਫ ਕੌਂਸਟੀਟਿਊਸ਼ਨ, ਠੀਕ ਹੈ। ਇਹ ਹੌਟ ਟੌਪਿਕ ਹੈ, ਕਾਫੀ ਇੰਪੋਰਟੈਂਟ ਟੌਪਿਕ ਬਣ ਜਾਂਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ। ਤੁਸੀਂ ਇਹ ਰਿਵਾਈਜ਼ ਕਰੋ, ਠੀਕ ਹੈ, ਚੀਜ਼ਾਂ ਨੂੰ ਦੁਬਾਰਾ ਸਮਝੋ, ਵੀਡੀਓ ਨੂੰ ਦੁਬਾਰਾ ਦੇਖੋ, 2 ਵਾਰੀ ਦੇਖੋ, ਕੋਈ ਦਿੱਕਤ ਨਹੀਂ ਹੈ, ਤੁਹਾਡੇ ਜ਼ਿਹਨ ਦੇ ਵਿੱਚ ਬੈਠ ਜਾਣਗੀਆਂ ਚੀਜ਼ਾਂ, ਠੀਕ ਹੈ। ਬਾਕੀ ਆਪਾਂ ਸਾਰਾ ਪੋਲਿਟੀ ਦਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਐਗਜ਼ਾਮ ਤੋਂ ਪਹਿਲਾਂ ਜਿੰਨੀਆਂ ਇੰਪੋਰਟੈਂਟ ਚੀਜ਼ਾਂ ਹੋਈਆਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਕਵਰ ਕਰ ਦਈਏ। ਬਾਕੀ ਜਿਹੜਾ ਸਾਰਾ ਸਿਲੇਬਸ ਹੈ ਪੋਲਿਟੀ ਦਾ ਅਤੇ ਹੋਰ ਜਨਰਲ ਸਟੱਡੀਜ਼ ਦਾ, GS ਦਾ, GK ਦਾ, ਉਹ ਵੀ ਆਪਾਂ ਵਿਦ ਟਾਈਮ ਕਵਰ ਕਰਾਂਗੇ, ਠੀਕ ਹੈ ਜੀ, ਠੀਕ ਹੈ। ਦੈਟਸ ਆਲ ਫਰੋਮ ਮਾਈ ਸਾਈਡ। ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਕਰੋ। ਬਿਲਕੁਲ ਠੀਕ ਹੈ ਜੀ। ਆਈ ਐਮ ਡਨ ਵਿਦ ਮਾਈ ਲੈਕਚਰ। ਤੁਸੀਂ ਕਮੈਂਟ ਕਰ ਸਕਦੇ, ਕੋਈ ਪ੍ਰੋਬਲਮ ਹੈ ਤਾਂ ਫਿਰ ਆਪਾਂ ਵਾਈਂਡ ਅਪ ਕਰੀਏ। ਬਾਕੀ 6 ਵਜੇ ਕਲਾਸ, ਮੋਸਟਲੀ 6 ਵਜੇ ਹੀ ਹੋਏਗੀ ਕਲਾਸ। ਕੱਲ੍ਹ ਤਾਂ ਆਫ ਹੋਏ, ਕੱਲ੍ਹ ਸੰਡੇ ਹੈ, ਤਾਂ ਕੋਸ਼ਿਸ਼ ਕਰਾਂਗੇ 6 ਵਜੇ ਹੀ ਹੋਵੇ ਕਲਾਸ। ਬਾਕੀ ਆਪਾਂ ਕੋਈ ਟਾਈਮਿੰਗ ਦਾ ਚੇਂਜ ਹੁੰਦਾ ਤਾਂ ਆਪਾਂ ਦੇਖਾਂਗੇ, ਠੀਕ ਹੈ ਨਾ, ਕੋਈ ਇਸ਼ੂ ਨਹੀਂ ਹੈ। ਓਕੇ ਜੀ, ਓਕੇ, ਥੈਂਕ ਯੂ, ਵੈਲਕਮ। ਲਾਈਕ ਕਰ ਦਿਓ, ਠੀਕ ਹੈ ਜੀ, ਅਤੇ ਮਿਲਾਂਗੇ ਆਪਾਂ, ਡੇਲੀ ਮਿਲਾਂਗੇ ਆਲਮੋਸਟ।